भाइयों बस कर दो। जी अस्सलाम वालेकुम। वालेकुम सलाम जी सब कितने हो? हाँ जनाब जनाब सुनाओ आप मैं 1122 गल करना था लाइव क्या हो जरा आज। अच्छा अच्छा हाँ मैं चलो जी, मैं हुणी थोड़ा काम तो आए ठीक है। कि बैठे हो तुसी लाइव ते बैठे हाँ जी लाइव से बैठे हैं। आ जाओ आ जाओ। चलो आ जाओ। और ਆਹ ਪੁੱਤਰਾ ਤੇਰੀ ਤੇ ਖੈਰ ਕੋ ਨਹੀਂ। ਨਹੀਂ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਦੱਸੋ ਕਿ ਗੱਲ ਸੁਣੋ 1122 ਗੱਲ ਸੁਣੋ। ਬਜ਼ੁਰਗ ਇਨਸਾਨ ਨੇ ਤੇ ਬੰਦਿਆਂ ਦਾ ਕੋਈ ਬਜ਼ੁਰਗ ਕੋ ਨਹੀਂ ਗੱਲ ਕਰਦੇ ਯਾਰ, ਛੱਡ ਦਿਓ ਬਜ਼ੁਰਗਾਂ ਵਾਲੀ ਗੱਲ ਤੁਸੀਂ ਨਾ ਮੁੱਕ ਗਈ। ਪ੍ਰੋਟੈਕਟਰ ਦਾ ਬਣ ਜਾਇਆ ਕਰੋ ਜੀ, ਸਭ ਗੱਲ ਕਰਨ ਦਿਓ ਯਾਰ। ਆਹ ਮੁੱਕ ਗਈ ਹੈ ਬਜ਼ੁਰਗਾਂ ਦੀ ਗੱਲ ਮੁੱਕ ਗਈ। ਹੁਣ ਦੂਜੀ ਗੱਲ ਇਹ ਯਾਰ, ਨਜ਼ੀਰੇ ਨੂੰ ਕੋਈ ਵੀ ਉਹ ਖੰਜ਼ੀਰੇ ਨਾਲ ਨਾ ਮਿਲਾਵੇ। ਉਹ ਖੰਜ਼ੀਰਾ ਹੈ, ਇਹ ਨਜ਼ੀਰਾ ਹੈ। ਆਹ ਨਹੀਂ ਗੱਲ ਯਾਦ ਰੱਖੋ। ਉਹ ਖੰਜ਼ੀਰ ਦਾ ਬੇਟਾ ਹੈ। ਉਹ ਖੰਜ਼ੀਰਾ ਹੈ ਤੇ ਨਜ਼ੀਰਾ ਹੈ। ਜੀ अस्सलाम वालेकुम रहमतुल्लाह। ਤੇ ਇਹ ਬਲਾਲ ਨਜ਼ੀਰ ਸਾਹਿਬ ਸਵੇਰੇ ਉਹਦੀ ਲਾਈਵ ਤੇ ਗਏ ਕਿਉਂ ਸਨ? ਉਹ ਆਉਣ ਤੇ ਦੇ ਸੁਧਰਾ ਇਹਨੂੰ ਆਉਣ ਦੇ ਸੁ ਨਜ਼ੀਰੇ ਨੂੰ ਆਉਣ। ਉਹਨੇ ਨਹੀਂ ਆਉਣਾ, ਇੱਥੇ ਕਿੱਥੇ ਹੁੰਦਾ, ਉੱਥੇ ਜਾਂਦਾ ਜਿੱਥੋਂ ਉਹਦੀ ਪੂਰਾ ਘਰ ਪੂਰਾ ਹੁੰਦਾ ਉੱਥੇ ਜਾਂਦਾ ਹੈ। ਇਹਨੂੰ ਆਉਣ ਦਿਓ ਸਵਾਜੀ। ਤੈਨੂੰ ਪਤਾ ਉਹ ਕੀ ਸੁਣਾਉਣ ਡਿਆ ਸੀ ਅਹਿਮਦ ਨਜ਼ੀਰ ਖੰਜ਼ੀਰ? ਕੀ ਸੁਣਾ ਉਹਦੀ ਰਿਹਾ? ਲਾਈਵ ਤੁਸੀਂ ਨਹੀਂ ਕੀ ਸੁਣਾ ਰਿਹਾ? ਗੱਲ ਤੇ ਦੱਸੋ ਮੈਨੂੰ, ਇੱਕ ਗੱਲ ਤੇ ਦੱਸੋ। ਉਹ ਬੰਦਾ ਗੱਲ ਕਰੇ ਜਿੰਨੇ ਆਪਣੀ ਬਰਾੜ ਦੇ ਤੇ ਨਜ਼ੀਰੇ ਨੂੰ ਜਾਂ ਖੰਜ਼ੀਰਾਂ ਨੂੰ ਨਹੀਂ ਪਾਇਆ ਦਾ ਯਾਰ, ਠੀਕ ਹੈ? ਕੀ ਮਤਲਬ ਕੀ ਨਜ਼ੀਰੇ ਦੀਆਂ ਖੰਜ਼ੀਰ? ਯਾਰ ਇੱਕ ਮਿੰਟ ਖਾਮੋਸ਼ ਹੋ ਜਾਓ ਤੁਸੀਂ ਯਾਰ। ਖੈਰ ਮੈਂ ਨਾ ਇੱਕ ਵਾਰੀ ਮੈਨੂੰ ਇੱਕ ਵਾਰੀ ਵੀਡੀਓ ਕੱਢ ਹੀ ਲੈਣ ਦਿਓ ਜਿਹੜਾ ਲੋਕਾਂ ਨੂੰ ਹੋਂਦੇ ਆ ਨਾ ਕਿ ਬਈ ਆਪਣਾ ਪਿਆਰ ਆ ਰਿਹਾ ਨਜ਼ੀਰੇ ਨਾਲ। ਉਹਨੂੰ ਵੀਡੀਓ ਕੱਢ ਲੈਣ ਦਿਓ ਫਿਰ ਸੁਣ ਲੈਣੀ ਕਿ ਹਿੰਮਤ ਨਾਲ। ਜਿਹੜੀ ਨਜ਼ੀਰੇ ਉੱਥੇ ਬਕਵਾਸ ਕਰਾ ਰਿਹਾ ਸੀ ਤੇ ਹੋ ਰਹੀ ਸੀ ਉਹ ਸੁਣ ਲਵੋਗੇ ਤੁਸੀਂ ਸਾਰੇ। ਮੈਂ ਇਸ ਨੂੰ ਥੱਲੇ ਲਾ ਕੇ ਨਹੀਂ ਆ ਗਏ ਨੇ ਜੀ, ਥੱਲੇ ਆ ਗਏ ਨੇ ਜੀ। ਉਹ ਨਜ਼ੀਰ ਸਾਹਿਬ ਆ ਗਏ ਨੇ। ਬਲਾਲ ਨਜ਼ੀਰ ਸਾਹਿਬ ਨੂੰ ਉੱਤੇ ਸਾਡੇ ਚੀਫ ਗੈਸਟ ਆ ਗਏ ਨੇ। ਇੱਕ ਮਿੰਟ ਮੈਨੂੰ ਵੀਡੀਓ ਕੋਈ ਬੰਦਾ ਇੱਕ ਮਿੰਟ ਮੈਨੂੰ ਜ਼ਰਾ ਐਲਾਨ ਕਰ ਲੈਂਦੇ ਹੋ। ਕੋਈ ਬੰਦਾ ਮਾਈਕ ਨਹੀਂ ਮਿਊਟ ਕਰੇਗਾ, ਸਿਰਫ 1122 ਸਾਹਿਬ ਦੇ ਨਾਲ ਉਹਨਾਂ ਦੀ ਕੋਈ ਜ਼ਾਤੀ ਗੱਲ ਹੈ ਉਹ ਕਰਨੀ ਹੈ। ਨਜ਼ੀਰ ਸਾਹਿਬ ਆਇਓ ਉੱਤੇ, ਤੁਹਾਨੂੰ ਰਿਕੁਐਸਟ ਪਾਈ ਹੈ ਸਰਕਾਰ। ਉੱਤੇ ਲਓ ਜੀ ਅਹਿਮਦ ਨਜ਼ੀਰ ਸਾਹਿਬ ਨੂੰ, ਉਹਨੂੰ ਬਲਾਲ ਨਜ਼ੀਰ ਸਾਹਿਬ ਨੂੰ। ਉਹ ਨਹੀਂ ਉਹ ਥੱਲੇ ਨਿਕਲ ਗਏ ਨੇ ਮਹਿਲ। ਮੈਂ ਜਰਾ ਕਰ ਰਿਹਾ ਵਾਂ ਕਿਉਂ ਨਾ ਕਿਦਾ ਵੀਡੀਓ ਟ੍ਰਾਂਸਫਰ ਕਰ ਲਵਾਂ। ठीक है यार नजीर आ गए, नजीर साहब आ गए ने, चीफ गेस्ट ने। अस्सलाम वालेकुम नजीर बिलाल। आ गए ने जी माशाल्लाह जी। अस्सलाम वालेकुम रहमतुल्लाहि व बरकातहू। वालेकुम सलाम व रहमतुल्लाहि व बरकातहू। प्यारे भाई ठीक है सारे खैरियत से हैं? नहीं कोई प्यारा भाई नहीं आपका यहाँ पे, कोई प्यारा भाई नहीं है, सारे बस वैसे भाई हैं। प्यारे सिर्फ आप हैं, हम सिर्फ आप भाई कह दिया कभी प्यारे ना बोला कर। ठीक है एक मिनट ठहर के मैं जरा वीडियो ट्रांसफर कर रहा हूँ। वो जो आप आज तबलीग करके आए हैं ना, वो सब साथ में दूसरे भाइयों को भी सुनाते हैं और आपको भी सुना। अगर आपका कोई फैमिली मेंबर बैठा हुआ है आपके पास तो आप बेशक उनको भी ये सुना सकते हैं, क्योंकि आप जो तबलीग करते हैं वो कौन सी ऐसी करते हैं जिसमें फैमिली ना जी। 1122 ਸਾਹਿਬ ਜਿਹੜੀ ਇਹਨਾਂ ਤਬਲੀਗ ਕੀਤੀ ਉਹਨਾਂ ਸੁਣੀ ਇਹਨਾਂ ਦੀ। सर वो सुनाने लगे हैं तो सब भाइयों को सुनाएंगे। एक मिनट में थोड़ा देख लूँ और ट्रांसफर हो रही है दूसरे मोबाइल में वो कर। नहीं आप भाइयों को क्या एतराज है भाई? नहीं मुझे नहीं है एतराज नजीर भाई, आप तो बड़ी अच्छी। मैं तो इनको कह रहा था कि नजीर भाई हमेशा से माशाल्लाह अच्छी गुफ्तगू करते हैं। इनको ये मेरे ख्याल सिर्फ 1122 साहब ने कोई आपसे बात करनी है। मैं तो यही कहता हूँ कि आप तो हमेशा अच्छी बात ही करते हैं, कभी आप हमने कोई बात नहीं करनी, सिर्फ 1122 का जो एतराज है वो नहीं भाई। आप लोगों ने क्यों नहीं करे? आप लोगों सबको क्या नहीं हम तो सुनने वाले हैं। कोई नाराजगी है, कोई क्या मसला है, क्या बात है भाई? नजीर भाई मैं तो आपको पता है, मैं तो हमेशा आपके हक में हूँ, हमेशा से आपके साथ जो आप बात करते हैं। नाले नजीर साहब जिथे कोई बोलन नहीं देता उत्थे मतलब कि की बंदे दा हक बच जांदा कि वो गल करे। कोई गल नहीं, बोलन देन ना बोलन दे। असि अपनी गल दसनी है। उन्होंने ब्राड लगाई दी सी। उन्हां कोल पुछणगे अपनी गल दसनी है। इंज गल है जी। हां जी तुसी अपनी गल दसणगे सुनो उत्थे। हाँ जी मैं वीडियो बनाई है, ठीक है। ਮੈਨੂੰ ਇਹਦੇ ਚ ਤੁਸੀਂ ਆਪਣੇ ਅਲਫਾਜ਼ ਕੱਢ ਕੇ ਵਿਖਾਣੇ ਨੇ
ਕਿ ਕਿਹੜੇ ਅਲਫਾਜ਼ ਥੱਲੇ 70-80 ਬੰਦੇ ਨੇ ਸੁਣੇ ਸਨ ਤੇ ਜਾਂ ਉਹਨਾਂ ਬੰਦਿਆਂ ਚੋਂ ਜਿਹੜੇ ਉੱਤੇ ਬੈਠੇ ਸਨ ਉਹਨਾਂ ਨੇ ਕਿਹੜੇ ਅਲਫਾਜ਼ ਤੁਹਾਡੇ ਸੁਣੇ ਨੇ, ਉਹ ਅਲਫਾਜ਼ ਕੀ ਸਨ, ਮੁੱਖ ਵਿੱਚੋਂ ਕੱਢ ਕੇ ਵਿਖਾਣੇ ਜੀ। ਕੱਢੋ ਜੀ ਇਹਦੇ ਚੋਂ ਕੱਢੋ, ਆ ਲਓ ਪੜੋ। या सुनते इस्लाम में कोई लेन देन नहीं है। बहुत सारे हाँ जी, हाँ प्यारे भाई मोहम्मदी बेगम ने विआह ना तुसी करा सके और लांतियो और तुसी किसे बेरा ने ओदा निकाह करा देना सी। और मिर्जा कादियानी कजार दो पैरोकारो और मिर्जा दजाल दो पैरोकारो और हिंदुस्तान दी कोई बेवा फड़ लेनी सी और मिर्जाइयो मलैको मिर्जाइयो मिर्जा दजाल दा किसे बेवा नाल निकाह देना सी। और मिर्जा का अच्छा जी, मैं फिलहाल स्टॉप करन लगा क्योंकि आस्ता आस्ता स्टेप बाय स्टेप चलने है ना। नज़ीर बिलाल साहब मुझे दसो कि ए सारी जिन्नी मैं ऑडियो सुनाई है ਇਹਦੇ ਚ ਤੁਹਾਡੇ अल्फाज किथे ने? अजी वो मेरे अल्फाज नज़ीर बिलाल साहब बोले ने, मैं तो नहीं पता उन्होंने किस तरह कीती है, लगाई है वीडियो बनाई है। मैं पे नहीं कह रहा, मैं तो जाके अच्छी गल कीती है, अच्छी उन्होंने दसिया और पैगाम पे क्या बस हो रहा उन्होंने काम अभी दोबारा बोले करना, बुरे काम करो, लोगों ने देख लिया। नहीं वो छोड़े, मुझे वो बात हेलो आराम ना मुझे ये उन्होंने दबा ली यार, उन्होंने छोड़ दो मेरी गल नहीं, मेरी गल टुटन नहीं देनी मेरी। ਮੈਨੂੰ ਇਹ ਗੱਲ ਦੱਸੋ ਕਿ ਇਹ ਸਾਰੀ ਗੁਫ਼ਤਗੂ ਦੇ ਵਿੱਚ ਤੁਹਾਡੇ ਕਿਹੜੇ ਅਲਫਾਜ਼ ਨੇ ਜਿਹੜੇ ਥੱਲੇ ਬੈਠੇ ਲੋਕਾਂ ਦੇ ਕੰਨਾਂ 'ਚ ਗਏ ਨੇ? ਤੁਹਾਡੀ ਤਬਲੀਗ ਕਿਹੜੀ ਤਬਲੀਗ ਹੈ ਐਸੀ ਜਿਹੜੀ ਥੱਲੇ ਲੋਕਾਂ ਦੇ ਕੰਨਾਂ 'ਚ ਗਈ ਹੈ? ਉਹ ਮੇਰੀ ਤਬਲੀਗ ਕਰਨਾ ਥੱਲੇ ਨਹੀਂ ਗਈ, ਉੱਤੇ ਚਲੀ ਗਈ। ਤੁਹਾਡੇ ਅਲਫਾਜ਼ ਨਜ਼ਰ ਨਹੀਂ ਆਏ, ਉਹਨੂੰ ਤੁਸੀਂ ਦੱਸਣੇ ਨੇ। 1122 ਭਾਈ ਮੇਰੇ ਕਿਹੜੇ ਭੈਣ ਯਾ ਕੋ ਗਈਏ? ਉਹ ਯਾਰ ਤੇਰੇ ਭਾਈ ਨੇ ਮੈਨੂੰ ਕਹਿ, ਮੈਨੂੰ ਭਾਈ ਨਾ ਕਹਿ ਤੂੰ, ਮੈਨੂੰ ਭਾਈ ਨਾ ਕਹਿ, ठीक है? मनु भाई नहीं कहना, तो एक गल सुन ले, मनु भाई नहीं कहनी, मनु भाई नहीं कहना, मनु भाई नहीं कहना। हाँ मनु अल्फाज दस जेड़ी तू तबलीग करन गया स, जेड़ी तू तबलीग सुन लो अडवाल साहब मुन गल करन दो। प्यारे भाइयों मेरे आसमान अल्लाह नु सुनानी सही, अल्लाह नु सुनानी सही, अल्लाह नु सुनानी सही, ते अल्लाह नु घर बैठ के सुनाना, अल्लाह नु घर बैठ के सुना। ਤੁਸੀਂ ਬੰਦਿਆਂ ਨੂੰ ਸੁਣਾਓ, ਮੈਂ ਅੱਲਾਹ ਨੂੰ ਸੁਣਾਉਂਦਾ ਬਸ। ਚਲੋ ਤੇ ਤੂੰ ਅੱਲਾਹ ਨੂੰ ਸੁਣਾ ਨਾ, ਤੈਨੂੰ ਤੇਰੀ ਮਰੀ ਮਾਂ ਦੀ ਕਸਮ ਹੀ ਜੇ ਤੂੰ ਅੱਲਾਹ ਨੂੰ ਬਹਿ ਕੇ ਘਰ ਨਾ ਸੁਣਾਏ, ਤੈਨੂੰ ਤੇਰੀ ਮਰੀ ਮਾਂ ਦੀ ਕਸਮ ਹੀ ਜਾ ਕੇ ਇੱਥੇ ਆ ਕੇ ਸੁਣਾਏ। ਤੁਹਾਡੀ ਤਬਲੀਗ ਤੁਸੀਂ ਜਿਹੜੀ ਤਬਲੀਗ ਪੇਸ਼ ਕਰ ਰਹੇ ਹੋ ਨਾ, ਉਹ ਭਾਈ ਸਾਡੀ ਤਬਲੀਗ ਵੜ ਗਈ, ਤੂੰ ਆਪਣੀ ਤਬਲੀਗ ਦੀ ਦੱਸ। ਉਹ ਭਾਈ ਤੂੰ ਆਪਣੀ ਤਬਲੀਗ ਦੀ ਦੱਸ, ਤੂੰ ਆਪਣੀ ਤਬਲੀਗ ਦੀ ਦੱਸ, ਤੂੰ ਆਪਣੀ ਤਬਲੀਗ ਦੀ ਦੱਸ ਮੈਨੂੰ। ਯਾਰ ਤੁਸੀਂ ਅੱਲਾਹ ਦੇ ਬੰਦੇ ਹੋ। ਉਹ ਸਾਰੇ ਮੇਰੀ ਗੱਲ ਸੁਣੋ ਨਜ਼ੀਰ ਬਿਲਾਲ ਸਾਹਿਬ, ਮੈਨੂੰ ਇਹ ਗੱਲ ਦੱਸੋ ਕਿ ਜੇ ਤੁਸੀਂ ਅੱਲਾਹ ਨੂੰ ਅਲਫਾਜ਼ ਸੁਣਾਣੇ ਸਨ, ਸਾਨੂੰ ਅਜ਼ੀਅਤ ਕਿਉਂ ਦਿੰਦੇ ਹੋ? ਸਾਨੂੰ ਅਜ਼ੀਅਤ ਕਿਉਂ ਦਿੰਦੇ ਹੋ ਇਹ ਦੱਸੋ। ਮੈਨੂੰ ਮੇਰਾ ਪਤਾ ਹੈ ਬਿਲਾਲ ਸਾਹਿਬ ਤਬਲੀਗ ਕਰਨੀ ਹੈ, ਮੈਂ ਅੱਲਾਹ ਨੂੰ ਜਵਾਬ ਦੇਣਾ, ਤੁਹਾਨੂੰ ਨਹੀਂ ਦੇਣਾ ਭਾਈ। ਤੇ ਭਾਈ ਅੱਲਾਹ ਨੂੰ ਜਵਾਬ ਦੇ, ਸਾਨੂੰ ਕਿਉਂ ਦਿਵਾ ਰਿਹਾ ਹੈ? ਮੈਨੂੰ ਆਪਣੇ ਤਰੀਕੇ ਨਾਲ ਕਰਨ ਦਿਓ, ਮੈਂ ਬਿਹਤਰ ਸਮਝਦਾ ਕਿ ਕੀ ਕਰਨਾ। ਅੱਛਾ ਸੁਣੋ ठीक है सुनो नज़ीर बिलाल साहब, नहीं ठहरो सुनो, ओ बात अच्छा नहीं लगता लंबी बहसा ओ गल सुन लो, तुम नाम साहब थले उतरो, सबूत दसने हैं क्यों कीता, ओ क्यों कीता। यार मेरी गल नहीं सुन रहे, गल नहीं सुन रहे, हुन आराम नाल धम्मल नाल गल भी सुनो, ठीक है? गल इन्नी कोई भाई, बात सुने ना, बात सुने आओ नठ गई ਇੱਥੋਂ ਨਸ ਜਾਂਦਾ ਜੇ ਇੱਥੇ ਕਹਿੰਦਾ ਕਿ ਮੇਰੀ ਬਹਿਸ ਹੋ ਰਹੀ ਤੇ ਉੱਥੇ ਬਹਿ ਕੇ ਤੇ ਗੁਸਤਾਖੀਆਂ ਕਰਵਾਉਂਦਾ, ਉੱਥੇ ਬਹਿ ਕੇ ਉੱਥੇ ਬਗੈਰਤਾ ਵਾਂਗੂ ਬਹਿ ਰਿਹਾ ਹੈ।
ਤੇ ਇੱਥੇ ਤੈਨੂੰ ਬਹਿ ਕੇ ਤੈਨੂੰ ਕਹਿੰਦਾ ਦੱਸ ਮੈਂ ਰਹੇ ਆ ਹਾਂ। ਆਈਏ ਤੇ ਮੈਂ ਅੱਧਾ ਘੰਟਾ ਵੀਡੀਓ ਵੇਖਣੀ ਸੀ ਤੈਨੂੰ ਮੈਂ ਇੱਥੇ ਕਹਿੰਦਾ ਲੰਬੀ ਬਾਤ ਨਹੀਂ ਕਰਨੀ। ਆਈਏ ਤੇ ਮੈਂ ਤੈਨੂੰ ਅੱਧਾ ਘੰਟਾ ਵੀਡੀਓ ਵਿਖਾਣੀ ਸੀ। ਆਵਾਜ਼ ਆਂਦਾ ਜਿੱਥੇ ਪਹੁੰਚਾਣੀ ਉੱਥੇ ਮੈਂ ਪਹੁੰਚਾਤੀ ਹੈ। ਪਹੁੰਚਾਣੀ ਹੈ, ਤੂੰ ਰੱਬ ਕੋ ਪਹੁੰਚਾਣੀ ਹੈ। ਜਾ ਰੱਬ ਕੋ ਤੁਰ ਜਾ, ਫਿਰ ਮਾਰੀ ਜਾ ਕਿਸੇ ਸੁਕਾਤ ਨਾਲੋਂ ਮਰ ਕਿਤੇ ਜਾ ਕੇ ਤੇ ਅੱਲਾ ਕੋ ਜਾ ਕੇ ਪਿਆ ਰੋਂਦਾ ਰਹੀ, ਫਿਰ ਆਪਣੇ ਮਾਪਿਓ ਦੀ ਵੀ ਜਾਨ ਨੂੰ ਤੇ ਨਾਲ ਆਪਣੇ ਘਰਦਿਆਂ ਨੂੰ ਵੀ ਜਾਨ ਨੂੰ ਉੱਥੇ ਬਹਿ ਕੇ ਰੋ ਅੱਲਾ ਕੋ ਜਾ ਕੇ, ਮਰ ਕਿਤੇ ਜਾ ਕੇ ਜਾਨ ਜੱਡ ਸਾਡੀ। ਸਾਨੂੰ ਜ਼ਲੀਲ ਕਰਾਉਣ ਤੇ ਆਏ ਆ ਇੱਥੇ ਟਿਕਟਾਕ ਦੇ ਉੱਤੇ। ਇੱਥੇ ਆ ਨਾ, ਜੇ ਕੋਈ ਪਿਓ ਦਾ ਪੁੱਤਰ ਇੱਥੇ ਬਹਿ ਨਾ ਸਾਡੇ ਕੋਲ 2 ਮਿੰਟ ਨਹੀਂ ਤੁਸੀਂ ਤਨਕੀਦ ਬਰਦਾਸ਼ਤ ਕਰ ਸਕਦੇ। ਉੱਥੇ ਪਾਕਾਂ ਦੇ ਉੱਤੇ ਪੰਖਵਾ ਰਹੇ ਸੋ ਕੁੱਤਿਆਂ ਨੂੰ, ਉਹ ਭਾਬੀ ਸੂਰਾਂ ਨੂੰ ਪੰਖਵਾ ਰਹੇ ਸੋ ਉੱਥੇ ਕੁੱਤਿਆਂ ਨੂੰ ਪਾਕਾਂ ਦੇ ਉੱਤੇ। ਤੇਰੀ ਐਡੀ ਪਾਕ ਜ਼ਾਤ, ਤੂੰ ਇੱਥੇ 2 ਮਿੰਟ ਨਹੀਂ ਗੱਲ ਸੁਣ ਸਕਿਆ। ਬਗੈਰਤ ਇਨਸਾਨ ਹੈ। ਚੰਗਾ ਤੂੰ ਬਜ਼ੁਰਗ ਹੈ, ਮੇਰੇ ਟੱਟੂ ਦਾ ਬਜ਼ੁਰਗ ਹੈ ਤੂੰ, ਤੈਨੂੰ ਇੰਨੀ ਅਕਲ ਹੀ ਨਹੀਂ ਹੈ। ਉਹ ਬਗੈਰਤ ਉੱਥੇ ਚੀਕੀ ਜਾਣ ਡਿਆ, ਕੁੱਤੇ ਵਾਂਗੂ ਭੌਂਕਣ ਡਿਆ, ਤੇਰੀ ਥੱਲੇ ਬਾਤ ਨਹੀਂ ਜਾਣ ਡਈ। ਤੈਨੂੰ ਪਿਛਲੇ ਦਿਨ ਸਮਝਾਇਆ ਬਗੈਰਤਾ ਇਸ ਤਰ੍ਹਾਂ ਨਾ ਕਰਿਆ ਕਰ, ਨਾ ਕਰਿਆ ਕਰ। ਚੰਗਾ ਤੂੰ ਮੇਰੇ ਟੱਟੂ ਦਾ ਬਜ਼ੁਰਗ ਹੈ, ਕੀ ਤੇਰੀ ਇੱਜ਼ਤ ਕਰੀਏ, ਕਿੰਨੀ ਕੁ ਕਰਵਾਉਣ ਡਿਆ ਪਾਕਾਂ ਦੀ ਇੱਜ਼ਤ। ਇਹ ਕਿਆ ਹੈ, ਇੱਜ਼ਤ ਕਰਾਉਣ ਵਾਲੇ ਕੰਮ ਨੇ ਤੇਰੇ। ਆਈਏ ਮੈਂ 2 ਮਿੰਟ ਨਹੀਂ ਸੁਣਾਈ ਵੀਡੀਓ, ਅੱਧੇ ਘੰਟੇ ਦੀ ਮੇਰੇ ਕੋਲ ਵੀਡੀਓ ਪਈ ਹੈ ਤੇਰੀ। ਬਗੈਰਤਾ ਉਹ ਲਾ ਲਾ ਤੇਰੀ ਭਿਉਂ ਭਿਉਂ ਛਿੱਤਰ ਮਾਰਨ ਦੇ ਨੇ ਗੂੰ ਦੇ ਤੇਰੇ ਸਿਰ ਤੇ, ਤੈਨੂੰ ਫੇਰ ਨਹੀਂ ਸ਼ਰਮ ਆਉਣ ਡਈ। ਓਏ ਇਹ ਇੰਤਹਾਈ ਗਲੀਜ਼ ਇਨਸਾਨ ਹੈ। ਇਹ ਉੱਥੇ ਆ ਹੁਣ ਤਾਜ਼ੀ ਵੀਡੀਓ ਹੈ ਮੁਬਸ਼ਰ ਅਜ਼ਾ ਸਾਹਿਬ, ਇਹ ਗਿਆ ਔਰ ਰੋ ਰਹੇ ਨੇ, ਪਿੱਟ ਰਹੇ ਨੇ ਯਾਰ, ਕੋਈ ਬੰਦਾ ਨਹੀਂ ਆਉਣ ਡਿਆ। ਇਹ ਬਗੈਰਤ ਉੱਥੇ ਆਪਣੀ ਬੁੰਡ ਲੈ ਕੇ ਚੜ ਗਿਆ ਉੱਥੇ ਜਾ ਕੇ ਚਿੱਤਰ ਖਾਣ। ਨਹੀਂ ਫੇਰ ਇਹਨਾਂ ਨੇ ਗੱਲਾਂ ਕਰਦੇ ਨੇ। ਇਹਦੀ ਇਹ ਵੀਡੀਓ ਜਿਹੜੀ ਹੈ ਨਾ, ਇਹਦੀ ਜਮਾਤ ਚ ਭਿਜਵਾਓ ਤਾਂ ਕਿ ਇਹਦੇ ਬਾਲ ਬੱਚੇ ਨੂੰ ਭਿਜਵਾਣ ਕੇ ਮੈਂ ਸਰ ਕਲਵਾਣੀ ਹੈ, ਮੈਂ ਕਲਵਾਣੀ ਹੈ। ਮੈਂ ਇਹਨੂੰ ਆ ਵੇਖੋ ਨਾ, ਪਹਿਲਾਂ ਤਾਂ ਮੈਂ ਇਹਨੂੰ ਸੈਂਡ ਕਰਨ ਲੱਗਾ ਨਾ, ਤੇ ਫਿਰ ਤੇਰੇ ਸਦਰ ਨੂੰ ਵੀ ਕਰਨ ਲੱਗਾ। ਟੈਨਸ਼ਨ ਨਾ ਲੈ, ਇਹਦੀ ਜਮਾਤ ਨੂੰ ਘਲਾਓ, ਇਹਦੇ ਬਾਲ ਬੱਚੇ ਤੇਰੇ ਸਦਰ ਨੂੰ ਵੀ ਘਲਾਂਗਾ, ਤੇਰੇ ਘਰ ਵੀ ਘਲਾਵਾਂਗਾ। ਗਰੁੱਪਾਂ 'ਚ ਸ਼ੇਅਰ ਕਰੋ। ਹਾਂ ਨਹੀਂ ਗਰੁੱਪਾਂ 'ਚ ਸ਼ੇਅਰ ਨਹੀਂ ਕਰਨੀ। ਇਹਦੇ ਭਰਾ ਇਹਦੇ ਮਾਪੇ ਉਹ ਬਾਲ ਬੱਚੇ ਨੂੰ ਘਲਾਣੇ ਆ ਜਿਹੜੇ ਨਹੀਂ ਬਸ਼ਰ ਸਾਹਿਬ ਇੱਕ ਵਾਰੀ ਨਹੀਂ ਜਾਂਦਾ, ਇਹ ਕਈ ਵਾਰੀ ਗਿਆ ਯਾਰ। ਹੱਲ ਕਰਨਾ ਨਾ, ਇਹਨੂੰ ਵੇਖ ਕੇ ਭੌਂਕਦੇ ਹੀ ਬੜਾ ਨੇ ਉਹ। ਓਏ ਇਹਦਾ ਸਦਰ ਨੂੰ ਕੱਲੋ, ਇਹ 3 ਸਾਲ ਹੋ ਗਏ ਨੇ ਡਰਾਮਾ ਲਾਇਆ ਤੁਹਾਨੂੰ ਹੋਇਆ ਪਤਾ ਬਗੈਰਤ ਹੈ, ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੋ ਗਿਆ। ਇਹ ਸਦਰ ਸਾਹਿਬ ਜਾ ਰਹੀ ਹੈ, ਸਦਰ ਸਾਹਿਬ ਜਾ ਰਹੀ, ਟੈਨਸ਼ਨ ਨਾ ਲਓ। ਥੱਲੇ ਯੂਜ਼ਰ ਸਾਹਿਬ ਆਏ ਨੇ, ਯੂਜ਼ਰ ਸਾਹਿਬ ਮੈਂ ਅੱਜ ਘੰਟਾ ਕੁ ਮਸਰੂਫ ਹਾਂ। ਕਿਹੜੇ ਯੂਜ਼ਰ ਸਾਹਿਬ ਥੱਲੇ ਕਹ ਰਹੇ ਮੇਰੀ ਮਜਲਿਸ ਚੋਂ ਹੈ, ਤੇ ਇਹ ਯੂਜ਼ਰ ਸਾਹਿਬ ਉੱਤੇ ਆਓ, ਉੱਤੇ ਆਓ। ਮੈਨੂੰ ਚਲੋ ਸਹੀ ਹੈ, ਮੈਨੂੰ ਫੋਨ ਘਮਾਣੇ ਘੱਟ ਪੈਣਗੇ। ਜੇ ਕੋਈ ਬੰਦਾ ਹੈ ਨਾ ਇਹਦੀ ਜਮਾਤ ਦਾ, ਇਹਦੀ ਜਮਾਤ ਦਾ ਜਿਹੜਾ ਬੰਦਾ ਹੈ, ਉਹ ਬੰਦਾ ਆਏ ਉੱਤੇ। ਠਹਿਰੋ ਯਾਰ, ਮੈਨੂੰ ਗੱਲ ਇਹਦੀ ਜਮਾਤ ਦਾ ਜਿਹੜਾ ਕੋਈ ਬੰਦਾ ਹੈ ਨਾ, ਉੱਤੇ ਆਏ, ਠੀਕ ਹੈ। ਇਹਦੇ ਸਦਰ ਦਾ ਨੰਬਰ ਨਹੀਂ ਤੇ ਮੇਰੇ ਨਾਲ ਇਨਬਾਕਸ 'ਚ ਰਾਬਤਾ ਕਰੇ, ਠੀਕ ਹੈ। ਇਹਦਾ ਤੇ ਮੈਂ ਕੱਟਾਂ ਕਢਾਵਾਂ। ਪਿਆਰੇ ਭਾਈ, ਮੈਂ ਤੇਰੇ ਕੋ ਪਿੱਛੇ ਜੇ ਹਫਤਾ ਹੋ ਗਿਆ ਨੰਬਰ ਲਿਆ ਸੀ, ਉਦੋਂ ਵੀ ਇਹਨੇ ਇੰਨੀ ਕੁ ਗਾਲ ਖਾਦੀ ਸੀ, ਮੈਂ ਹੱਥ ਜੋੜ ਕੇ ਉਹਨੂੰ ਥੱਲੇ ਲਾਇਆ। ਮੈਂ ਕਿਹਾ ਤੂੰ ਸਾਡਾ ਵੱਡਾ ਭਰਾ ਹੈ ਯਾਰ, ਇੰਜ ਨਾ ਕਰ। ਓਏ ਵੱਡਾ ਭਰਾ ਨਹੀਂ, ਇਹਦਾ ਨਾਂ ਰੱਖੋ ਨਜ਼ੀਰ ਬਗੈਰਤ। ਤੇਰੇ ਕੋਲ ਨੰਬਰ ਲੈ ਕੇ ਮੈਨੂੰ ਫੋਨ ਕੀਤਾ, ਤੇ ਅੱਗੇ ਹੱਥ ਜੋੜੇ। ਮੈਂ ਕਿਹਾ ਤੇਰੀ ਆਵਾਜ਼ ਨਹੀਂ ਜਾਂਦੀ। ਉਹ ਕੁੱਤਿਆਂ ਨੂੰ ਤੇ ਚਾਹੀਦਾ ਇਹੋ ਜਿਹਾ ਕੁੱਤਾ, ਕੋਈ ਭੈਣ ਭੌਂਕਣ ਵਾਲਾ ਫਾਇਦਾ ਕੋਈ ਨਹੀਂ। ਉਹਦੇ ਹਰਾਮੀ ਨੇ ਜਿਹੜੇ, ਉਹ ਤੇ ਕਿਤੇ ਪਤਾ ਨਹੀਂ ਗੰਦੀ ਨਸਲ ਦੇ ਕੀੜੇ, ਜਿਹੜੇ ਬੰਦਾ ਲੱਭਦੇ ਨੇ, ਉਹਦੇ ਉੱਤੇ ਭੌਂਕੀਏ ਮਾਈਕ ਲਾ ਕੇ। ਮੈਂ ਤੇ ਅਮਰਜੀਤ ਨੂੰ ਦਿਮਾਗ ਖਰਾਬ ਕੀਤਾ ਇਹਨੂੰ। ਮੈਂ ਕਿਹਾ ਤੂੰ ਕਰਾਚੀੋਂ ਬੰਦੇ ਲੈ ਕੇ ਹਿੰਦ ਸਿੰਘ ਅਮਰੀਕਾ ਤੋਂ ਆਏ ਨੇ, ਤੇਰੇ ਮਾਈਕ ਵਾੜ ਛੜਿਆਣ। ਤੂੰ ਹੁਣ ਮਾਈਕ ਲਾਉਣਾ, ਕੋਈ ਬੰਦਾ ਸਾਡਾ ਲਾਈਵ ਉੱਤੇ ਬੈ ਕੇ ਨਾਦਰ ਭਾਈ ਜਿਹੜੇ ਨੇ ਉਹ ਯੂਜ਼ਰ ਸਾਹਿਬ ਗੱਲ ਸੁਣ ਲਓ ਯੂਜ਼ਰ ਸਾਹਿਬ, ਤੁਸੀਂ ਇੱਕ ਤੇ ਮੈਨੂੰ ਆਪਣਾ ਨੰਬਰ ਸੈਂਡ ਕਰ ਦਿਓ, ਦੂਸਰਾ ਜੇ ਤੁਹਾਡੇ ਕੋਲ ਆਪਣਾ ਨੰਬਰ ਨਹੀਂ ਹੈ ਕੋਈ ਮਸਲਾ ਨਹੀਂ, ਮੈਨੂੰ ਸਿਰਫ ਇਹਦੇ ਨੰਬਰ, ਇਹਦਾ ਤੁਹਾਡਾ ਨਾਮ ਹੀ ਨਹੀਂ ਆਏਗਾ, ਇਹਦੇ ਸਦਰ ਦਾ ਨੰਬਰ ਦਿਓ, ਮੈਂ ਇਹਦੇ ਸਦਰ ਤੱਕ ਵੀਡੀਓ ਪਹੁੰਚਾਵਾਂ ਸਾਰੀਆਂ, ਠੀਕ ਹੈ। ਜਦੋਂ ਜਾਂਦਾ ਨਾ ਲਿਲਾਂਗੇ, ਆਸਟ੍ਰੇਲੀਆ ਰਹਿੰਦਾ ਉੱਥੋਂ ਲਿਲਾਂਗੇ। ਉਹ ਯਾਰ ਉਹ ਤੇ ਫੋਨ ਹੀ ਘਮਾੜੇ ਪੈਣੇ ਨਾ, 4 ਨੰਬਰ ਲੱਭ ਜਾਏਗਾ, ਕੋਈ ਮਸਲਾ ਨਹੀਂ। ਇਹ ਵੇ ਕਿ ਇਹਨੂੰ ਜਿਹੜਾ ਨਾ, ਇਹਨੂੰ ਹੁਣ ਇਹਦੇ ਮਗਰ ਹੋਈਓ ਸਾਰੇ ਜਣੇ ਇਹਦੇ ਮਗਰ ਹੋਈਓ। ਇਹ ਜਦੋਂ ਜਿੱਥੇ ਲੱਭੇ ਨਾ, ਇਹਨੂੰ ਫੜ ਕੇ ਆਹੀ ਵੀਡੀਓ ਸੁਣਾਣੀ ਹੈ, ਇਹਨੂੰ ਆਖਣਾ ਬਗੈਰਤਾ। ਓਏ ਬਗੈਰਤਾ, ਤੇਰੀ ਗੈਰਤ ਕਿਸ ਤਰ੍ਹਾਂ ਗਵਾਰਾ ਕੀਤੀ ਹੈ ਇੰਨੀ ਦੇਰ ਉੱਥੇ ਬਹਿ ਕੇ ਗਾਲਾਂ ਖਾਣ ਦੀ, ਸਹੀ ਹੈ। ਏਡੇ ਕਮੀਨੇ ਇਨਸਾਨ, ਏਡੇ ਬਗੈਰਤ ਲਾ ਕੇ ਇਹਨਾਂ ਨੇ ਭਾਵੇਂ ਘਰ ਟੰਗ ਕੇ ਆਏ ਆ। मैं घर से आया हूँ, मैं काम के आया हूँ, मुझे आले ने काम तो आया, तू बगैरती मचा के आया हर जगह थे। सवेर दा घरों बाहर निकले आसा बगैरती वास्ते निकले आसा। तेरे अंदर गैरत नाम की चीज ही कोई नहीं है। तू निकल पुत्र हूं बाहर, तेनू मैं वेना वा, ठीक है।
ਆਉਣ ਲੱਗਾ ਤੇਰੇ ਸਦਰ ਦਾ ਨੰਬਰ, ਤੇਰੇ ਸਦਰ ਤੱਕ ਕੋਈ ਪਹੁੰਚਾਣੇ ਆ ਗੱਲ। ਤੂੰ ਜਿਹੜੀ ਬਗੈਰਤੀ ਸ਼ੁਰੂ ਕੀਤੀ ਏ ਤੇ ਸ਼ਰਮ ਹੀ ਆਈ ਮੁੱਕ ਗਈ ਏ। ਉਹ ਤਾਂ ਬਗੈਰਤ ਨੇ, ਉਹਨਾਂ ਨੂੰ ਤਾਂ ਚਾਹੀਦਾ ਭਾਬੀ ਸੂਰਾਂ ਨੂੰ 3 ਯਾਰ ਸਾਲ ਹੋ ਗਏ ਉਹ ਤਰਸਦੇ ਨੇ ਪੈਸੇ। ਹਾਂ ਭੈਣ ਦੀ ਸੀਰੀਅਸ ਯਾਰ ਇਸ ਬੰਦੇ ਪਿੱਛੇ ਮੈਂ ਮੀਆਂ ਸਾਹਿਬ ਨਾਲ ਲੜਿਆ। ਮੈਂ ਇਹਦੇ ਪਿੱਛੇ, ਇਸ ਸੂਰ ਪਿੱਛੇ, ਆ ਜਿਹੜਾ ਸਾਡਾ ਸੂਰ ਹੈ ਨਜ਼ੀਰਾ ਸੂਰ, ਇਹਦੇ ਪਿੱਛੇ ਮੈਂ ਮੀਆਂ ਸਾਹਿਬ ਨਾਲ ਲੜਾਈ ਕੀਤੀ ਸੀ। ਮੈਂ ਕਿਹਾ ਮੀਆਂ ਸਾਹਿਬ ਇਹਨੂੰ ਨਾ ਰੋਕਿਆ ਕਰੋ, ਬੜੇ ਪਿਆਰ ਨਾਲ ਗੱਲਾਂ ਕਰਦਾ, ਠੀਕ ਹੈ, ਲੇਕਿਨ ਯਾਰ ਚੰਗੀ ਤੂੰ ਪਿਆਰ ਨਾਲ ਗੱਲ ਕਰਨ ਡਿਆ, ਉੱਥੇ ਉਹ ਗਾਲਾਂ ਕੱਢਣ ਡੇ ਨੇ, ਤੂੰ ਗਾਲਾਂ ਸੁਣਨ ਡਿਆ ਕਾਜੀ, ਤੂੰ ਤਬਲੀਗ ਕਰਨ ਡਿਆ ਹੈ। ਮੈਂ ਅੱਲਾਹ ਤਾਲਾ ਕੋ ਪਹੁੰਚਾਣੀ ਗੱਲ, ਤੇ ਅੱਲਾਹ ਤਾਲਾ ਨੂੰ ਮਾਂ ਦੇ ਮੇਰੇ ਨੂੰ ਸੁਣ ਲੱਗਾ ਸਾ, ਉੱਥੇ ਕਮਰੇ 'ਚ ਜਾ ਕੇ ਵੜ ਕੇ ਅੱਲਾਹ ਤਾਲਾ ਨੂੰ ਸੁਣਾ। ਸਾਨੂੰ ਕਿਆ ਲਈ ਸੁਣਾਉਣ ਡਿਆ ਫਿਰ ਗਾਲਾਂ? ਅੱਲਾਹ ਤਾਲਾ ਨੇ ਕਰਨੀ ਹੈ, ਜਾ ਮਾਰੀ ਜਾ, ਕਿਤੇ ਜਾ ਕੇ ਕਬਰ 'ਚ ਵੜ ਕੇ ਸਮਝਾਈ, ਜਾ ਕੇ ਕਬਰ 'ਚ ਵੜ, ਉੱਥੇ ਮਾਰ ਕਬਰ। ਉਹ ਚੱਲ ਇਹ ਵੀ ਸਾਡਾ ਵੀ ਨਹੀਂ ਠੀਕ ਦਾ, ਜਿਹੜਾ ਬਸ਼ਰਮ ਜਿਹੜਾ ਮਾਈਕ ਲਾ ਲੈਂਦਾ ਨਜ਼ੀਰਾ, ਉਹ ਜਿਹੜਾ ਦੂਜਾ ਹਰਾਮੀ ਆ ਭਾਬੀ ਉਹ ਸੂਰ ਨੇ ਮਾਈਕ ਲਾਂਦਾ ਉਹਨੂੰ ਵੇਖੋ ਨਾ, ਕਿਉਂ ਸਾਡੇ ਸਾਹਮਣੇ ਕਿਉਂ ਨਹੀਂ ਲਾਂਦਾ ਮਾਈਕ? ਸਾਡੇ ਸਾਹਮਣੇ ਕਿਉਂ ਨਹੀਂ ਲਾਂਦਾ? ਉਹਨੂੰ ਆਖੋ ਮੇਰੇ ਸਾਹਮਣੇ ਲਾਏ। ਇੱਥੋਂ ਉਹਦਾ ਪਿਓ ਵੇ ਉਸਦ ਡੀਜੇ, ਇਹਨਾਂ ਸਾਰਿਆਂ ਨੂੰ ਮਾਈਕ ਸਮਝਾਉਣ ਵਾਲਾ ਉਹ ਸੀ। ਉਹ ਭੈਣ ਮੈਨੂੰ ਸੁਣ ਲੱਗਾ ਸੀ, ਉਹਨੂੰ ਨਹੀਂ ਸੀ ਇੱਥੇ ਰਹਿਣ ਦਿੱਤਾ, ਉਹਨੂੰ ਨਠਾਇਆ ਸੀ ਬਿਸਤ ਕਰਕੇ, ਤੇ ਉਹਦਾ ਮਾਈਕ ਨਹੀਂ ਚੱਲਣ ਦਿੱਤਾ। ਤੇ ਤੁਸੀਂ ਤੇ ਫਿਰ ਕੱਲ ਤੇ ਜੰਮੇ ਹੋ। ਮਾਈਕ ਬੜੇ ਬੜੇ ਵੱਡੇ ਵਾਰਡ ਛੜੇ ਸਨ ਪਿਛਾਂ ਨੂੰ, ਠੀਕ ਹੈ, ਇਹ ਤੇ ਕੱਲ ਦੇ ਜੰਮੇ ਨੇ। ਉਹ ਸਾਡੇ ਸਾਹਮਣੇ ਨਹੀਂ ਮਾਈਕ ਯੂਜ਼ ਕਰਦੇ। ਕਿਉਂ ਨਹੀਂ ਕਰਦੇ? ਉਹਨਾਂ ਨੂੰ ਪਤਾ ਭਾਈ ਇਹਨਾਂ ਨੇ ਫਾੜ ਕੇ ਸਾਡੇ ਵਾਰਡ ਛੜਨੇ, ਜਿੱਥੋਂ ਅਸੀਂ ਨਿਕਲੇ ਆ ਉੱਥੇ ਹੀ ਇਹ ਵੜਿਆ ਹੁੰਦਾ ਉੱਥੇ ਜਾ ਕੇ ਉਹਨਾਂ ਦੀ ਕੁੱਛ 'ਚ। ਜਦੋਂ ਮੈਂ ਪਿਛਲੇ ਦਿਨਾਂ 'ਚ ਤੈਨੂੰ ਸਮਝਾਇਆ, ਬਗੈਰਤ ਨਜ਼ੀਰਾ ਉਹ ਸੂਰਾ, ਉਹ ਹਜ਼ਰਤ ਮਿਰਜ਼ਾ ਬਸ਼ੀਰੁद्दीन महमूद अहमद साहब ने खुदा दी कसम गोल्डन वर्ड बोले सन इन्हां लोकां वास्ते, ठीक है। ਉਹਨੇ ਆਖਿਆ ਸੂਰ ਵਾਂਗੂ ਹਮਲਾ ਕਰਦੇ ਨੇ, ਜਾ ਕੇ ਨੇਜ਼ੇ 'ਚ ਸਿਰ ਮਾਰਦੇ ਨੇ। ਆ ਸੂਰ ਇਹਨੂੰ ਪਤਾ ਹੀ ਨਹੀਂ, ਇਹਨੂੰ ਅਕਲ ਮੌਤ ਹੀ ਨਹੀਂ ਹੈ। ਉਹ ਬਿਲਕੁਲ ਠੀਕ ਕਿਹਾ ਸੀ ਮਿਰਜ਼ਾ ਬਸ਼ੀਰੁद्दीन महमूद अहमद ਸਾਹਿਬ ਨੇ, ਠੀਕ ਹੈ, ਕਿ ਸੂਰਾਂ ਵਾਂਗੂ ਹਮਲਾ ਕਰਦੇ ਨੇ, ਜਾ ਕੇ ਨੇਜ਼ੇ 'ਚ ਸਿਰ ਮਾਰਨ ਦੇ ਆ। ਉਹ ਰੋਣ ਡੇ ਨੇ, ਚੀਖਣ ਡੇ ਨੇ ਸੂਰ, ਉੱਥੇ ਬਹਿ ਕੇ ਜ਼ਿਆ ਸੂਰ ਤੇ ਦੂਜਾ ਸੂਰ, ਉਹ ਰੋਣ ਡੇ ਨੇ, ਲੱਭਣ ਡੇ ਨੇ ਕਿ ਯਾਰ ਕੋਈ ਬੰਦਾ ਲੱਭ ਜੇ, ਕੋਈ ਅਸੀਂ ਆਪਣੀ ਜ਼ਬਾਨ ਦੀ ਖਾਰਿਸ਼ ਮਿਟਾ ਲਈਏ। ਤੇ ਉਹ ਜਿਹੜਾ ਭਾਬੀਆਂ ਦਾ ਗੰਦਾ ਖੁਦਾ ਦੀ ਜਿਹੜੀ ਗਾਲਾਂ ਕੱਢਦਾ, ਬੁੰਡ ਮਰਵਾਉਂਦਾ, ਜਿਹੜਾ ਲਿਖਿਆ ਮਾਮਾ ਮਦਰ ਦਾ ਖਾਨ ਬਰੇਲਵੀ ਨੇ, ਉਹਦੀ ਤਬਲੀਗ ਜਿਹੜੀ ਉਹ ਦੱਸ ਦਈਏ ਲੋਕਾਂ ਨੂੰ, ਠੀਕ ਹੈ। ਉਹ ਤਰਸਣ ਡੇ ਸਨ, ਰੋਣ ਡੇ ਸਨ, ਆਪਸ ਵਿੱਚ ਟੱਕਰਾਂ ਮਾਰਨ ਡੇ ਨੇ, ਠੀਕ। ਇਹ ਗਿਆ ਜਾ ਕੇ ਨੇਜ਼ੇ 'ਚ ਸਿਰ ਮਾਰਤਾ ਸੀ। ਉਹਨਾਂ ਅਫਜ਼ਲ ਵੜੈਜ ਦਾ ਗੁੱਸਾ ਅੱਜ ਇਹਦੇ ਤੇ ਕੱਢਿਆ। ਉਹ ਅਫਜ਼ਲ ਵੜੈਜ ਨੂੰ ਦਿਲ 'ਚ ਗਾਲਾਂ ਕੱਢਣ ਡੇ ਸਨ। ਇਹ ਗਿਆ ਜਾ ਕੇ ਆਪ 112 ਜਿਹੜੇ ਅਫਜ਼ਲ ਵੜੈਜ ਨੇ ਜੁੱਤੀਆਂ ਮਾਰੀਆਂ, ਬੇਸ਼ੱਕ ਉਹ ਜਿਹੜਾ ਮਰਜ਼ੀ ਹੈ, ਉਹ ਜੋ ਮਰਜ਼ੀ ਉਹਨੇ ਧੋਤਾ ਹੈ। ਉਹਨੇ ਆਖਿਆ ਮੇਰੀ ਕੁੜੀ ਨਾਲ ਦਾ ਹੀ ਮੈਨੂੰ ਨਿਕਾਹ ਕਰਨਾ, ਨਜ਼ੀਰਾ ਹਰਾਮੀ। ਉਹਨੇ ਇਹ ਗੱਲ ਆਖੇ ਨੇ, ਯਕੀਨ ਕਰ। ਉਹਨੇ ਆਖਿਆ ਮੈਨੂੰ ਕੋਈ ਇਹ ਐਮ ਨਹੀਂ ਅਜੇ ਤੱਕ ਆਖਿਆ ਮੈਂ ਤੇਰੀ ਕੁੜੀ ਨਾਲ ਕੁਝ ਕਰਾਂ, ਤੇ ਮੇਰੀ ਕੁੜੀ ਦਾ ਨਿਕਾਹ ਕਰਾਂਦਾ ਫਿਰ ਤਾਂ ਹਰਾਮੀ। ਆ ਜਿਹੜਾ ਹਰਾਮੀ ਤੈਨੂੰ ਪਤਾ ਹੀ ਜਿਹੜਾ ਬਲਦੋ ਜਨਾ ਗਲੀ ਦਾ ਕੁੱਤਾ ਹੈ, ਉਹ ਤਾਂ ਹੈ ਹੀ ਹਰਾਮ ਯਾਰ। ਇੰਤਹਾ ਦੀ ਬਗੈਰਤੀ ਹੋ ਗਈ ਹੈ ਐਸ ਨਜ਼ੀਰੇ ਦੀ। ਆਖਰ ਆਈ ਹੋਈ ਹੈ ਜਿਹੜੀ ਉਹਨਾਂ ਕੋਲ ਬਰਬਾਦ ਚਲਾ ਜਾਂਦਾ ਹੈ ਬੰਦਾ ਯਾਰ ਹਰ ਦੂਜੇ ਤੇ। ਨਹੀਂ ਚਲੋ ਕੋਈ ਨਹੀਂ, ਮਸਲਾ ਹੀ ਇਹਤਰਾਮਨ ਦੱਸ ਦਿੰਨੇ ਆ ਕਿ ਸਰ ਨਜ਼ੀਰ ਸਾਹਿਬ ਜਿਹੜਾ ਵੀ ਇਹਨਾਂ ਚੋਂ ਹਰਾਮੀ ਨਜ਼ਰ ਆਉਂਦਾ ਨਾ, ਉਹਨੂੰ ਟੰਗੋ ਯਾਰ ਉਸ ਹਰਾਮੀ ਨੂੰ ਯਾਰ। ਨਹੀਂ ਯਾਰ ਮੇਰੀ ਗੱਲ ਸੁਣ, ਜਦੋਂ ਤੇਰੀ ਆਵਾਜ਼ ਹੀ ਨਹੀਂ ਆਉਣ ਡਈ, ਆਵਾਜ਼ ਹੀ ਨਹੀਂ ਆਉਣ ਡਈ ਤੇਰੀ, ਠੀਕ ਹੈ, ਤੂੰ ਉੱਥੇ ਚੀਕੀ ਜਾ, ਕਿੰਨਾ ਕੁ ਦੇਰ ਚੀਕੇਗਾ, ਕਿੰਨੀ ਕੁ ਦੇਰ ਚੀਕੇਗਾ? ਆ ਤਾਹਰ ਅਠਵਾਲ ਸਾਹਿਬ ਉਦਣ ਹੋ ਕੇ ਆਇਆ ਸਰ, ਮੈਂ ਆ ਕੇ ਦੱਸਿਆ ਮੇਰੀ ਬਰਾੜ ਚ ਆਏ ਨੇ, ਮੈਂ ਤਾਹਰ ਸਾਹਿਬ ਤੁਹਾਡੀ ਆਵਾਜ਼ ਥੱਲੇ ਨਹੀਂ ਜਾਂਦੀ ਬਈ। ਆਂਦੇ ਹਨ ਚਲੋ ਠੀਕ ਹੈ, ਮੈਨੂੰ ਪਤਾ ਚੱਲ ਗਿਆ, ਮੈਨੂੰ ਤਾਂ ਪਤਾ ਨਹੀਂ ਹੈ। ਤੇ ਮੈਂ ਇਹਨਾਂ ਨੂੰ ਸਮਝਾਇਆ, ਭਾਈ ਜੀ ਨਹੀਂ ਗਏ। ਉਹ ਨਜ਼ੀਰੇ ਨੂੰ ਉਦਣ ਵੀ ਸਮਝਾਇਆ, ਉਹ ਬਗੈਰ ਤਾਂ ਤੇਰੀ ਆਵਾਜ਼ ਨਹੀਂ ਜਾਂਦੀ ਥੱਲੇ, ਤੂੰ ਭੌਂਕੀ ਜਾਣਾ, ਉਹ ਗਾਲਾਂ ਕੱਢੀ ਜਾਂਦੇ ਨੇ, ਨਹੀਂ ਤੇਰੀ ਆਵਾਜ਼ ਥੱਲੇ ਜਾਣ ਦਿੰਦੇ ਉਹ ਸੂਰ। ਤੂੰ ਉਹਨਾਂ ਸੂਰਾਂ 'ਚ ਜਾ ਕੇ ਸੂਰ ਬਣਿਆ। ਤੇਰਾ ਪੁੱਤਰ ਮੈਂ ਤੇਰੇ ਪਿੱਛੇ ਆ, ਤੂੰ ਨਿਕਲ, ਕਿੱਥੇ ਨਿਕਲੇਗਾ? ਤੂੰ ਨਿਕਲ ਪੁੱਤਰ, ਕਿੱਥੇ ਨਿਕलेगा? कितने जाकर रुकेगा? मैं वेना वा तेन तू, मैं अल्लाह को शनानी मेरी ऊपर जाएंगी, वो ऊपर जाएंगे, तू मारे उत्ते जाके अल्लाह नू सुना, सानू ना सुना। एडा बगैरत सूर है सूर, ठीक है। ये वास्ते मसीह मिर्जा बशीरुद्दीन महमूद अहमद साहब कह गए ने कि सूर है, ये जाके नेज़े च फिर देंडे है, ठीक है। तू सूर है, तेनू नज़ीरे सूर अज तो बाद कहना करना। दिमाग खराब किया, यकीन मान मेरा दिमाग फटन ते आ गया जो मैं यह वीडियो वेखी है, ठीक है। दिमाग मेरा फटन दिया, मैं उंज लाइव ही नहीं चलानी है, इस डंगर रास्ते मैं लाई है लाइव।
ਕਿ ਡੰਗਰਾ ਇਹ ਕੰਮ ਛੱਡ ਛੱਡ, ਤੈਨੂੰ ਉਦੋਂ ਵੀ ਸਮਝਾਇਆ ਸੀ, ਤੇਰੇ ਤਰਲੇ ਪਾਏ ਸਨ, ਤੇਰੇ ਹੱਥ ਜੋੜੇ ਸਨ ਕਿ ਨਜ਼ੀਰ ਸਾਹਿਬ ਨਾ ਕਰਿਆ ਕਰ ਕੰਮ। ਉਹ ਮੌਲਵੀ ਸਾਹਿਬ ਆਂਦੇ ਰਹਿਣ ਦੋ, ਨਾ ਮੋੜੋ ਸੋ। ਇੰਨੀ ਜਹਾਲਤ ਸਹੀ ਹੈ। ਕਰੋ ਗੱਲਬਾਤ ਇੱਕ ਮਿੰਟ ਮੈਂ ਹੁਣ। ਉਹ ਸੂਰ ਆਕੜੇ ਫੇਰਦੇ ਨੇ, ਉਹ ਕੋਈ ਬੰਦਾ ਲੱਭਦੇ ਨੇ, ਸੂਰ ਹਰਾਮੀ ਸੂਰ ਜਿਹੜੇ ਨੇ ਉਹ ਤੇ ਆਪਣਾ ਕੱਢਣ ਲਈ ਇਹ ਚਲਾ ਜਾਂਦਾ ਜੀ, ਆ ਲੋ ਮੈਨੂੰ ਮੈਂ ਪੇਸ਼ ਕਰ ਰਿਹਾ, ਮੈਨੂੰ ਮੇਰੇ ਤੇ ਕੱਢ ਦੋ ਜੋ ਜਿਹੜੀ ਸ਼ੈ ਕੱਢਣੀ। ਉਹ ਬਗੈਰ ਤਾਂ ਤੈਨੂੰ ਸ਼ਰਮ ਹੀ ਨਹੀਂ ਆ ਰਹੀ। 3 ਸਾਲ ਹੋ ਗਏ ਨੇ ਤੈਨੂੰ, ਹਰ ਬੰਦੇ ਨੇ ਸਮਝਾ ਦਿੱਤਾ ਹੈ। $300 ਤੂੰ ਅੱਗੇ ਔਰ ਯੂਰੋ ਤੂੰ ਮੰਜੀ ਟੁਕਾਈ ਉਹ ਜਾ ਕੇ, ਨਾ ਤੈਨੂੰ ਕੋਈ ਪਤਾ ਹੈ ਨਾ ਤੈਨੂੰ ਕੋਈ ਸੋੜੇ। ਉਹ ਹਰਾਮੀ ਨੇ, ਉਹ ਤੇ ਐਸੇ ਹਰਾਮੀ ਨੇ ਜਿਹੜੇ ਨਬੀ ਪਾਕ ਸੱਲੱਲਾਹੁ अलैहि वसल्लम जैसी ਜ਼ਾਤ ਪਾਕ ਜ਼ਾਤ ਨੂੰ ਬੁਰਾ ਭਲਾ ਕਹਿਣ ਵਾਲਿਆਂ ਨੂੰ ਆਪਣੇ ਕੋਲ ਬਿਠਾਉਣ ਵਾਲੇ ਉਹ ਹਰਾਮੀ ਨੇ ਯਾਰ। ਹਾਂ ਨਜ਼ਰ ਨਹੀਂ ਆਉਂਦਾ? जोसेफ मसीह हो गया, बनी इसराइल हो गए, सारे उन्होंने यार ने हरामियां दे। अहले तशीह नजफ अब्बास हो गया, बहरीन हो गया, एक गंदियां गालां कढदे ने हजरत उमर नू, हजरत अबू बकर नू, हजरत उस्मान नू, उन्हां दी अज़वाजे रसूल सल्लल्लाहु अलैहि वसल्लम नू, उन्हां नू कोल बिठांदा है। ਸਾਡੇ ਕੋਲ ਰਿਕਾਰਡਿੰਗਾਂ ਮੌਜੂਦ ਨੇ। ਉਹ ਸੀਕਰ ਵੰਗਰਾ ਬੰਦਾ 1,24,000 ਪੈਗੰਬਰਾਂ ਦੇ ਉੱਤੇ ਪੜਨ ਵਾਲੇ ਦਰੂਦ ਨੂੰ ਕਹਿ ਰਿਹਾ ਕਿ ਮੇਰੀ ਰਫਾ ਹਾਜਤ ਵਾਲੀ ਜਗ੍ਹਾ ਵਿੱਚ ਪਾ ਦਿਓ। ਉਹਨੂੰ ਉਹ ਕੋਲ ਬਿਠਾਉਂਦਾ ਹੈ ਤੇ ਤੂੰ ਉੱਥੇ ਤਬਲੀਗ ਕਰਨ ਚਲਾ ਜਾਂਦਾ। ਤੈਨੂੰ ਬੜੀ ਆਖਰੀ ਤੇ ਅਖੀਰ ਤਬਲੀਗ ਆਈ ਹੋਈ ਹੈ ਤੈਨੂੰ ਯਾਰ, ਤੇ ਉੱਥੇ ਜਾ ਕੇ ਤੂੰ ਗਾਲਾਂ ਸੁਣਦਾ, ਬਦਤਮੀਜ਼ੀਆਂ ਸੁਣਦਾ ਸੂਰਾਂ ਦੀਆਂ। ਉਹ ਇਹਨਾਂ ਸੂਰਾਂ ਨੂੰ 100 ਸਾਲ ਪਹਿਲੋਂ ਅਹਿਮਦ ਰਜ਼ਾ ਬਰੇਲਵੀ ਪਹਿਚਾਨ ਗਿਆ ਸੀ। ਉਹਨੇ ਆਖਿਆ ਸੀ ਇਹ ਹਰਾਮੀ ਨੇ, ਸੂਰਾਂ ਦੇ ਸੂਰ ਨੇ, ਜਹੰਨਮ ਦੇ ਕੁੱਤੇ ਨੇ ਵਾਬੀ। ਇਹਨਾਂ ਦੇ ਤਾਂ ਖੁਦਾ ਨੂੰ ਉਹਨੇ ਕਿਹਾ ਸੀ ਕਿ ਇਹਨਾਂ ਦਾ ਖੁਦਾ ਵੀ ਨਹੀਂ ਸਹੀ। ਜਿਹੜਾ ਜਿਸ ਖੁਦਾ ਦਾ ਕਨਸੈਪਟ ਇਹ ਵਾਬੀ ਲਾ ਕੇ ਬੈਠੇ ਨੇ ਨਾ, ਉਹਨੇ ਕਿਹਾ ਸੀ ਉਸ ਕਨਸੈਪਟ ਦੇ ਹਿਸਾਬ ਨਾਲ ਇਹਨਾਂ ਦਾ ਜਿਹੜਾ ਖੁਦਾ ਹੈ ਨਾ ਉਹ ਲੂਤੀ ਹੈਗਾ ਏ, ਉਹ ਮੁਖੰਨਸ ਹੈਗਾ ਏ। ਇਹ ਇਸਲਾਮ ਦੇ ਵਿੱਚ ਜਿੰਨਾ ਫਸਾਦ ਪਾਇਆ ਹੈ ਨਾ, ਇਹ ਵਹਾਬੀ ਸੂਰਾਂ ਨੇ ਪਾਇਆ ਹੈ। ਜਿੰਨੇ ਕਤਲੋ ਗਾਰਤ, ਜਿੰਨਾ ਰੇਪ ਹੋਇਆ ਮੁਸਲਮਾਨ ਔਰਤਾਂ ਦਾ, ਜਿੰਨਾ ਇਸ ਵਜ੍ਹਾ ਤੋਂ ਕਿ ਯਜ਼ੀਦ ਦੇ ਫਾਲੋਅਰ ਨੇ, ਯਜ਼ੀਦ ਦਾ ਜਿਹੜਾ ਵਾਕਿਆ ਹੋ ਰਿਹਾ ਹੈ ਉਹਨੂੰ ਇਹ ਐਪਰੀਸ਼ੀਏਟ ਕਰਦੇ ਨੇ। ਵਾਕਿਆ ਹੁਰਾ ਵਿੱਚ ਜਿਹਦੇ ਚ ਮਦੀਨਾ ਦੀਆਂ ਪਾਕਬਾਜ਼ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਸਨ ਯਜ਼ੀਦ ਦੀ ਆਰਮੀ ਨੇ। ਇਹ ਵਹਾਬੀ ਜਿਹੜੇ ਨੇ ਉਹਨੂੰ ਐਪਰੀਸ਼ੀਏਟ ਕਰਦੇ ਨੇ ਯਜ਼ੀਦ ਨੂੰ, ਉਹਨੂੰ ਯਜ਼ੀਦ ਨੂੰ ਅਲੈਹਿਸਲਾਮ ਕਹਿੰਦੇ ਨੇ। ਉਹ ਬਗੈਰ ਤਾਂ ਤੂੰ ਇਹਨਾਂ ਕੋਲ ਚਲਾ ਜਾਂਦਾ ਹੈ। ਇਹ ਸਾਡੇ ਨਾਲ 1 ਮਿੰਟ ਨਹੀਂ ਗੱਲ ਕਰ ਸਕਦੇ ਕੰਜਰ, ਇਹ ਵਹਾਬੀ ਸੂਅਰ 1 ਮਿੰਟ ਨਹੀਂ ਗੱਲ ਕਰ ਸਕਦੇ। ਤੂੰ ਉੱਥੇ ਚਲਾ ਜਾਂਦਾ ਬਗੈਰਤਾਂ ਦੇ ਕੋਲ। ਇਹ ਤਾਂ ਮੁਆਵੀਆ, ਹਜ਼ਰਤ ਮੁਆਵੀਆ, ਮਤਲਬ ਕਿ ਉਹ ਤਾਂ ਚਲੋ ਯਜ਼ੀਦ ਨੂੰ ਮੰਨਣ ਵਾਲੇ ਨੇ ਬਗੈਰਤ ਦੇ ਬੱਚੇ ਇਹ ਲੋਕੀ। ਉਹ ਇਹਨਾਂ ਨੂੰ ਤੇ ਪਾਕ ਅਹਿਲੇ ਬੈਤ ਦੀ ਇੱਜ਼ਤਾਂ ਦਾ ਖਿਆਲ ਨਹੀਂ ਹੈਗਾ, ਤੇ ਇਹ ਮਤਲਬ ਦੂਜੇ ਪਾਕਾਂ ਦਾ ਕੀ ਖਿਆਲ ਰੱਖਣਗੇ? ਉਹ ਤਾਂ ਉਹਨਾਂ ਦੇ ਮੁਨਕਰ ਹੈਗੇ ਨੇ। ਉਹ ਕਈ ਹੈ ਸ਼ਰਮ ਨਹੀਂ ਆਉਂਦੀ? ਮੂੰਹ ਚੱਕ ਕੇ ਜਦੋਂ ਤੇਰਾ ਦਿਲ ਚਾਹਦਾ ਤੂੰ, ਤੈਨੂੰ ਸੁਬਹ ਉੱਠਦਾ ਤੂੰ ਫਾਕੇ ਦੀ ਸੂਰ ਦੇ ਨਾਲ ਜਾ ਕੇ ਵੱਜ ਜਾਂਦਾ ਤੂੰ, ਇਹ ਸੂਰਾਂ ਦੇ ਸੂਰ ਦੇ ਨਾਲ। ਉਹ ਵਹਾਬੀ ਸੂਰਾਂ ਦੇ ਸੂਰ ਨੇ ਇਹਨਾਂ ਦੀ ਅਜ਼ਾਨ ਦੇ ਵਿੱਚ ਭਾਈਓ ਅੱਲਾਹੁ ਅਕਬਰ ਦਾ ਉਹ ਨਜ਼ੀਰਿਆ, ਅੱਲਾਹੁ ਅਕਬਰ ਕਿਹਾ ਜਾਂਦਾ ਹੈ, ਪਾਕ ਰਸੂਲ ਦੀ ਗਵਾਹੀ ਦਿੱਤੀ ਜਾਂਦੀ ਏ। ਉਹ ਜਿਹੜੇ ਦੂਜੇ ਮੁਸਲਮਾਨ ਨੇ ਉਹ ਕਹਿੰਦੇ ਨੇ ਵਹਾਬੀ ਸੂਰਾਂ ਦੀ ਅਜ਼ਾਨ ਵੀ ਅਜ਼ਾਨ ਨਹੀਂ ਹੈਗੀ, ਉਹ ਸੂਰਾਂ ਦੀ ਅਜ਼ਾਨ ਹੈ, ਸੂਰਾਂ ਦੀ। ਤੂੰ ਤੇਰੀ ਅਕਲ ਨਹੀਂ ਕੰਮ ਕਰਦੀ ਯਾਰ। ਮੈਂ ਕਹਿੰਦਾ ਜਿਹੜਾ ਬੰਦਾ ਵੀ ਜਾਂਦਾ ਹੈ ਇਹਦੇ ਕੋਲ, ਅਮਰ ਖੰਜ਼ੀਰੇ ਕੋਲ, ਉਹਨੂੰ ਟੰਗੋ, ਉਸ ਬੰਦੇ ਨੂੰ ਟੰਗੋ, ਗੱਲ ਹੀ ਖਤਮ। ਜੇ ਕੋਈ ਹੋਰ ਨਹੀਂ ਟੰਗਦਾ ਮੈਂ ਟੰਗਾਂਗਾ। ਮੇਰੇ ਖਿਲਾਫ ਜਿਹਨੇ ਬਰਾੜ ਲੈਣੀ, ਜਿਹੜੇ ਮੈਨੂੰ ਗਾਲਾਂ ਕੱਢਣੀਆਂ, ਜਿਹੜੀ ਮੇਰੀ ਮਾਂ ਭੈਣ ਕਰਨੀ ਹੈ ਉਹ ਕਰੀ ਜਾਵੇ। ਸਾਫੀ ਸਾਹਿਬ ਮੇਰੀ ਗੱਲ ਸੁਣੋ। ਜਾਣ ਦੀ ਗੱਲ ਹੋ ਰਹੀ, ਠੀਕ ਹੈ, ਜਾਣ ਦੀ ਗੱਲ ਹੋ ਰਹੀ, ਲੇਕਿਨ ਤੁਹਾਡਾ ਜਾਣਾ ਨੁਕਸਾਨ ਪਹੁੰਚਾ ਰਿਹਾ ਉਹਨਾਂ ਨੂੰ, ਯਾਨੀ ਕਿ ਜਿਹੜੇ ਬੰਦੇ ਥੱਲੇ ਸੁਣ ਰਹੇ ਨੇ ਉਹਨਾਂ ਨੂੰ ਵੀ ਤੇ ਸਾਨੂੰ ਵੀ, ਜਿਹੜੇ ਬਾਹਰ ਬਹਿ ਕੇ ਵੇਖਣ ਦੇ ਹੁੰਦੇ ਨੇ, ਜਿਹੜੇ ਬਾਹਰ ਬਹਿ ਕੇ ਇੰਜੋਏ ਕਰ ਰਹੇ ਹੁੰਦੇ ਨੇ, ਕਿ ਉਹ ਆਪਸ 'ਚ ਕੁੱਤਿਆਂ ਵਾਂਗੂ ਲੜ ਰਹੇ ਸਨ, ਠੀਕ ਹੈ। ਉਹ ਸਵੇਰੇ ਉਹਨਾਂ ਨੂੰ ਚੰਗਾ ਟੀਕਾ ਭਰ ਕੇ ਉਹਨੇ ਲਾਇਆ ਸੀ, ਉਹਨੇ ਕੀ ਨਾਂ ਉਹਦਾ, ਅਫਜ਼ਲ ਵਲਾਇਤ ਨੇ, ਠੀਕ ਹੈ, ਉਹ ਭਰ ਕੇ ਲਾਇਆ ਸੀ। ਉਹਦੀ ਵਿਸ ਨਹੀਂ ਉਤਰੀ ਤੇ ਭਾਈਆਂ ਨੇ ਇਹ ਜਾ ਕੇ ਉੱਥੇ ਮਰਮ ਪੱਟੀ ਕਰ ਆਇਆ। ਐਡਾ ਇਹ ਸੂਰ ਏ, ਇਹ ਸੂਰਾਂ ਵਾਂਗੂ ਹਮਲਾ ਕਰਦਾ। ਫੇਰ ਆਂਦੇ ਨੇ ਗੱਲਾਂ ਕਰਦੇ ਨੇ, ਸਾਰੇ ਆਂਦੇ ਨੇ ਵੀ ਹੁਣ ਫੋਨ ਕਰ ਕਰਕੇ ਕਿ ਨਾ ਕਰ ਸੂ। ਭਾਈ ਮੈਨੂੰ ਇਹ ਦੱਸੋ ਕਿ ਜਿਹੜਾ ਬੰਦੇ ਨੇ ਆ ਵੀਡੀਓ ਸੁਣੀ, ਮੈਂ ਉਹਨੂੰ ਵੀਡੀਓ ਘਲਾਈਆਂ ਨੇ, ਨਜ਼ੀਰੇ ਨੂੰ ਵੀ ਮੈਂ ਘਲਾਈਆਂ ਨੇ, ਠੀਕ ਹੈ। अस्सलाम वालेकुम तारक साहब जी। अस्सलाम वालेकुम रहमतुल्लाह बरकातहू। वालेकुम सलाम। पता लगे दुनिया में। नहीं आ ठवाल साहब ने समझ लेने
ਇਹ ਕਿਸ ਭਾਈ ਦਾ ਜ਼ਿਕਰ ਖੈਰ ਹੋ ਰਿਹਾ ਜੀ? ਸਰ ਮੈਂ ਤੁਹਾਨੂੰ ਵੀਡੀਓ ਘੱਲ ਦਿਆਂਗਾ, ਠੀਕ ਹੈ। ਅੱਜ ਇਹ ਨਜ਼ੀਰੇ ਜਿਹੜੇ ਨੇ ਨਾ, ਨਜ਼ੀਰੇ ਬਿਲਾਲ ਸਾਹਿਬ, ਠੀਕ ਹੈ, ਇਹਨਾਂ ਨੇ ਕੀਤਾ ਕੀ ਹੈ ਕਿ ਉਹ ਗਏ ਨੇ ਅਮਨ ਨਜ਼ੀਰ ਸਾਹਿਬ ਕੋ। ਅਮਨ ਨਜ਼ੀਰ ਸਾਹਿਬ ਦਾ ਤੁਹਾਨੂੰ ਵੀ ਪਤਾ, ਉਹ ਮਾਈਕ ਸ਼ਾਈਕ ਲਾ ਕੇ ਤੇ ਕਿਸੇ ਦੀ ਉਹ ਸੂਰ ਵਾਲੀ ਫਿਤਰਤ ਦੇ ਨਾਲ ਕਿਸੇ ਦੀ ਆਵਾਜ਼ ਗਾਂ ਨੰਗਣ ਨਹੀਂ ਦਿੰਦਾ, ਆਉਣ ਨਹੀਂ ਦਿੰਦਾ ਥੱਲੇ। ਇਹ ਉੱਥੇ ਜਾ ਕੇ ਤੇ ਜੀ ਚਲੋ ਜੀ ਰਸੂਲullah ਇਹ ਉਹ ਕਰਦਾ ਹੀ ਪਿਆ। ਉਹਨਾਂ ਫੜ ਕੇ ਦੀ ਆਵਾਜ਼ ਬੰਦ ਕੀਤੀ ਹੈ। ਉਹਨਾਂ ਕੱਢ ਗਾਲਾਂ ਇਹਨੂੰ ਮਾਰ ਛਿੱਤਰ, ਗੂੰ ਦੇ ਭਰੇ ਛਿੱਤਰ ਮਾਰ ਕੇ ਉਹਨਾਂ ਇਹਨਾਂ ਨੂੰ ਕੁੱਤਾ ਬਣਾ ਕੇ ਇਹਨੂੰ ਥੱਲੇ ਲਾਇਆ, ਠੀਕ ਹੈ। ਥੱਲੇ ਲਾ ਕੇ ਤੇ ਫਿਰ ਉੱਤੇ ਚੜ ਗਿਆ, ਸਹੀ ਹੈ। ਆਂਦਾ ਪਿਆਰੇ ਭਾਈਓ, ਉਹ ਤੇਰੇ ਪਿਆਰੇ ਭਾਈਆਂ ਤੇ ਲਾਨਤ, ਤੇਰੇ ਪਿਆਰੇ ਭਾਈ ਕਹਿਣ ਦੇ ਉੱਤੇ ਲਾਨਤ, ਤੇਰੇ ਮਾਂ ਤੇ ਲਾਨਤ, ਤੇਰੇ ਪਿਓ ਤੇ ਲਾਨਤ, ਜਿਹਨੇ ਤੇਰੀ ਐਸੀ ਤਰਬੀਅਤ ਕੀਤੀ ਹੈ ਕਿ ਤੇਰੇ ਅੰਦਰ ਗੈਰਤ ही मुक गई है। फिर जाके गाला खा के जा कहन दिया प्यारे भाईओ बात सुनो, आप चीख क्यों रहे हो? वो तेरी मेरे मुंह सुन लगा सा एडी बगैरती एदी, मैनू इन्ना गुस्सा चढ़न दिया सी कि लानती इंसाना तेनू गाला कड्डन दे ने, तू अगो प्यारे भाई लाया कहदा तू ए जी मैं अल्लाह ताला नू सुना रहा सा, मैं थल्ले बंदा नू नहीं सा सुना रहा। भाई केड़ी तू अल्लाह ताला नू सुनाना है? तू जाके घर बैठ के कुरान मजीद पढ़ ले जे तैनू अल्लाह ताला ने सुनाना ही ते, जे तू डायरेक्ट अल्लाह ताला नाल गल्लां करनियां ने। टूटू साहब किसी भी सहाबी दा सानू कोई इस तरह दा वाकया बयान करे ना कि सहाबी तबलीग कर रहे हैं, पाक रसूल सल्लल्लाहु अलैहि वसल्लम नू काफिर गालां कढ रहे ने, ये कोई दस्से तो सही सानू। इन्हें अपनी बगैरती लाई हुई है यार। मैं तो कहना यार जदों दे शरीफ होए है ना, ये टिकटॉक दे उत्ते जी असीं चुप कर गए, कोई नहीं छड्डो, ये बंदे सिर ते चढ़ गए ने यार। ए छड्डो सारियां चीज़ां, जेड़ा बंदा भी एवें दी कोई हरकत करे ना यार नहीं यार, मैं नहीं आंदा कि चलो हो सकदा है, मेरी गल सुनो, हो सकदा है इनू भी समझ आई है, इहदे सदर को एक बारी पहुंचाने गल, ठीक है। आप ही सदर जो इहदे नाल गलबात कर लेगा कि बगैरत इंसाना ए बगैरती है, इनू कोई भी तबलीग नहीं कहेगा, इनू बगैरत कहंदे ने बंदे। इहदी ये गैरत वाला काम ही नहीं तेरा है, इनू बिल्कुल बगैरती कहंदे ने कि एक बंदा गालां कड्ढी जाण डिया, तू प्यारे भाईओ करी जाण डिया, सही है। चंगा तो पैगाम पहुंचाण डिया जी, मैं तबलीग करन डिया, कादी तबलीग है बई? यह कादी तबलीग है कि तेरी आवाज ही नहीं थले जान डी, ए मैं ऊपर पहुंचा के आया हूं अल्लाह ताला के हाँ आवाज। ओ भाई जा कम कर, जाके अल्लाह ताला नू आवाज बढ़े, जा मर जा कबर च जाके रो, उत्थे फिर वेखी अल्लाह ताला तेरी सुन लेगा। इत्थे तू गालां पवाण डिया सानू भी ते नाल पाक जातां नू भी। इम्तियाज जी तरका ਤੁਹਾਨੂੰ ਪਤਾ मैं कदी शर्त नहीं लाई, लेकिन ਅੱਜ ਤੋਂ 4-5 ਮਹੀਨੇ ਪਹਿਲੇ ਇਹ ਨਜ਼ੀਰ ਸਾਹਿਬ ਜਿਹੜੇ ਨੇ, ਬਿਲਾਲ ਜਿਹੜੇ ਨੇ, ਉਦੋਂ ਵੀ ਉਹ ਲੱਗੇ ਸੀ ਉਹਨਾਂ ਤੇ ਇਮਰਾਨ ਖਾਨ ਤੇ ਉਹ ਜਿਹੜਾ ਇਮਰਾਨ ਰਿਆਜ਼ ਤੇ ਉਹ ਆਫਤਾਬ ਇਕਬਾਲ, ਉਹਨਾਂ ਦੇ ਉਹ ਮੰਜੀ ਠੋਕਦੇ ਪਏ ਸੀ। ਇਹਨਾਂ ਨੇ ਭਾਈਜਾਨ ਨੇ ਜਾ ਕੇ ਨਾ ਤੇ ਸਾਰੀਆਂ ਤੋਪਾਂ ਦਾ ਰੁਖ ਆਪਣੀ ਤਰਫ ਕਰ ਲਿਆ, ਯਾਨੀ ਜਮਾਤ ਅਹਿਮਦੀ ਦੀ ਤਰਫ। ਉਦੋਂ ਇਹਨਾਂ ਦੀ ਖਿਦਮਤ ਵਿੱਚ ਮੈਂ ਅਰਜ਼ ਕੀਤੀ, ਭਾਈਜਾਨ ਜੇ ਤੁਸੀਂ ਆਮਰ ਨਜ਼ੀਰ ਨੂੰ ਅਹਿਮਦੀ ਜਜ਼ਨ ਕਰ ਲੋਗੇ ਨਾ, 1000 ਯੂਰੋ ਨਕਦ ਮੈਂ ਤੁਹਾਨੂੰ ਦੇ ਦਾਂਗਾ। ਕੋਈ ਅੱਲਾ ਦਾ ਨਾਂ ਹੈ, ਇਹਨੂੰ ਤਬਲੀਗ ਤੁਹਾਡੇ ਵਾਸ ਦਾ ਕੰਮ ਨਹੀਂ ਹੈਗਾ, ਇਹਦੇ ਨਾਲ ਗੱਲ ਕਰਨਾ ਜੋ ਨਾਲੇ ਜਦੋਂ ਉੜਦੇ ਤੀਰ ਤੁਸੀਂ ਆਪਣੇ ਲਈ ਘੇਰ ਲਿਆ ਤੇ ਫਿਰ ਉਹ ਤਾਂ ਕੋਈ ਅੱਛੀ ਗੱਲ ਨਹੀਂ। ਸਾਬਰੀ ਸਾਹਿਬ ਉਤੋਂ ਬਾਬਾ ਖੋਚਲ ਬੜਾ ਹੈ। ਉਸ ਦਿਨ ਇਹ ਗੱਲ ਮੈਂ ਬਾਬਾ जी ने ਕੀਤੀ ਹੈ, मैं नज़ीर साहब ने, मैं कि मैं तो अपनी बात सुनानी चाहता हूँ भाइयों, ते मैं क्या ये जड़ी बात ये तो मैं ऐन जोन से हजरत मूसा की सुन्नत के मुताबिक सुनाता हूँ। और मैं क्या गल सुनो, ये केड़ी सुन्नत तुसी अदा कर रहे हो जेड़ी 300 दी शर्त ला के आए सो? नहीं वो तो थल्ले दंद कटने दे, इन्हें पहला म्यूट करो, एक मिनट कर लेने। वो तो चर्ब जुबान था तो वो उसने मुझे फंसा लिया, तो मैं क्या जब फंसा लिया तो 300 तुसी आप क्यों नहीं देता? मुझे असल में नादिर साहब ने मना किया था आप ना देना, तो नादिर साहब ने तेन उते जान मरन तो नहीं सी मना कीता? ऐसा खोचल बाबा है, ऐसा खोचल बाबा है, उन्हें जेड़ा जान तो मना कीता उथे नहीं मना होया, जिथे 300 तो मना कीता भाई मुझे उन्होंने मना किया था। ऐसा खोचल बाबा जी। अरे इन्होंने सही होना है। देखो गुजर स्काइप बैठा है थले यार, ਉਹ ਸੀਕਰ ਦਾ ਪੈਰੋਕਾਰ ਏ, ਉਹ ਸੀਕਰ ਦੇ ਯਾਰ ਸੀਕਰ ਨੂੰ ਕੋਈ ਤਬਲੀਗ ਕਰਕੇ ਅਹਿਮਦੀ ਕਰ ਸਕਦਾ? ਮੈਂ ਤਾਂ ਨਹੀਂ ਮੰਨਦਾ। ਉਹ 1,24,000 ਜਿਹੜੇ ਪੈਗੰਬਰ ਨੇ ਉਹਨਾਂ ਦੇ ਉੱਤੇ ਪੜਨ ਵਾਲਾ ਦਰੂਦੋ ਸਲਾਮ ਉਹਨੇ ਕਹਿਤਾ ਮੇਰੀ ਰਫਾਅਤ ਵਾਲੀ ਜਗ੍ਹਾ ਤੇ ਪਾ ਦਿਓ। ਐਵੇਂ ਦੇ ਮੁਸਲਮਾਨ ਹੋ ਸਕਦੇ ਨੇ, ਐਵੇਂ ਦੇ ਬੰਦੇ ਅਹਿਮਦੀ ਹੋ ਸਕਦੇ ਨੇ? ਇਹਨਾਂ ਨੂੰ ਵਹਾਬੀ ਯਾਰ, ਅਮਰ ਵਹਾਬੀ, ਇਹ ਜਿਹੜਾ ਸੂਅਰ ਏ, ਇਹ ਸੂਅਰ
ਇਹਨੇ ਸਨਾਉਲਾ ਅੰਮ੍ਰਿਤਸਰ ਦੀ ਮੌਤ ਮਰ ਜਾਣਾ ਇਹਨੇ, ਲੇਕਿਨ ਇਹ ਅਹਿਮਦੀ ਹੋ ਜਾਵੇ ਕਦੀ ਵੀ ਨਹੀਂ ਹੋ ਸਕਦਾ। ਇਸ ਲਈ ਫਿਰ ਨਜ਼ਰ ਆ ਰਿਹਾ ਹੈ ਕਿ ਦਜਾਲ ਹੈ, ਦਜਾਲੀਅਤ ਕਰਦਾ ਹੈ, ਗਲਤ ਬਿਆਨੀ ਕਰਦਾ ਹੈ, ਝੂਠ ਬੋਲਦਾ ਹੈ, ਚੁਤਾਲੀ ਕਰਦਾ ਹੈ, ਇਹਦੇ ਕੋਲ ਹੈ ਹੀ ਕੁਛ ਨਹੀਂ ਹੈਗਾ। ਫਿਰ ਗੁੱਸੇ ਵਿੱਚ ਜਦੋਂ ਆਉਂਦਾ ਹੈ ਤਾਂ ਗਾਲਾਂ ਕੱਢਦਾ ਹੈ, ਗੰਦੇ ਇਲਜ਼ਾਮ ਲਾਉਂਦਾ ਹੈ। ਇਹ ਕਿਹੜਾ ਕੁਰਾਨ ਦੀ ਤੇ ਕਿਹੜੀ ਹਦੀਸਾਂ ਦੇ ਉੱਤੇ ਅਮਲ ਕਰ ਰਿਹਾ ਹੈ, ਕਿਹੜੀ ਸੁਨਨਤ ਰਸੂਲ ਤੇ ਆਮਰ ਖੰਜ਼ੀਰਾ ਅਮਲ ਕਰਦਾ ਹੈ। ਇਹ ਉਹਦੇ ਉਸ ਦਿਨ ਵੀ ਯਾਰ ਬਲਾਲ ਬਿੱਲੀ ਤੇ ਆਮਰ ਨਜ਼ੀਰ ਕੋਈ ਹੋਰ ਹੀ ਗੱਲ ਕਰ ਰਹੇ ਸਨ, ਆਪਣੇ ਕੋਈ ਬੰਦਿਆਂ ਨੂੰ ਮੰਡਣ ਲੱਗੇ ਹੋਏ ਸਨ। ਇਹਨੂੰ ਅਫਜ਼ਲ ਵਰਾਇਚ ਨੂੰ ਇਹ ਥੱਲੇ ਜਾ ਕੇ ਮੈਸੇਜ ਲਿਖਣ ਲੱਗ ਗਿਆ। ਉਹਨਾਂ ਨੇ ਕਿਹਾ ਬੰਦੇ ਦਾ ਪੁੱਤਰ ਬਣ ਨਜ਼ੀਰਿਆ, ਫਿਰ ਸਾਡੇ ਤੂੰ ਟੋਕਰੇ ਭਰਾ ਕੇ ਲੈ ਕੇ ਜਾਏਗਾ। ਹਰ ਰੋਜ਼ ਇਹਦਾ ਇਹੀ ਕੰਮ ਹੈ, ਹਰ ਦੂਜੇ ਦਿਨ ਇਸ ਬੰਦੇ ਦਾ ਇਹੀ ਕੰਮ ਹੈ। ਅੱਗੇ ਇਹਦੀ ਵਾਲਦਾ ਨੂੰ ਡਬਲ ਹੈਜ਼ਾ ਹੋਇਆ ਸੀ, ਜਿਹੜਾ ਤੁਸੀਂ ਇਹ ਅੱਜ ਪਿੱਟ ਰਹੇ ਜੋ ਨਾ, ਮੈਂ 2 ਮਹੀਨੇ ਪਹਿਲਾਂ। ਇੱਕ ਮਿੰਟ ਦਿਓ ਭਾਈ, ਇਹ ਥੱਲੇ ਆਇਆ ਕੋਈ ਅਨਨੋਨ ਨਾ, ਇਹਦੀ ਵਾਲਦਾ ਨੂੰ ਡਬਲ ਹੈਜ਼ਾ ਹੋਇਆ ਸੀ, ਉੱਤੋਂ ਵੀ ਚੱਲ ਪਈ ਸੀ ਤੇ ਥੱਲੋਂ ਵੀ ਚੱਲ ਪਈ ਸੀ। ਇਹਨੂੰ ਯਾਰ ਬਲਾਕ ਕਰ ਦਿਓ ਜਾਂ ਮਿਊਟ ਕਰ। ਜਿਹਦੀ ਤੁਸੀਂ ਗੱਲ ਕਰ ਰਹੇ ਜੋ ਨਾ ਭਾਜਨ, ਇਹਨੂੰ 2 ਮਹੀਨੇ ਪਹਿਲਾਂ ਮੈਂ ਕਿਹਾ ਸੀ, ਮੈਂ ਕਿਹਾ ਯਾਰ ਤੂੰ ਲਾਜ਼ਮੀ ਜਾਣਾ ਹੁੰਦਾ ਜਿੱਥੇ ਉਹ ਗਾਲਾਂ ਕੱਢਣ ਦੇ ਹੁੰਦੇ। ਉਹ ਜਿੱਦਾਂ ਦੱਸ ਰਹੇ ਸੀ ਆਪਣੇ ਪਹਿਲਾਂ ਮੁਬਸ਼ਰ ਰਜ਼ਾ ਸਾਹਿਬ, ਤੇ ਉਸ ਤਰ੍ਹਾਂ ਹੀ ਫਿਰ ਮੇਰੇ ਨਾਲ ਕਰਨ ਲੱਗ ਪਏ, ਰੋਣ ਲੱਗ ਪਿਆ। ਇਹ ਤਾਂ ਚਲੋ ਫਿਰ ਵੀ ਰੋਣ ਲੱਗ ਪਿਆ। ਮੈਂ ਆਪਣਾ ਪੈਗਾਮ ਪਹੁੰਚਾਉਣ ਜਾ ਰਿਹਾ, ਚੰਗਾ ਪੈਗਾਮ ਆ ਵੀ ਤੋਂ ਜਿਹੜੇ ਅਕਾਬਰੀ ਨੇ ਉਹਨਾਂ ਨੂੰ ਗਾਲਾਂ ਕਢਵਾ ਕੇ ਚੰਗਾ ਪੈਗਾਮ ਪਹੁੰਚਾਉਣੇ ਆ। ਸਰ ਇਹਨੂੰ ਪੈਗਾਮ ਪਹੁੰਚਾਣਾ, ਇਹ ਠੰਡਾ ਬਗੈਰਤ ਤੇ ਇਹਨੂੰ ਬਿਲਕੁਲ ਗੈਰਤ ਨਾਮ ਦੀ ਇਹਦੇ ਚ ਚੀਜ਼ ਹੀ ਮੁੱਕ ਗਈ ਹੈ। ਠੀਕ ਹੈ ਭਾਈਜਾਨ, ਜ਼ੁਬਾਨ ਦੀ ਖਾਰਿਸ਼ ਹੈ ਇਹਨਾਂ ਦੀ, ਕੋਈ ਮਸਲਾ ਨਹੀਂ, ਕੋਈ ਮਸਲਾ ਨਹੀਂ। ਇਹਦਾ ਹੱਲ ਕੱਢ ਲੈਨੇ ਆ। ਠੀਕ ਹੈ, ਇਹਦਾ ਹੱਲ ਕੱਢ ਲੈਨੇ ਆ। ਕਿਤੇ 4 ਮਿੰਟ ਮੇਰੇ ਨਾਲ ਹੋਰ ਬਹਿ ਜਾਂਦਾ ਨਾ, ਠੀਕ ਹੈ, ਤੇ ਮੈਂ ਕੁਛ ਕਰ ਛੱਡਣਾ ਸੀ ਇਹਦਾ ਹੱਲ, ਲੇਕਿਨ ਮੇਰੇ ਨਾਲ ਕੋਲ ਬੈਠਾ ਕੋਈ ਨਹੀਂ। ਸਾਹਿਬ ਗੱਲ ਇਹ ਕਿ ਉਹਨਾਂ ਨੇ ਬਾਜ਼ ਕੋ ਨਹੀਂ ਆਣਾ, ਇਹਨਾਂ ਨੂੰ ਮੀਰ ਸਲੀਮ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਸਮਝਾਇਆ। ਮੈਂ ਵੀ ਉੱਥੇ ਹੀ ਸਾਂ। ਉਹ ਨਹੀਂ ਆ ਸਕਦੇ, ਇਹਨਾਂ ਨੂੰ ਕਈ ਵੱਡੇ ਬਜ਼ੁਰਗਾਂ ਨੇ ਸਮਝਾਇਆ। ਭਾਈ ਜਾਨ ਤੁਸੀਂ ਵੀ ਗੱਲ ਸੁਣਨਾ, ਸਾਬੀ ਸਾਹਿਬ ਤੁਸੀਂ ਜਾਂਦੇ ਹੋ, ਅਸੀਂ ਵੀ ਕਦੀ ਜਾਂਦੇ ਸੀਗੇ, ਹੁਣ ਨਹੀਂ ਜਾਂਦੇ। ਜਦੋਂ ਤੱਕ ਅਗਲਾ ਬੰਦਾ ਗੱਲ ਕਰ ਰਿਹਾ ਹੈ, ਬੰਦੇ ਦੇ ਪੁੱਤਰਾਂ ਕੋਲ ਕਰ ਲੋ ਜੀ ਗੱਲ ਉਹਦੇ ਨਾਲ, ਚਲੋ ਜੀ ਅਸੀਂ ਕਹਿੰਦੇ ਤਬਲੀਗ ਕਰ ਰਹੇ ਹਾਂ, ਠੀਕ ਹੈ ਜੀ ਤਬਲੀਗ ਹੋ ਰਹੀ। ਜਦੋਂ ਬੰਦਾ ਸੂਅਰ ਬਣ ਜਾਂਦਾ ਹੈ, ਖਸਲਤ ਵਿੱਚ ਉਹਦਾ ਅੰਦਰ ਦਾ ਸੂਅਰ ਜਾਗ ਜਾਂਦਾ ਹੈ, ਤਾਂ ਗਾਲਾਂ ਕੱਢਣ ਲੱਗ ਜਾਂਦਾ ਹੈ। ਉਹ ਸੂਅਰ ਦੀ ਤਰ੍ਹਾਂ, ਜਿਵੇਂ ਸੂਅਰ ਬਾਕੀ ਅੰਬੀਆਂ ਨੂੰ ਪੈ ਜਾਂਦੇ ਸਨ, ਮੁਨਕਰੀਨ ਸੂਅਰ ਜਿਹੜੇ ਸੀਗੇ, ਐਵੇਂ ਹੀ ਮੁਨਕਰੀਨ ਖੰਜ਼ੀਰਾ, ਆਮਰ ਖੰਜ਼ੀਰਾ ਸੂਅਰ ਜਦੋਂ ਉਹ ਨਜ਼ਰ ਆ ਗਿਆ ਕਿ ਉਹ ਬਦਤਮੀਜ਼ੀ ਕਰ ਰਿਹਾ ਜਾਂ ਗਾਲਾਂ ਕੱਢਣ ਲੱਗਾ, ਤਾਂ ਉੱਥੇ ਫਿਰ ਬਹਿਣ ਦੀ ਕੀ ਤੁਕ ਬਣਦੀ। ਫਿਰ ਉੱਥੇ ਇੱਕ ਮਿੰਟ ਗੁੱਸਾ ਠੰਡਾ ਕਰੋ। ਇੱਕ ਆਡੀਓ ਸੁਣੋ, ਤੁਹਾਨੂੰ ਮਜ਼ਾ ਆਏਗਾ। 2 ਕੁੱਤੇ ਮਾਰਕੀਟ ਚ ਨਵੇਂ ਆਏ ਨੇ, ਕਰਾਓ ਸੁਣਾਓ। ਅੱਛਾ ਫੈਸਲਾ ਕਰਾ ਲੈਣਾ। ਸੋਇਬ ਰਾਜਾ, ਕੁੱਤਾ ਜਿਸੇ ਭੌਂਕਦਾ ਕਿਹੜੀ ਆਵਾਜ਼ ਕੱਢਦਾ ਹੈ? ਹਾਂ ਵੀ ਯੂਸਫ ਭਾਈ, ਕੁੱਤਾ ਭੌਂਕਦਾ ਕਿਹੜੀ ਆਵਾਜ਼ ਕੱਢਦਾ ਹੈ? ਉਹਨੇ ਕੁੱਤਿਆਂ ਦੀ ਆਵਾਜ਼ ਕੱਢੀ ਨਾ, ਉਹਨੇ ਅਸਲ ਵਿੱਚ ਮਾਸ਼ਾਅੱਲਾ। ਇਹ ਤੁਹਾਨੂੰ ਲੱਗਦਾ ਨਵੇਂ ਕੁੱਤੇ ਨੇ? ਇਹ ਅਹਿਮਦ ਰਜ਼ਾ ਖਾਨ ਬਰੇਲਵੀ ਦੇ ਤੋਂ ਲੈ ਕੇ ਹੁਣ ਤੱਕ ਨੇ ਖਾਨਦਾਨ ਕੁੱਤੇ ਨੇ। ਸ਼ੇਬ ਰਾਜਾ ਦੀ ਸੁਣ ਲਓ, ਸ਼ੇਬ ਰਾਜਾ ਦੀ ਅੱਜ ਵੀ ਆਡੀਓ ਮੇਰੇ ਕੋਲ ਪਈ ਹੈ। ਸ਼ੇਬ ਰਾਜਾ ਨੇ ਮੀਆਂ ਹਮਜ਼ਾ ਦੇ ਅੱਗੇ ਕਬੂਲ ਕੀਤਾ ਸੀ ਕਿ ਮੇਰਾ ਪਿਓ ਕੁੱਤਾ ਹੈ, ਮੈਂ ਕੁੱਤਾ ਵਾਂ ਮਦੀਨੇ ਦਾ। ਠੀਕ ਹੈ, ਇਹ ਸ਼ੇਬ ਰਾਜਾ ਦੀ ਆਡੀਓ ਪਈ ਹੈ ਬਕਾਇਦਾ ਤੌਰ ਤੇ ਉਹਨੇ ਮੀਆਂ ਨੇ ਆਖਿਆ ਸੀ, ਮੀਆਂ ਹਮਜ਼ਾ ਨੇ ਆਖਿਆ ਸੀ, ਫਿਰ ਮੈਂ ਤੈਨੂੰ ਕਹਿ ਸਕਣਾ ਕੁੱਤੇ ਦੇ ਪੁੱਤਰਾ। ਠੀਕ ਹੈ, ਕਰੋੜ ਕੇ ਆਖਿਆ ਸੀ, ਕਰੋੜ ਕੇ ਅੱਜ ਸਬੂਤ ਮਿਲ ਗਿਆ ਤੇ ਉਹਨੇ ਆਪਣੇ ਮੂੰਹ ਇਕਰਾਰ ਕੀਤਾ ਹੋਇਆ ਕਿ ਕੁੱਤੇ ਨਜ਼ਰ ਆ ਗਏ ਨੇ। ਕਿ ਹਾਂ ਵੀ ਯੂਸਫ ਭਾਈ, ਕੁੱਤਾ ਭੌਂਕਦਾ ਕਿਹੜੀ ਆਵਾਜ਼ ਕੱਢਦਾ? ਉਹਨੇ ਕੁੱਤਿਆਂ ਦੀ ਆਵਾਜ਼ ਕੱਢੀ ਨਾ, ਉਹਨੇ ਅਸਲ ਗੱਲ ਸੁਣ ਲਓ, ਕਿਹੜਾ ਸੋਚੇ ਨੇ ਆਮਰ ਨਜ਼ੀਰ ਬੜੀ ਸ਼ੈ, ਉਹਨੇ ਲੱਭ ਕੇ ਦੋਵੇਂ ਬਰੇਲਵੀ, ਉਹਨੇ ਕਿਹਾ ਦੱਸੋ ਬਰੇਲਵੀ। ਅੱਛਾ ਨਾਲ ਚਿੱਤਰ ਬਰੇਲਵੀਆਂ ਨੂੰ ਵੀ ਮਾਰੀ ਜਾਂਦਾ, ਉਹਨੇ ਬਰੇਲਵੀਆਂ ਨੂੰ ਕੁੱਤੇ ਸਾਬਤ ਕੀਤਾ। ਸਰ ਇਹੀ ਚੀਜ਼ ਜੀ ਤਾਰਕਮ ਯਾਰ ਗੱਲ ਵੀ ਕਰਨ ਦਿਆ ਕਰੋ, ਫਿਰ ਤੁਸੀਂ ਇਹ ਆਪਸ ਹੀ ਸ਼ੁਰੂ ਹੋ ਜਾਂਦੇ ਜੀ। ਗੁੱਸਾ ਨਾ ਕਰੋ, ਮੈਂ ਇੱਕ ਗੱਲ ਗੁੱਸਾ ਕਰਦੇ ਹੋ ਤੁਸੀਂ, ਜਰਾ ਨਹੀਂ ਚੰਗੇ ਲੱਗਦੇ। ਜਦੋਂ ਇਹਨਾਂ ਨੇ ਕੋਈ ਫੋਟੋ ਲਾਈ ਹੋਏ ਨਾ, ਜਾਂ ਬੇਹੁਰਮਤੀ ਕਰਦੇ ਹੋਣ ਜਾਂ ਉਦਾਂ ਦੀ ਗੱਲ, ਮੈਂ ਕਦੀ ਵੀ ਨਹੀਂ ਚੜਿਆ। ਤੁਸੀਂ ਪਿਛਲੇ ਦਿਨ ਤੋਂ ਵੇਖਦੇ ਹੋ, ਮੈਨੂੰ ਵੇਖਿਆ ਜੇ ਇਹਨਾਂ ਦੇ ਕਿਸੇ ਵੀ ਬੈਠਿਆ। हाँ हुसैनी को मैं जानना, हुसैनी दी एक गल है यार मैं ये आंदा ही नहीं कि भाई उथे जाओ ना जाओ,
ਠੀਕ ਹੈ ਦੂਸਰੀ ਹਾਂ, ਗੱਲ ਕਿ ਮੈਂ ਯਕੀਨ ਮੰਨੋ ਮੈਨੂੰ ਪਿਛਲੇ ਦਿਨਾਂ 'ਚ ਬੜੇ ਲੋਕਾਂ ਨੇ ਮਨਾ ਕੀਤਾ ਹਾਂ ਜੀ ਜੀ ਤਰ ਸਾਹਿਬ ਦੂਸਰੀ ਗੱਲ ਕਿ ਥੱਲੇ ਤੁਹਾਨੂੰ ਸਟੇਸ਼ਨਾਂ ਆਵਾਜ਼ ਮੈਨੂੰ ਲੱਗਦਾ ਤੇ ਲੇਟ ਆ ਰਹੀ ਮੈਂ ਕਿਹਾ ਸਟੇਸ਼ਨਾਂ ਦੇ ਕੁੱਤੇ ਥੱਲੇ ਟੁਰੇ ਹੋਏ ਨੇ, ਉਹਨਾਂ ਦਾ ਧਿਆਨ ਰੱਖਣਾ ਵਾ, ਉਹਨਾਂ ਨੂੰ ਪਟਾ ਨਾਲ ਪਾਈ ਰੱਖੋ। ਹਾਂਜੀ ਪੁਆਈ ਰੱਖਣਾ ਕੋਈ ਮਸਲਾ ਨਹੀਂ। ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਤੁਸੀਂ ਕਹਿ ਰਹੇ ਸੋ ਕਿ ਬਰੇਲਵੀ ਲੱਭ ਕੇ ਮੁਬਸ਼ਰ ਰਜ਼ਾ ਸਾਹਿਬ ਉਹਨੇ ਕਿਹਾ ਕਿ ਕੁੱਤੇ ਕਿਹੜੀ ਆਵਾਜ਼ ਕੱਢਦਾ ਹੈ। ਅਗਰ ਉਹ ਵਹਾਬੀਆਂ ਨੂੰ ਕਹਿ ਦਿੰਦਾ ਤਾਂ ਵਹਾਬੀਆਂ ਨੇ ਫਿਰ ਕੁੱਤੇ ਦੀ ਥੋੜੀ ਆਵਾਜ਼ ਕੱਢਣੀ ਸੀ। ਸੀ ਉਹ ਖੂੰ ਖੂੰ ਕਰਕੇ ਸਰ ਹਾਂ ਇਹਨਾਂ ਮਲਕ ਕੈਸਰ ਨੇ ਪਹਿਲਾਂ ਵੀ ਇਹ ਗੱਲ ਆਖੀ ਸੀ ਅਮਨ ਨਜ਼ੀਰ ਨੂੰ, अमन नजीर तू कहे तो बोंकू, तू कहे तो काटूं, तू कहे तो खाऊं, तू कहे तो पीऊं, नहीं ऐसा नहीं करूंगा मैं, ठीक है। लेकिन की कीता उन्हें फिर कीता, वो हार गया ना, वो सनी देवल नहीं सी है, वो हार गया। इसे तरह सारे जिहड़े ने सारे ही ਇਹਦੇ ਚਮਚੇ ਚ ਮਾਰੇ, ਇਹ ਓਨੀ ਚੇਰ ਨਾ ਇਹ ਭੌਂਕ ਸਕਦੇ ਨੇ, ਨਾ ਇਹ ਕਿਸੇ ਨੂੰ ਪੈ ਸਕਦੇ ਨੇ, ਨਾ ਇਹ ਮੂੰਹੋਂ ਗੱਲ ਕੱਢ ਸਕਦੇ ਨੇ। ਅੱਜ ਗਿਆ ਸੀ ਬਿਲਾਲ ਹਨੀਫ ਆਪਣੇ ਆਪ ਨੂੰ ਨਾ ਆਜ਼ਾਦ ਸ਼ਹਿਰੀ ਸਮਝ ਕੇ ਨਾ ਗਿਆ ਅਫਸਲ ਬੜਾਇ ਦੀ ਬਰਾੜ ਤੇ ਨਾ, ਠੀਕ ਹੈ। ਉਹਨੇ ਮਗਰੋਂ ਹੀ ਉਹਦੀ ਪੂਛਲ ਫੜ ਕੇ ਪਿਛਾਂ ਖਿੱਚੀ ਹੈ। ਉਹਨੇ ਆਖਿਆ ਇੱਥੇ ਵੜ, ਦੱਸ ਕੀ ਲੈਣ ਗਿਆ ਸੈਂ, ਤੈਨੂੰ ਮੈਂ ਭੇਜਿਆ ਸੀ ਉੱਥੇ, ਤੈਨੂੰ ਮੈਂ ਭੇਜਿਆ ਸੀ। ਉਹ ਫਿਰ ਅੱਗੋਂ ਇਹੀ ਕਰ ਰਿਹਾ ਸੀ ਜੋ यूसवी ते दूसरा अब्दुल्ला कर रहे ने ना। जे तुहानू नहीं याद दोबारा सुनाओ, दोबारा सुनाओ बिस्मिल्लाह साहब, दोबारा सुना दो। लो जी दोबारा सुना दो। बिस्मिल्लाह जी बिस्मिल्लाह। फैसला करा लेना। सोएब राजा, कुत्ता जिसे भौंकदा केड़ी आवाज कढदा है? वाओ वाओ। हां मैं यूसुफ भाई, कुत्ता भौंकदा केड़ी आवाज कढदा है? ਉਹਨੇ ਕੁੱਤਿਆਂ ਦੀ ਆਵਾਜ਼ ਕੱਢੀ ਨਾ, ਉਹਨੇ ਅਸਲ ਵਿੱਚ जे असली बरेल वही यार मैं एवें नहीं आंदा। अमन नजीर दी जहानत नूं सलाम है, ਉਹਨੇ ਚੁਣ ਕੇ ਬਰੇਲ ਵੀ ਕੱਢੇ ਨੇ ਵਿੱਚੋਂ, ਠੀਕ ਹੈ। ਉਹਨੇ ਚੁਣ ਕੇ ਕੱਢੇ ਨੇ। ਉਹਨੇ ਆਖਿਆ ਜੇ ਕੁੱਤੇ ਬਣਾਣਾ ਹੀ ਹੈ ਤੇ ਕੁੱਤਿਆਂ ਨੂੰ ਬਣਾਵਾ, ਮੈਂ ਸੂਰਾਂ ਭਾਬੀਆਂ ਨੂੰ ਨਾ ਬਣਾਵਾ ਕੁੱਤਾ, ਠੀਕ ਹੈ। ਉਹਨੇ ਕੋਈ ਭਾਬੀ ਨਹੀਂ ਚੁਣਿਆ, ਵੇਖ ਲਓ, ਉਹਨੇ ਚੁਣਿਆ ਹੀ ਬਰੇਲ ਵੀ ਕੁੱਤਾ। ਤੁਸੀਂ ਪਰੇਸ਼ਾਨ ਹੋ ਰਹੇ ਹੋ, ਬਰੇਲਵੀ ਖੁਸ਼ ਨੇ, ਉਹਨਾਂ ਨੂੰ ਫਖਰ ਮਹਿਸੂਸ ਹੋਇਆ ਕੁੱਤੇ ਬਣ ਕੇ, ਇਸ ਲਈ ਮਾਜ਼ਰਤ ਥੱਲੇ ਮਲਕ ਇਮਰਾਨ ਲਿਖ ਰਿਹਾ ਵਾ, ਇਹਦਾ ਅਤਾਹਿਯਾਤ ਸੁਣਾ ਦਈਏ ਤੁਹਾਨੂੰ। ਰਹਿਣ ਦਿਓ ਯਾਰ, ਓਏ ਅਤਾਹਿਯਾਤ ਹੁੰਦਾ ਮਾਰੋ, ਇਹ ਭੈਣ ਚੋਦ ਗੋਏ ਦੀ ਪਦਾਇਸ਼ ਨਾ ਗਾਲ ਨਾ ਕੱਢੋ ਨੇ, ਗਾਲ ਨਾ ਕੱਢੋ। ਓ ਮਲਕੂ, ਓ ਇਮਰਾਨਿਆ, ਓਏ ਇਹਦੇ ਲਈ ਇਹੀ ਕਾਫੀ ਹੈ। ਉਹ ਤੂੰ ਖਾਣਿਆ ਮੈਂ ਪੀਵਾਂਗਾ ਜਾ ਕੇ ਸੁन्नत रसूल समझ के, ਮੂਤਰ ਪੀਣ ਵਾਲੀ ਕੌਮੇ। ਉਹ ਮੁਬਸ਼ਰ ਦਾ ਸਾਹਿਬ ਸਹੀ ਦੱਸਦੇ, ਮੁਬਸ਼ਰ ਦਾ ਦੱਸਿਓ ਜ਼ਰਾ। ਮੈਂ ਵੰਜ ਸਾਂ ਤੇ ਨਬੀ ਦੀ ਸੁਨਨਤ ਪੂਰੀ ਕੜ ਸਾਂ ਤੇ ਊਂਟ ਦਾ ਮੂਤਰ ਪੀਛਾਂ। ਉਹ ਮੁਬਸ਼ਰ ਆਂਚ ਚ ਟੁੰਨ ਵੀ ਸੀ, ਨਾਲੇ ਨਾ ਟੁੰਨ ਸੀ। ਉਹ ਆਮੇ ਭਾਈ ਮੈਂ ਪਾਕਿਸਤਾਨ ਵੰਜ ਸਾਂ ਤੇ ਊਂਟ ਦਾ ਪਿਸ਼ਾਬ ਪੀਸਾਂ ਤੇ ਸੁਨਨਤ ਨਬੀ ਪੂਰੀ ਕਰੇ। ਰੇ ਮੈਂ ਦੱਸਾਂ ਇਹ ਮੂਤਰ ਪੀਣਿਆ ਭਾਈ, ਜਿਹੜਾ ਬੰਦਾ ਪੀਂਦਾ ਹੀ ਮੂਤਰ ਹੈ, ਉਹਦੇ ਮੂੰਹ 'ਚ ਇਹੀ ਗੱਲਾਂ ਨਿਕਲਣੀਆਂ ਨੇ, ਠੀਕ ਹੈ। ਇਹ ਗੱਲਾਂ ਨਜ਼ੀਰੇ ਸਾਹਿਬ ਨੂੰ ਪਤਾ ਨਹੀਂ ਕਿਵੇਂ ਸਮਝ ਆਉਣਗੀਆਂ। ਇਹ ਮੂਤਰ ਪੀਣੇ ਨੇ, ਇਹਨਾਂ ਦੇ ਨਾਲ ਇਸ ਤਰ੍ਹਾਂ ਗੱਲ ਨਹੀਂ ਹੋ ਸਕਦੀ, ਠੀਕ ਹੈ। ਇਹ ਇਹਨਾਂ ਵਾਸਤੇ ਜੋ ਲਫ਼ਜ਼ ਅਹਿਮਦ ਰਜ਼ਾ ਖਾਨ ਬਰੇਲਵੀ ਕਹਿ ਕੇ ਗਿਆ ਨਾ, ਉਹ ਇੱਕ ਲਫ਼ਜ਼ ਇਹਨਾਂ ਤੇ ਸਹੀ ਪੂਰਾ ਉਤਰਦਾ ਹੈ, ਠੀਕ ਹੈ। ਇਹਨਾਂ ਭਾਬੀਆਂ ਦੇ ਤੇ ਬਾਕੀ ਸਾਰੇ। सोएब राजा, कुत्ता जिसे भौंकदा केड़ी आवाज कढदा है? हां मैं यूसुफ भाई, कुत्ता भौंकदा केड़ी आवाज कढदा है? ਉਹਨੇ ਕੁੱਤਿਆਂ ਦੀ ਆਵਾਜ਼ ਕੱਢੀ ਨਾ, ਉਹਨੇ ਅਸਲ ਵਿੱਚ ਕਸਮੇ ਅਮਰ ਖੰਜ਼ੀਰ ਨੇ ਇਹਨਾਂ ਨੂੰ ਕੀ ਬਣਾ ਦਿੱਤਾ ਹੈ ਯਾਰ ਅੱਲਾ ਦੀ ਕਸਮੇ। एक गौर कर, ਉਹਨੇ ਲੱਭੇ ਨੇ ਦੋ ਬਰੇਲਵੀ ਲੱਭੇ ਨੇ, ਲੱਭ ਕੇ ਉਹਨੇ ਆਖਿਆ ਬਰੇਲਵੀਆਂ ਦੀ ਟਿਊਨਿੰਗ ਵੀ ਨਾਲ ਕਰੀ ਜਾ ਰਿਹਾ ਹਿਡਨ ਤੇ ਇਹ ਬਣਾਇਆ ਨਾ ਆਮਰ ਭਾਈ ਬਰੇਲਵੀ। ਅਗਲੇ ਨੇ ਕੁੱਤਾ ਬਣਾ ਛੜਿਆ। ਉਹ ਜਿੱਦਾਂ ਉਹਨੇ ਕਿਹਾ ਨਾ, ਖਾਦਮ ਰਿਜ਼ਵੀ ਨੇ ਵੀ ਵਹਾਬੀ ਸੂਰਾਂ ਦੇ ਸੂਰ ਨੇ, ਇਹ ਅਮਨ ਨਜ਼ੀਰ ਨੇ ਸਾਬਤ ਕੀਤਾ ਕਿ ਜਿਹੜੇ ਬਰੇਲਵੀ ਕੁੱਤਿਆਂ ਦੇ ਕੁੱਤੇ ਨੇ। ਇਹ ਸਹੀ ਅਮਰ ਦਾ ਬਰੇਲਵੀ ਨੇ ਕਿਹਾ ਸੀ ਕੁੱਤੇ ਨਹੀਂ ਸੂਰ ਕੁਛ ਨੇ ਕਿ ਸਾਨੂੰ ਕਿਸੇ ਨੇ ਮੌਕਾ ਦਿੱਤਾ ਅੱਜ ਭੌਂਕਣ ਦਾ,
ਤੇ ਸਾਨੂੰ ਆਪਣੇ ਜੱਦੇ ਅਮਜਦ ਦੇ ਨਾਲ ਮਿਲਾਇਆ ਹੈ ਅਹਿਮਦ ਰਜ਼ਾ ਬਰੇਲਵੀ ਦੇ ਨਾਲ। ਅਲੀ ਅਕਬਰ ਸਾਹਿਬ ਆਏ ਨੇ, ਉਹਨਾਂ ਦੀ ਰਾਏ ਲਓ ਜੀ। ਬਾਬਾ ਜੀ ਜਰਮਨੀ ਆਏ ਸਨ ਨੀਚੇ, ਮੈਂ ਬਾਬਾ ਜੀ ਜਰਮਨੀ ਸਾਹਿਬ ਨੂੰ ਚੁੱਕਣ ਲੱਗਾ ਤੇ ਬਾਬਾ ਜੀ ਜਰਮਨੀ ਸਾਹਿਬ ਦੀ ਰਿਕੁਐਸਟ ਹੀ ਗਾਇਬ ਹੋ ਗਈ ਹੈ। ਇਹ ਵੇਖ ਲਓ ਥੱਲੇ ਇੱਕ ਹੋਰ ਬੈਠਾ ਸੂਰ, ਇਹ ਪਹਿਲੋਂ ਚੰਗਾ ਭਲਾ ਬਰੇਲਵੀ ਕੁੱਤਾ ਹੁੰਦਾ ਸੀ ਨਾ, ਕੀ ਨਾਲ ਏਦਾਂ ਮਲਕ ਕੈਸਰ, ਠੀਕ ਹੈ। ਆ ਮੈਂ ਪਰਸੋਂ ਚੌਥ ਪਿਛਲੇ ਹਫਤੇ ਸੁਣ ਰਿਹਾ ਸਾ ਬਿਆਨ, ਉਹ ਆਖਣ ਡਿਆ ਸੀ ਮੈਂ ਭਾਬੀ ਹਾਂ ਹੁਣ, ਸਹੀ। ਮਤਲਬ ਕਿ ਯਾਰ ਉਹਨੇ ਯਕੀਨ ਮੰਨੋ ਐਸੀ ਤਰਬੀਅਤ ਇਹਨਾਂ ਦੀ ਕੀਤੀ ਹੈ ਨਾ, ਉਹਨੇ ਆਖਿਆ ਬਗੈਰ ਤੋਂ ਕੁੱਤੇ 'ਚ ਬਣ ਕੇ ਫਿਰਨ ਡੇ ਹੋ ਭਾਈ, ਤਰੱਕੀ ਕਰੋ, ਸੂਰ ਬਣੋ, ਭਾਬੀ ਸੂਰ ਬਣੋ, ਬਰੇਲਵੀਆਂ 'ਚ ਕੱਖ ਨਹੀਂ ਜੇ ਪਿਆ। ਅੱਛਾ, ਭਾਬੀਆਂ ਦੀ ਸ਼ਾਨਾਂ ਤੇ ਨਾਤਾਂ ਬੜੀਆਂ ਪੜਦਾ ਜੇ, ਬਹੁਤ ਨਾਤਾਂ ਪੜਦਾ ਹਾਂ। ਨਾਲੇ ਇਹਦਾ ਇੱਕ ਤਰਜ਼ੇ ਅਮਲ ਹੈ ਨਾ, ਠੀਕ ਹੈ। ਉਹ ਕਰਦਾ ਕੀ ਹੈ ਹੁਣ, ਜਿਵੇਂ ਊਂਟ ਦੇ ਛਾਪ ਵਾਲੀ ਗੱਲ ਆਈ ਸੀ ਨਾ ਕਿ ਪੀਣ ਦੀ, ਠੀਕ ਹੈ। ਹਾਲਾਂਕਿ ਇਹਨੂੰ ਫਰਕ ਤੇ ਨਹੀਂ ਪੈਂਦਾ ਹੁਣ, ਜਿਵੇਂ ਅਸੀਂ ਹੁਣ ਉੱਤੇ ਲੈਂਦਾ ਹੈਗਾ ਅਮਨ ਨਜ਼ੀਰ ਨੂੰ ਤੰਗ ਕਰਨ ਵਾਸਤੇ ਮੈਨੂੰ ਉੱਤੇ ਲੈਂਦਾ ਮਲਕ ਕੈਸਰ ਨਾ, ਉਹ ਸਿਰਫ ਅਮਨ ਨਜ਼ੀਰ ਨੂੰ ਚੈੱਕ ਕਰਦਾ ਹੈ ਤੇ ਉਹ ਗੁਸਤਾਖ ਨਾ ਬਹਿੰਦਾ ਕਿ ਨਹੀਂ ਬਹਿੰਦਾ, ਤਾਂ ਮੈਨੂੰ ਉੱਤੇ ਲੈਂਦਾ ਹੈ। ਕਹਿੰਦਾ ਜੀ ਇਹ ਬੋਲਦਾ ਨਹੀਂ ਹੈ, ਇਹ ਮਿਊਟ ਲਾ ਕੇ ਰੱਖਦਾ ਹੈ ਨਾ। ਤੇ ਤੁਸੀਂ ਅਮਨ ਨਜ਼ੀਰ ਨੂੰ ਬੜੀ ਤਕਲੀਫ ਹੁੰਦੀ, ਉਹਨੂੰ ਬੜਾ ਗੁੱਸਾ ਚੜਦਾ ਹੈ ਸ਼ਹਿਨशाह ਦੇ ਉੱਤੇ, ਯਕੀਨ ਕਰੋ। ਇਹ ਮੈਨੂੰ ਕਹਿੰਦਾ ਉੱਤੇ ਆ ਜਾ, ਮਿਊਟ ਨਹੀਂ ਖੋਲਣਾ, ਬਸ ਅਮਨ ਨਜ਼ੀਰ ਚੜਦਾ। ਉਹਨੇ ਪਿਛਲੇ ਦਿਨਾਂ 'ਚ ਇਹਦਾ ਬਿਆਨ ਵੀ ਤੇ ਸੁਣਿਆ ਹੈ ਨਾ। ਫਿਰ ਅਕਬਰ ਖਾਨ ਨੂੰ ਕਹਿੰਦਾ ਸੀ ਪੁੱਛੋ ਬਹਰਹਾਲ ਜੀ ਅੱਲਾਹ ਦਾ ਲੇਕ ਭਾਬੀ ਸੂਰ ਹੈ, ਯਾਦ ਮਹਿਮੂਦ ਇਹਨੂੰ ਵੀ ਮਿਊਟ ਕਰ ਦਿਓ। ਅੱਛਾ, ਇਹ ਕਾਫੀ ਆਂਦਾ ਕੈਨੇਡਾ 'ਚ ਮੇਰਾ ਗੱਡੀਆਂ ਦਾ ਸ਼ੋਰੂਮ ਹੈ ਇਹ ਯਾਦ ਮਹਿਮੂਦ ਜਿਹੜਾ। ਸੁਣਾਓ ਵੀਡੀਓ ਸੁਣਾਓ ਜੀ, ਹੁਣ ਸੁਣਾਉਣ ਵਾਲੀ ਵੀਡੀਓ ਸੀ। ਆ ਕਿਹੜਾ ਬੰਦਾ ਚੁੱਪ ਕਰ ਗਿਆ? ਨਬੀ ਦੇ ਘਰ ਦੇ ਬੁੱਢੀਆਂ ਆਪ ਲੜ ਰਹੀਆਂ, ਆਵਾਜ਼ ਨਹੀਂ ਆ ਰਹੀ ਸਹੀ। ਦੇ ਪਿੱਛੇ ਦੁਨਿਆਵੀ ਮਾਲ ਦੇ ਪਿੱਛੇ ਤੇ ਉਹਨੇ ਫਿਰ ਕੱਟਾ ਇਸਲਾਮ ਲੈਣਾ। ਨਬੀ ਸਾਡੇ ਸੇ ਮਿਸਾਲ ਹੈ ਤੇ ਉਹਨਾਂ ਦੀ ਯਾਨੀ ਔਰਤਾਂ ਨੇ ਉਹ ਆਪਸ ਵਿੱਚ ਲੜ ਰਹੀਆਂ ਨੇ ਤੋਹਫੇ ਐਸੇ। ਜਿਹੜਾ ਨਬੀ ਪੂਰੀ ਦੁਨੀਆ ਸੇ ਰਹਿਮਤ ਅਲ ਆਲਮੀਨ ਬਣ ਕੇ ਆਇਆ ਤੇ ਆਪਣੀ ਬੁੱਢੀ ਦੇ ਅੰਦਰ ਵੰਡ ਕਰ ਰਿਹਾ ਹੈ, ਸ਼ਾਇਦ ਇਹਨਾਂ ਦਾ ਨਤੀਜਾ ਵੀ ਅਖਸ ਹੁੰਦਾ ਹੈ ਕਿ ਸਾਨੂੰ ਰੋਣ ਦੀ ਲੋੜ ਨਹੀਂ ਕਿ ਸਾਡੀ ਬੁੱਢੀ ਸਾਡੀ ਨਹੀਂ ਮੰਨਦੀ। ਨਬੀ ਦੇ ਘਰ ਵੀ ਆ ਲੁੱਚ ਤਲਿਆ ਰਿਹਾ। ਉਹ ਬਾਤ ਨਬੀ ਤੇ ਇਲਜ਼ਾਮ ਲਾ ਰਹੇ ਜੇ ਸ਼ਿਆ ਜੀ। ਮੇਰੇ ਸਿਆਣ ਲੈ ਲਓ, ਮੈਨੂੰ ਜਲਦੀ ਹੁੰਦੀ ਏ। ਸਾਡੇ ਇੱਕ ਭਾਈ ਪਿਛਲੀ ਬਰਾੜ ਤੇ ਆਏ ਨੇ ਔਰ ਉਹਨਾਂ ਨੇ ਆ ਕੇ ਕਿਹਾ ਕਿ ਜਿਹੜੇ ਸਾਡੇ ਅਹਿਮਦੀ ਦੋਸਤ ਇਹ ਸਫੀਅਤ ਤੇ ਜਾਂ ਅਮਨ ਨਜ਼ੀਰ ਤੇ ਬਰਾਤਾਂ ਲਾ ਰਹੇ ਨੇ, ਬਾਰ-ਬਾਰ ਉਹਨਾਂ ਦਾ ਜ਼ਿਕਰ ਕਰਦੇ ਨੇ, ਇਹ ਸਭ ਗੈਰ ਅਹਿਮਦੀਆਂ ਦੇ ਸਹੂਲਤਕਾਰ ਨੇ। ਔਰ ਉਹ ਜਿਹੜੇ ਭਾਈ ਗੱਲ ਕਰਕੇ ਗਏ ਨੇ ਉਹ ਤੁਹਾਡੇ ਬੜੇ ਅੱਛੇ ਦੋਸਤ ਨੇ। ਉਹ ਕਹਿ ਕੇ ਗਏ ਨੇ ਕਿ ਜਿਹੜੇ ਬਾਰ-ਬਾਰ ਅਮਨ ਨਜ਼ੀਰ ਦੇ ਉੱਤੇ ਫੋਟੋਆਂ ਲਾਉਂਦੇ ਨੇ, ਅਮਨ ਨਜ਼ੀਰ ਤੇ ਬਰਾਤਾਂ ਲਾਉਂਦੇ ਨੇ, ਅਮਨ ਨਜ਼ੀਰ ਦੇ ਰਿਕਾਰਡਿੰਗਾਂ ਚਲਾਉਂਦੇ ਨੇ, ਸਫੀ ਦੇ ਰਿਕਾਰਡ, ਸਭ ਗੈਰ ਅਹਿਮਦੀ ਦੇ ਸਹੂਲਤਕਾਰ ਨੇ। ਇਹ ਉਹਨਾਂ ਵਾਸਤੇ ਕੰਮ ਕਰ ਰਹੇ ਨੇ। ਅਸੀਂ ਹੈ ਵਾ ਸਰ, ਅਸੀਂ ਹੈ ਵਾ, ਸਾਨੂੰ ਕੋਈ ਮਸਲਾ ਨਹੀਂ, ਅਸੀਂ ਹੈ। ਜਿਹਨੂੰ ਕੋਈ ਮਸਲਾ ਨਾ ਉਹਨੂੰ ਆਖੋ ਆਏ ਸਾਹਮਣੇ ਆ ਕੇ ਸਾਡੇ ਨਾਲ ਬਹਿਸ ਕਰੇ, ਗੱਲ ਕਰੇ, ਕਰ ਲਾਂਗੇ ਉਹਦੇ ਨਾਲ ਵੀ ਗੱਲਬਾਤ, ਐਡੀ ਕੋਈ ਮਸਲਾ ਨਹੀਂ ਹੈ। ਹੁਣ ਫਿਲਹਾਲ ਫਾਈਟਰ ਸਾਹਿਬ ਫੇਰ ਇੱਕ ਵਾਰੀ ਚਲਾਓ ਵੀਡੀਓ, ਉਹ ਵਾਲੀ ਚਲਾਓ ਯਾਰ। ਨਹੀਂ ਉਹ ਜਿਹਦੇ ਚ ਸਾਡੀ ਪਿਆਰੀ ਮਾਂ ਹਜ਼ਰਤ ਆਇਸ਼ਾ ਸਲਾਮੁੱਲਾਹ ਅਲੈਹਾ ਨੂੰ ਸਾਡੇ ਨਾਲ ਸ਼ਾਮਲ ਕੀਤਾ ਨੇ ਇਸਲਾਮ ਚ, ਦਾਇਰਾ ਇਸਲਾਮ ਚੋਂ ਖਾਰਜ ਕਰਕੇ ਨਾਲ ਕੁਝ ਸਾਹਬੀਆਂ ਨੂੰ। ਕੋਈ ਫਖਰ ਦੀ ਗੱਲ ਏ, ਇਹ ਸਾਡੇ ਵਾਸਤੇ ਫਖਰ ਦੀ ਗੱਲ ਏ ਕਿ ਤੁਸੀਂ ਸਾਡੇ ਨਾਲ ਸ਼ਾਮਲ ਕੀਤਾ ਸਾਡੀ ਪਿਆਰੀ ਮਾਂ ਹਜ਼ਰਤ ਆਇਸ਼ਾ ਸਲਾਮੁੱਲਾਹ ਅਲੈਹਾ ਨੂੰ ਨਾਲ ਸਾਹਬੀਆਂ ਨੂੰ, ਠੀਕ ਹੈ। ਤੁਹਾਡੀ ਬੜੀ ਮਿਹਰਬਾਨੀ ਅਮਨ ਨਜ਼ੀਰ ਸਾਹਿਬ ਤੇ 313 ਬਹਿਰੀਨ ਸਾਹਿਬ ਤੇ ਜ਼ਿਆ ਰਸੂਲ ਸਾਹਿਬ, ਤੁਸੀਂ ਸਭ ਨੇ ਮਿਲ ਕੇ ਉਹਦੇ ਕੋਲੋਂ ਇਸਲਾਮ ਤੋਂ ਖਾਰਜ ਕਰਵਾਇਆ ਹੈ ਸਾਡੀ ਪਿਆਰੀ ਮਾਂ ਨੂੰ। ਸਾਨੂੰ ਵੀ ਤੁਸੀਂ ਕੀਤਾ ਤੇ ਸਾਡੇ ਨਾਲ ਸਾਡੀ ਮਾਂ ਨੂੰ ਰਲਾਇਆ ਜੇ, ਸਾਡੇ ਸਹਾਬਾ ਨੂੰ ਰਲਾਇਆ ਜੇ, ਸਾਡੀ ਉਮਾਤੁਲ ਮੋਮਿਨੀਨ ਨੂੰ ਸਾਡੇ ਨਾਲ ਰਲਾਇਆ ਜੇ। ਤੁਹਾਡੀ ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਸਾਡੇ ਨਾਲ ਮਿਲ ਗਏ ਨੇ, ਅੱਜ ਸਾਡਾ ਸੀਨਾ ਹੋਰ ਚੌੜਾ ਹੋ ਗਿਆ। 1974 ਦੀ ਕਾਰਵਾਈ ਤੋਂ ਬਾਅਦ ਅੱਜ ਸਾਡਾ ਸੀਨਾ ਹੋਰ ਚੌੜਾ ਹੋ ਗਿਆ ਕਿ ਯਾਰ ਅਸੀਂ ਕੱਲਿਆਂ ਨੂੰ ਨਹੀਂ, ਸਾਨੂੰ ਕੱਲਿਆਂ ਨੂੰ ਨਹੀਂ ਖਾਰਜ ਕੀਤਾ, ਨਾਲ ਸਾਡੇ ਪਿਆਰੇ ਸਹਾਬਾ ਨੂੰ ਵੀ, ਸਾਡੀ ਪਿਆਰੀ ਉਮਾਤੁਲ ਮੋਮਿਨੀਨ ਨੂੰ ਵੀ, ਸਭ ਨੂੰ ਕੀਤਾ ਜੇ, ਠੀਕ ਹੈ, ਸਭ ਨੂੰ ਕੀਤਾ ਜੇ। ਆਪਣੇ ਤੋਂ ਦੂਰ ਤੁਹਾਡੀ ਮਿਹਰਬਾਨੀ ਹੈ।
ਦੋ ਬਾਬੇ ਤੇ ਜਿਨ੍ਹਾਂ ਨੇ ਅਸ਼ਰਾ ਮੁਬਸ਼ਰਾ ਨੂੰ ਵੀ ਤੇ ਸਹਾਬਾ ਨੂੰ ਵੀ ਤੇ ਜਿਹੜੇ ਜ਼ੋਜਾ ਨੇ ਉਹਨਾਂ ਨੂੰ ਵੀ ਇਹਨਾਂ ਨੇ ਬਾਹਰ ਕੱਢਿਆ, ਕਾਫਰ ਕਿਹਾ ਹੈ, ਉਹ ਸੁਣਾਓ। ਹਾਂ ਸਾਡੇ ਨਹੀਂ ਉਹਨਾਂ ਨੇ ਕਾਫਰ ਨਹੀਂ ਕਰਾਰ ਦਿੱਤਾ, ਉਹਨਾਂ ਨੇ ਤੁਹਾਡੇ ਨਾਲ ਸ਼ਾਮਲ ਕਰ ਦਿੱਤਾ। ਉਹਨਾਂ ਨੇ ਕਿਹਾ ਇਹ ਤੁਹਾਡੇ ਨੇ, ਤੁਸੀਂ ਉਮਹਾਤੁਲ ਮੋਮਿਨੀਨ ਤੁਹਾਡੇ ਨੇ, ਇਹ ਤੁਸੀਂ ਜਾਣੋ, ਤੁਹਾਡਾ ਕੰਮ ਜਾਣ। ਠੀਕ ਹੈ, ਇਹ ਸਾਡੇ ਨੇ, ਉਮਹਾਤੁਲ ਮੋਮਿਨੀਨ ਸਾਡੇ ਨੇ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਨਾ ਕਿ ਅਹਿਮਦੀ ਜਿਹੜੇ ਨੇ ਦਾਰ ਇਸਲਾਮ ਤੋਂ ਖਾਰਜ ਨੇ, ਇਹਨਾਂ ਨੇ ਫਤਵਾ ਹੈਗਾ ਕਿ ਬੀਬੀ ਆਇਸ਼ਾ ਵੀ ਦਾਰ ਇਸਲਾਮ ਤੋਂ ਖਾਰਜ ਹੈ, ਤਲਾ ਵੀ ਦਾਰ ਇਸਲਾਮ ਤੋਂ ਖਾਰਜ ਹੈ, ਜ਼ੁਬੈਰ ਵੀ ਦਾਰ ਇਸਲਾਮ ਤੋਂ ਖਾਰਜ ਹੈ, ਮਰਵਾਨ ਵੀ, ਅਮੀਰ ਮੁਆਵੀਆ ਵੀ, ਉਮਰ ਵੀ, ਅਬੂ ਬਕਰ ਵੀ। ਉਹਨੇ ਇਹ ਸਾਨੂੰ ਨਾਰਾ ਲਾਇਆ ਉਹਨਾਂ ਦੇ, ਅਸੀਂ ਉਹਨੇ ਆਖਿਆ ਤੁਹਾਨੂੰ ਕੱਲਿਆਂ ਨੂੰ ਨਹੀਂ, ਅਸੀਂ ਤੁਹਾਨੂੰ ਤੁਹਾਡੇ ਸਹਾਬਾ ਦੇ ਨਾਲ, ਤੁਹਾਡੀ ਉਮਹਾਤੁਲ ਮੋਮਿਨੀਨ ਦੇ ਨਾਲ ਤੁਹਾਨੂੰ ਦਾਰ ਇਸਲਾਮ ਚੋਂ ਖਾਰਜ ਕੀਤਾ ਸੀ। ਠੀਕ ਹੈ, ਤੇ ਸਰ ਸਾਡੇ ਵਾਸਤੇ ਤੇ ਫਖਰ ਦੀ ਗੱਲ ਜੇ, ਸਾਡੇ ਵਾਸਤੇ ਤੇ ਫਖਰ ਦੀ ਗੱਲ ਜੇ। ਇੱਕ ਵੀਡੀਓ ਇਹਨੇ 11 ਬਾਈ ਨੇ ਆਪਣਾ ਬਹਿਰੀਨ ਨੇ ਲਾਈ है अपनी पोस्ट ਦੇ ਵਿੱਚ, जरा सुनो जरा मुझे बताओ यार, इमाम हुसैन के दौर में 72 नफूस थे सिर्फ, बाकी किधर गए? तबा ताबईन सहाबा कराम सारे मर गए थे। किस बात का सहाबी है वो? नबी के नवासे को शहीद किया जा रहा है, वो अपने घर पे बैठा है, किस बात की सहाबियत है ये? कहाँ है वो? किधर गए वो सहाबा कराम? नबी के नवासे का सर कलम किया जा रहा है, अब्बास अलमदार के बाजू काटे जा रहे हैं, चादरें ज़ैनब छीनी जा रही है, उनके खैनों को आग लगाई जा रही है। तुम सहाबा कराम रज़ी अल्लाह ताला अन्हु कहाँ घुसे हुए हो? कहाँ मरदूद दफा हो तुम? कहाँ है वो सारे? वो ताबईन, वो सहाबा, वो तबा ताबईन, किधर है वो? जो हुसैन के साथ नहीं खड़ा वो मोहम्मद का नहीं है। कहाँ गए वो सब? लो जी ਉਹਨੇ ਲਾਈ ਹੈ ਬਹਿਰੀਨ ਸਾਹਿਬ। ਤਮਾਮ ਗੈਰਤਮੰਦ ਮੁਸਲਮਾਨ ਜਿਹੜੇ ਥੱਲੇ ਬੈਠੇ ਨੇ, ਉਹ ਗੈਰਤਮੰਦ ਮੁਸਲਮਾਨ ਜਿਨ੍ਹਾਂ ਨੂੰ ਆਮਰ ਨਜ਼ੀਰ ਸਾਹਿਬ ਫਿਰਕਾ ਨਜਦੀਆ ਦੇ ਮੰਨਣ ਵਾਲੇ, ਉਹਨਾਂ ਨੂੰ ਫੁੱਦੂ ਮੁਸਲਮਾਨ ਕਹਿੰਦੇ ਨੇ, ਉਹ ਜਾ ਕੇ ਇਹ ਜਿਹੜੀ ਵੀਡੀਓ ਹੈ ਇਹ ਬਹਿਰੀਨ 313 ਜਿਨ੍ਹਾਂ ਨਾਲ ਉਹ ਅੱਜ ਕੱਲ ਤਸ਼ਰੀਫ ਫਰਮਾ ਨੇ, ਤੇ ਉਹਨਾਂ ਨੂੰ ਕਹਿੰਦੇ ਨੇ ਇਸਲਾਮੀ ਭਾਈ ਨੇ, ਸਾਡੇ ਮੁਸਲਮਾਨ ਭਾਈ ਨੇ। ਇਹ ਵੀਡੀਓ ਤੁਹਾਨੂੰ ਬਹਿਰੀਨ 313 ਸਾਹਿਬ ਦੀ ਆਈਡੀ ਤੋਂ ਮਿਲੇਗੀ, ਜਿਹੜੀ ਇਹ ਫਾਈਟਰ ਸਾਹਿਬ ਨੇ ਸੁਣਾਈ ਹੈ। ਸਭ ਦੋਸਤ ਜਿਹੜੇ ਨੇ ਉੱਥੇ ਜਾ ਕੇ ਵੇਖ ਸਕਦੇ ਹੋ, ਵੈਰੀਫਾਈ ਕਰ ਸਕਦੇ ਹੋ। ਇਹ ਵੀਡੀਓ ਦੀ ਮੌਜੂਦਗੀ ਦੇ ਵਿੱਚ ਆਮਰ ਨਜ਼ੀਰ ਸਾਹਿਬ ਉਸ ਬੰਦੇ ਨੂੰ ਮੁਸਲਮਾਨ ਭਾਈ ਕਹਿ ਰਹੇ ਨੇ ਜਿਹੜਾ ਸਹਾਬਾ ਕਰਾਮ ਰਜ਼ੀ ਅੱਲਾਹ ਤਾਲਾ ਅਨਹੁਮਾ ਦੇ ਬਾਰੇ ਚ ਇਹ ਬਕਵਾਸ ਕਰ ਰਿਹਾ। ਤੇ ਆਮਰ ਸਾਹਿਬ ਉਹਦੇ ਕੋਲ ਬੈਠੇ ਜੇ, ਆਮਰ ਨਜ਼ੀਰ ਸਾਹਿਬ, ਤੇ ਮਾਸ਼ਾਅੱਲਾ ਉਹ ਇਸਲਾਮ ਦੀ ਖਿਦਮਤ ਕਰ ਰਹੇ ਜੇ। ਇਹ ਇਸਲਾਮ ਦੀ ਖਿਦਮਤ ਹੋ ਰਹੀ ਹੈ। ਇੱਕ ਪਾਸੇ ਸਹਾਬਾ ਦੇ ਬਾਰੇ ਚ ਇਹ ਮੁਗਲਜ਼ਾਤ ਬਕੀਆਂ ਜਾ ਰਹੀਆਂ ਨੇ, ਉਮਹਾਤੁਲ ਮੋਮਿਨੀਨ ਦੇ ਖਿਲਾਫ ਇਹ ਮੁਗਲਜ਼ਾਤ ਬਕੀਆਂ ਜਾ ਰਹੀਆਂ ਨੇ, ਤੇ ਇਹ ਕੰਮ ਹੋ ਰਿਹਾ ਜੇ ਇਸਲਾਮ ਦਾ। ਇਹ ਲੋਕਾਂ ਨੂੰ ਇਹ ਮੁਸਲਮਾਨ ਕਰ ਰਹੇ ਜੇ। ਇਹ ਸਭ ਜਾ ਕੇ ਵੇਖ ਸਕਦੇ ਹੋ ਬਹਿਰੀਨ 313 ਸਾਹਿਬ ਦੀ ਆਪਣਾ ਵਾਲ ਤੇ, ਉੱਥੇ ਜਾ ਕੇ ਵੇਖ ਲਵੋ ਤੇ ਸਵਾਬੇ ਦਾ ਰਹਿ ਹਾਸਲ ਕਰੋ। एक और ऑडियो सुनो, ये भी बहरीन साहब ने लाई है, सुनो जरा। ये अंधेरी गलियों की पैदावार, ये शाम कूफा की तंगो तारी गलियों में भटकती हुई बदकिरदार माओ की नाजायज औलाद, ये फौजे अली के निवाले तोड़ तोड़ के जवान होने वाले नदी को झुटलाओगे, झूठो। क्या कहूँ, 3 माइक लगे हैं, बीच वाला कुछ ज्यादा ही कलेजा खींच रहा है। ओफो, 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 ये सब दोस्त नीचे मासूम मुसलमान जो कि बकौल आमर नज़ीर साहब फुद्दू मुसलमान है, ये सब जाके ये देख सकते हैं। बहरीन 313 की वॉल पे ये वीडियोस देख सकते हैं और अपने फुद्दू मुसलमान होने पे फख्र करें कि ये इस्लाम की खिदमत हो रही है। ये वीडियोस लगा के और आप लोग जो उनसे हैं वो रद्दे मुसलमान फिरका कर रहे हैं। कादरी साहब दोबारा चलवा दो, उधर ऊंची आवाज चलवाओ जरा। मजलूम शाह साहब आए ने, उन्होंने भी सुना दियो एक बार फिर। आहो बिल्कुल, ये फाइटर भाई मेरा जी अवेलेबल ने ते पहले ते मैं
ਕੁੱਤਿਆਂ ਤੋਂ ਸ਼ੁਰੂ ਕਰੋ। 2 ਨਵੇਂ ਕੁੱਤੇ ਆਏ ਨੇ ਆਪਣਾ। ਫਿਰ ਸ਼ਾਹ ਜੀ ਨੂੰ ਬਾਕੀ ਚੀਜ਼ਾਂ ਵੀ ਸੁਣਾਓ। ਹਾਂ ਬਿਲਕੁਲ ਬਿਲकुल। अस्सलाम वालेकुम शाह जी, ਤੁਹਾਡੀ ਖਿਦਮਤ ਚ ਸਲਾਮ अर्ज है सब तो पहले। वालेकुम अस्सलाम या अहल जमा, क्या हाल चाल है? सब ठीक ठाक है? वालेकुम अस्सलाम। आप कैसे हैं प्यारे भाई? अल्हम्दुलिल्लाह। अली अकबर साहब, पीराने पीर अली अकबर साहब, यार भाई साहब, छोटे पीर मुबशिर रजा, अठवाल ब्रांड साहब, आप चीफ जस्टिस और साफी साहब दामद बरकातो, और अबू तालब साहब और खादम साहब, अस्सलाम वालेकुम। अच्छा यार, वो ना अभी मैं ये देख रहा था, सुन रहा था सारा कुछ, तो एक वो यारा भाई साहब ने आज शुरू किया था जब, तो मैंने वो शुरू में देखा था। हमारे एक भाई हैं, तो बहरहाल उनके लिए क्या कर सकते हैं, कुछ भी नहीं कर सकते। हाँ, एक चीज का मैं जवाब देना चाहता हूँ, अगर दोस्त इजाजत दे तो। जरूर आप देखें, आप सदर महफिल हैं, जिस तरफ भी आप महफिल को लेके चलेंगे हम आपके पीछे हैं, आप जरूर प्लीज तफ्सीश कर सकते हैं बस। तो देखें जी, बात यह है कि अगर माइक किसी का खुला बंद हो जाए तो बड़ी मेहरबानी है। तो महफिल का खुला था अली अकबर साहब, यारा भाई साहब का खुला। यारा भाई साहब है ना कि ग्यारह जन है, उनका माइक म्यूट है, वो है सर। सर ਤੁਹਾਡੀ ਤੁਸੀਂ ਵੱਡੀ, ਮੈਂ ਵੱਡੀ ਸਕਰੀਨ ਕਰਨਾ ਸਰ। ਆਲੋ 18 जज़ाकल्लाह। करनी पैनी थानू, क्योंकि मैं हवाला लगाना है। और पुतला खाना भी किते पुर करो, किसी बंदे अपने ਨੂੰ चुको, तो सारे मकसद है कि जो कुछ मकतबा बरेलवी देवबंदी भाभी सारे कर ली टैक्सी फुल कर ली टैक्सी फुल। हाँ जी, जिन्होंने हज़रत मसीह मौत नू दे इतराज है ना, मकसद है कि मुहम्मदी बेगम वाला, मैं आज थोड़ा जिहा ना उनका मेरे को काफ़ी देर का मामला सी, ते मौका ऐसा कोई नहीं सी बन रहा कि मैं उनकी कोई मकसद है कि पेश कर सका। तो सी मैनू थोड़ा जिहा मेरा एक भाई साथ देवे जिहड़ा ना सिर्फ रैपिड फायर मैंने जवाब देता जाए, एक दो सवाल मैं उन्होंने करने ने, उस तो बाद मैंने जवाब दे, फिर मैं पेश करांगा उस चीज़ का ना पस मंजर। जी मैं हाजिर हाँ, नहीं तो अली अकबर साहब शरीफ फरमाने शमाए महफिल ने वो हाजिर ने। अच्छा, मनु तो चलो अली अकबर साहब ते माशाल्लाह उन्होंने तो किसी होर वड्डे काम ते इस्तेमाल, तो तुसी इस टाइम मैनू मुनासिब लग रहे हो। छोटे काम वास्ते मैनू कर लो इस्तेमाल, ठीक है। ते मुबशिर रजा साहब, अगर असी इस्लाम में है सारे देवबंदी भाभी बरेलवी अहल हदीस, ते असी अपने तौर ते हैं, लेकिन ये सानू नहीं समझते तो ना समझन। लेकिन मैनू ये दसो कि हाँ हज़ूर सल्लल्लाहु अलैहि वसल्लम और अल्लाह की इताअत फर्ज है कि नहीं फर्ज? बिल्कुल फर्ज है। और ज़ाहिरी गल है कि अल्लाह दे जो अहकामात या जो तरीका कार ने साडे को रसूलुल्लाह सल्लल्लाहु अलैहि वसल्लम दे जरिए पहुंचे ने, बिल्कुल कोई शक नहीं। और फिर जिथों तक उन्हां दी सुन्नत या अमल है, साडा फर्ज है जिहड़ी जिहड़ी असीं कर सकीए वो करनी चाहिए। सुन्नत भी अदा करनी चाहिए और अमल भी अदा करना चाहिए। जरूर डंके दी चोट। एक आम बंदा जिहड़ा मेरे तुहाडे वर्गा ना, बिल्कुल, ते क्या जिहड़ा बंदा हज़ूर सल्लल्लाहु अलैहि वसल्लम दी पेश गोई दे मुताबिक व आखरीन मिनहुम लम्मा यलहकू बिहिम दे विच आना है, और उनका दावा होना कि मैं उही हाँ जिहदी ये सूरह जुमा दी आयत है, जिंदी हज़ूर सल्लल्लाहु अलैहि वसल्लम ने अल्लाह ने पेश गोई की है। वो बंदा अगर रसूलुल्लाह सल्लल्लाहु अलैहि वसल्लम दी सुन्नत नूं या अमल दी तकलीद ना करे तो वो मकाम वो हासिल कर सकता है? नहीं, बिल्कुल भी नहीं। ठीक हो गया। साडे मैं मकसद है हवाला मेरे को बड़े अरसे का पिया सी, मैं पसंद नहीं करता है जी गुफ्तगू विच आना, क्योंकि हैन ते हवाले साडे, लेकिन इंतहा हो गई अज जो मकसद है कि मैं एज ए गुफ्तगू का अंदाज ठीक है, माहौल होंदा हालात ने, लेकिन एक चीज़ बार बार दुगण दिती जाना जरा ना वो सही नहीं होंदा, आवाम नूं गुमराह करने वाली गल हुंदी है। तो गल ये कि जिहड़ा मुहम्मदी बेगम वाला मसला हैगा, इनू सारे गैर जमात और बिलखसूस अलामा साहब बहुत मतलब कि हाईलाइट करते हैं, और इहदे च खास एक नुकता भी पेश करते हैं। वो नुकता की है कि जी उन्होंने जिहड़े रिश्तेदार सी अहमद बेग साहब, की नाम से उन्होंने मुहम्मदी बेगम दे
वाले का नाम अहमद बेग ही सी ना? ਸੁਲਤਾਨ ਬੇਗ ਸੀ ਕਿ ਅਹਿਮਦ ਬੇਗ ਸੀ? ਆਹ अहमद बेग सी। सुल्तान बेग तो उन्होंने खावा सी ना गालबन बाद ते ਉਹ ਕੋਈ ਇਹਨਾਂ ਦਾ ਹਜ਼ਰਤ ਮਸੀਹ ਮੌਦ अलैहिस्सलाम ਦਾ ਉਹਨਾਂ ਦਾ ਕੋਈ ਪ੍ਰਾਪਰਟੀ ਦਾ ਮਸਲਾ ਸੀ, ਜਿਸ ਦੇ ਵਿੱਚ ਮਤਲਬ ਕਿ ਸਾਈਨ ਕਰਾਉਣ ਗਿਆ ਸੀ ਨਾ ਅਹਿਮਦ ਬੇਗ, ਤੇ ਮਿਰਜ਼ਾ ਸਾਹਿਬ ਵੀ ਸਾਈਨ ਕਰਨ ਆਏ ਤੇ ਫਿਰ ਉਹਨਾਂ ਨੇ ਯਕਦਮ ਰੁਕ ਗਏ। ਇਹ ਇਹਨਾਂ ਦੀ ਜਿਹੜੀ ਇਹ ਕਹਾਣੀ ਸੁਣਾਉਂਦੇ ਨੇ। ਅਸਲ ਕਹਾਣੀ ਕੀ ਹੈ, ਵੱਲਾ ਆਲਮ ਬਿਸਵਾਬ, ਮੈਂ ਨਹੀਂ ਪੜ੍ਹੀ ਲੇਕਿਨ ਇਹਨਾਂ ਦੇ ਮੂੰਹ ਮੈਂ ਇਹੀ ਸੁਣੀ, ਜਿਹੜੀ ਇਹਨਾਂ ਦੇ ਮੂੰਹ ਦੀ ਕਹਾਣੀ ਮੈਂ ਉਹੀ ਸੁਣਾ ਰਿਹਾ। ਤੇ ਮਿਰਜ਼ਾ ਸਾਹਿਬ ਸਾਈਨ ਕਰਨ ਤੋਂ ਯਕਦਮ ਰੁਕ ਗਏ ਤੇ ਕਿਹਾ ਮੈਂ ਤਾਂ ਕੱਲ ਕਰਕੇ ਦਾਂਗਾ, ਮੈਂ ਦੁਆ ਇਸਤਿਖਾਰਾ ਕਰਨੀ ਹੈ ਤੇ ਮੈਂ ਕੱਲ ਕਰਕੇ ਤੁਹਾਨੂੰ ਸਾਈਨ ਕਰਾਂਗਾ। ਤੇ ਦੂਸਰੇ ਦਿਨ ਗਏ ਤੇ ਮੁਹੰਮਦੀ ਬੇਗਮ ਦਾ ਰਿਸ਼ਤਾ ਮੰਗ ਲਿਆ। ਇਸੇ ਤਰ੍ਹਾਂ ਹੀ ਹੈ ਨਾ ਗੱਲ? ਕਿਸੇ ਹੋਰ ਨੇ ਵੀ ਸੁਣੀ ਹੈ ਜੀ ਉਹਨਾਂ ਦੇ ਮੂੰਹ ਚੋਂ ਗੱਲ? ਇਹ ਕਰਦੇ ਨੇ ਜੀ, ਇਹੀ ਗੱਲ ਹੀ ਕਰਦੇ ਨੇ, ਸਹੀ ਕਹਿ ਰਹੇ ਹੋ। ਹਾਂ, ਤੇ ਹੁਣ ਮੈਂ ਤੁਹਾਨੂੰ ਇੱਕ ਹਵਾਲਾ ਪੇਸ਼ ਕਰਨਾ ਤੇ ਤੁਸੀਂ ਸਾਰੇ ਭਰਾ ਖੁਦ ਹੀ ਸਾਰੇ ਸੁਣੋ ਤੇ ਸਮਝੋ ਤੇ ਫਿਰ ਉਹਦੀ ਅਗਲੀ ਗੱਲ ਕਰਾਂਗੇ ਜੀ। ਹਵਾਲਾ ਮੈਂ ਲਗਾ ਕੇ ਗੱਲ ਕਰਾਂਗਾ। एक मिनट, लो जी किताब आ गई है के सामने तुहाडे? जिन्ने लोग ने गैर अहमदी जो जो कुछ भी है किताब का स्क्रीनशॉट ले ले पहले तो। ਮੈਨੂੰ ਇਹਦੇ ਤੋਂ ਜਿਹੜਾ ਲੱਗਦਾ ਹੈ ਇਹ ਕਿਸੇ ਇਹ ਬਰੇਲਵੀਆਂ ਦੀ ਕਿਤਾਬ ਹੈਗੀ ਹੈ, ਕਿਉਂਕਿ ਇਹਦੇ ਜਿਹੜੇ ਆਲਮ ਸਾਹਿਬ ਨੇ ਲਿਖਿਆ ਹੈ ਨਾ ਉਹ ਹੈਗੇ ਨੇ ਮੌਲਾਨਾ ਮੁਹੰਮਦ ਰੂਹ ਅੱਲਾ ਨਕਸ਼ਬੰਦੀ ਗਫੂਰੀ, ਮਕਤਬਾ ਸ਼ੇਖ 345/3 ਬਹਾਦਰਾਬਾਦ कराची नंबर 5 ਤੇ ਫੋਨ ਨੰਬਰ 021 34 93 54 93। ਠੀਕ ਹੋ ਗਿਆ ਜੀ? ਇਹਨਾਂ ਦੇ ਘਰ ਦਾ ਹਵਾਲਾ, ਇਜਮਾਏ ਉम्मत ਦਾ ਹਵਾਲਾ, खत्म नबूवत के परचम तले हम एक हैं, हम एक हैं। के साए तले हम एक हैं, हम एक। जी बहन हवाला पढ़ो चाह दा कप। जी जी सारे उसी तरह पहले जिवें मैं क्या स्क्रीनशॉट ले लो, बरेलवी देवबंदी वाबी अहल हदीस शिया जितने भी जमाए डंडा खत्म नबूवत दा फड़िया सारे हवाले दा स्क्रीनशॉट ले लो जी। हवाला ये है, ये किताब का सफ़ा नंबर 32 है, यानी 32। 32 गौर ना समझना और ले लेना। ਥੋੜਾ ਜਿਹਾ ਬੱਤੀ ਜਿਹੜੀ ਹੈ ਨਾ ਥੱਲੇ ਜਿਹੜਾ ਆਇਆ ਨਾ ਜੱਗਾ ਜੱਟ, ਉਹਦੀ ਮਾਂ ਨੂੰ ਦਿਓ ਜ਼ਰਾ ਜਾਂ ਭੈਣ ਨੂੰ। ਹਵਾਲਾ ਪੜ੍ਹ ਲੈਣ ਤੇ ਬਾਕੀ ਸਾਰਾ ਕੁਝ ਮੈਂ ਬਾਅਦ ਆਪੇ ਹੀ ਲੈ ਲੈਣਗੇ, ਜਦੋਂ ਹਵਾਲਾ ਪੜ ਗਿਆ ਨਾ ਸਾਰਾ ਕੁਝ ਆ ਜਾएगा। लो जी, ये है गज़वा बनी मुस्तलक के नतीजे में माले गनीमत के तौर पर बहुत सारे कैदी रसूल अल्लाह सल्लल्लाहु अलैहि वसल्लम को हासिल हुए। इनमें औरतें भी थीं, तो आप सल्लल्लाहु अलैहि वसल्लम ने माले गनीमत में से 5वां हिस्सा निकाल लिया। फिर बाकी मांदा माले गनीमत की तकसीम आप सल्लल्लाहु अलैहि वसल्लम ने इस तरह फरमाई कि घोड़सवार को 2 हिस्से दिए और पैदल को 1 हिस्सा दिया। तो जवेरिया बिनत हारिस रजी अल्लाह अन्हा साबत बिन कैस रजी अल्लाह अन्हा के हिस्सा में आई। वो रसूल अकरम सल्लल्लाहु अलैहि वसल्लम की खिदमत में हाजिर होकर अर्ज गुजार हुई, ए अल्लाह के रसूल, मैं जवेरिया बिनत हारिस हूँ जो अपनी कौम के सरदार हैं और
मैं जिस मुसीबत में मुब्तला होकर हाजिर हुई हूँ आप इससे वाकिफ ही हैं। साबत मेरी रिहाई के मसले में 9 ओकिया पर मुझसे मुकातबत कर ली है, लिहाजा मेरी आज़ादी के मसले में मेरी मदद फरमाएं। हुण वो की फरमा रही ने कि ऐ अल्लाह के रसूल, मैं जुवेरिया बिनत हारिस हूँ जो अपनी कौम के सरदार हैं, और मैं जिस मुसीबत में मुब्तला होकर हाजिर हुई हूँ आप इससे वाकिफ ही हैं। साबत मेरी रिहाई के मसले में 9 ओकिया पर मुझसे मुकातबत कर ली है, लिहाजा मेरी आज़ादी के मसले में मेरी मदद फरमाएं। ठीक है जी। तो आप सल्लल्लाहु अलैहि वसल्लम ने फरमाया, ऐ जुवेरिया, क्या इससे बेहतर की भी तुम्हें जरूरत है? तो जुवेरिया रजी अल्लाह अन्हा ने अर्ज किया, वो क्या हो सकती है? जिसके जवाब में आप सल्लल्लाहु अलैहि वसल्लम ने फरमाया, मैं आपकी तरफ से ज़र किताबत अदा करके आपसे निकाह कर लेता हूं। तो जुवेरिया रजी अल्लाह अन्हा ने कहा, मुझे यह तजवीज़ कबूल है। अब ये जितने भी आलम लोग हैं बताएं कि हज़रत उम्मुल मोमिनीन, हमारी माँ, प्यारी माँ, हमारी जाने भी कुर्बान, प्यारे अब्बा जान हज़रत मोहम्मद मुस्तफ़ा सल्लल्लाहु अलैहि वसल्लम पर, जो हमारी तमाम वजह कायनात हैं, दुनिया के अब्बा जान हैं, जो नहीं मानते उनके भी हैं, क्योंकि वजह कायनात है, अल्लाह ने सारी कायनात उनकी वजह से बनाई है, तो हम तो सब हैं ही हैं। तो अम्मी जान तो मदद लेने आई थी, तो प्यारे हजूर मोहम्मद मुस्तफ़ा सरवर कायनात सल्लल्लाहु अलैहि वसल्लम ने उनकी मदद भी की, और साथ में उनको हमारी माँ बनाने की ऑप्शन भी दी उम्मत की, तो अल्हम्दुलिल्लाह उन्होंने भी कबूल कर ली। अब मसला यहाँ पे यह है कि एक जैसे ही है ना, वो मदद लेने आई, लेकिन अल्लाह के रसूल को अल्लाह ने ज़ाहिरी बात है हुक्म दिया, तो उन्होंने वो अम्मा जान की खिदमत में ऑफर की। इसी तरह जो बंदा वाखरीना मिनहुम लम्मा यलहकू बिहिम की सूरत में आके दावा करे और वो ये सुन्नत नबवी और अमल ना करे, अगर ये उनकी जिंदगी में वाकया मोहम्मदी बेगम वाला दस्तखतों वाला ना हुआ होता, तो ये उस वजह से आज झूठा कह रहे होते कि रसूल पाक ने तो ये भी अमल किया था। तो ये तो उनका दावा करते हैं गुलाम होने का, तो इन्होंने तो ये अमल नहीं किया, फिर बात क्या बननी थी? अब अगर उन्होंने अमल कर दिया तो तब भी बात बन गई है। तो ये ठीक है कि रसूलुल्लाह सल्लल्लाहु अलैहि वसल्लम की जो अल्लाह ताला ने वो मामला था वो पूरा कर दिया, लेकिन हजरत मिर्जा साहब ने अपने प्यारे आका की सुन्नत पे अमल तो किया ना, और चूंकि वो जिल और बरूज और इमाम महदी और उम्मती नबी हैं, अगर उसमें पूरा नहीं भी हुआ, उन्होंने तो हक अदा कर दिया ना। इसमें कौन सी बड़ी रॉकेट साइंस है या गलत बात है? हजरत मसीह मौत के जितने भी मामलात आपको मिलेंगे वो अपने आका की सुन्नत पर अमल के नतीजे में ही मिलेंगे। कोई अमल हजरत मसीह मौद अलैहिस्सलाम का आका दो जहां के अमल और सुन्नत से बाहर नहीं मिलेगा। ये अलग बात है कि ये बदबख्त और कम इल्म लोग समझते नहीं है, या ये चूंकि ये मुखालफ हैं, और मुखालफ जैसे आज वसल्लम के यहूदी या क्रिश्चियन हैं, वो भी इस तरह की चीजों को इसी तरह ठट्ठा और मजाक उड़ाते हैं। तो ये उड़ा लेंगे तो कौन सा मतलब के ज्यादा फर्क पड़ जाएगा? तो क्या इसे हवाला बिल्कुल हज़रत मसीह ने उसी तरह अमल किया या नहीं किया जिस तरह ये बयान करते हैं प्यारे आका मोहम्मद मुस्तफा सल्लल्लाहु अलैहि वसल्लम की सुन्नत पर? सुभान जी भाई, सुभान मैं कहता हूं मियां साहब आप सुभान अल्लाह। मैं ना आज ते तुसी यकीन मनो मेला ही लुट लिया, यकीन मनो मियां साहब ਐਵੇਂ ਨਹੀਂ ਆਂਦੇ ਤੁਹਾਨੂੰ ਸਾਰੇ ਕਿ ਤੁਸੀਂ ਅਖੀਰ ਹੀ ਕਰਦੇ ਹੋ ਜਦੋਂ ਕਰਦੇ ਹੋ। ਤੁਸੀਂ ਅੱਜ ਮੇਲਾ ਲੁੱਟ ਲਿਆ। ਵਾਕਈ ਉਹ ਬੜੇ ਬਗੈਰਤ ਮੂੰਹ ਫੱਟ ਕੇ ਇਤਰਾਜ਼ ਕਰਦੇ ਸਨ ਪਏ
ਠੀਕ ਹੈ। ਆ ਉਹਨਾਂ ਦੇ ਮੂੰਹ ਦੇ ਉੱਤੇ ਤੁਸੀਂ ਚੰਗੀ ਰੱਖ ਕੇ ਚਪੇੜ ਮਾਰੀ ਜੇ। ਇੱਕ ਤੁਹਾਡੀ ਚਪੇੜ ਮੈਨੂੰ ਪਹਿਲਾਂ ਵੀ ਬੜੀ ਪਸੰਦ ਆਈ ਸੀ, ਠੀਕ ਹੈ, ਜਿਹੜੀ ਮੁਫਤੀ ਮੁਬਸ਼ਰ ਦੇ ਮੂੰਹ ਤੇ ਮਾਰੀ ਸੀ। ਅੱਜ ਉਸ ਤੋਂ ਬਾਅਦ ਦੂਜੀ ਚਪੇੜ ਵੀ ਮੈਨੂੰ ਤੁਹਾਡੀ ਬੜੀ पसंद आई है। चपेड़ा और भी तो बढ़िया मार। आगे की भयानक बात मैं आपको बताऊं। अच्छा, हाँ जी, आज तो ये इस तरह हज़रत मसीह मौत पे मकसद है कि वो मुकज़्ज़ब बने हुए ना, इनकी किस्मत में है, क्योंकि नबियों के मुकज़्ज़ब और तकज़ीब याफ्ता लोग यही करते हैं। अगर खुदा न खास्ता ये मामला ना हुआ होता मोहम्मदी बेगम वाला, तो आज ये इसलिए हज़रत मसीह मौत को नौज़ुबिल्लाह झूठा कह रहे होते कि रसूल अकरम सल्लल्लाहु अलैहि वसल्लम की जो जिंदगी में यह भी वाक़या हुआ है। तो ये कहते हैं कि मैं उनका, तो ये वाक़या इनकी जिंदगी में कहाँ है, आप दिखाएं ये चीज। बिल्कुल बिल्कुल ऐसे ही है। बहरहाल मुझे आपकी वो पुरानी चपेड़ भी याद आ गई है। तो एक ये चपेड़ आपने बहुत अच्छी कर लें कि वो मारी है। ठहरे मैं जरा गाड़ी पास। और ये मैंने हवाला इनके घर से, बरेलवियों के घर से दिया है। तो ये किताब का मैंने टाइटल भी दिखा दिया और ये सफा नंबर भी दिखा दिया है। तो अब बरेलवी तो सच्चे हैं ना, उम्मती हैं, वो तो गलत नहीं लिख सकते। वो तो नबी पाक पे किसी किस्म का इल्जाम नहीं ना लगा सकते। हकीकत उन्होंने तो जो लिखना है हकीकत ही लिखनी है। तो इसलिए मैंने दुश्मनों के घर से उनका हवाला दिया है। और साथ में मुझे फिक्र इसमें यह थी कि शुक्र अल्लाह का कि हज़रत मसीह मौद अलैहिस्सलाम से ये इस तरह का अल्लाह ताला ने मामला करा दिया। अगर ना हुआ होता तो इस मामले में इन्होंने कहना था लो जी मिर्जा साहब की तो जिंदगी च मामला ही नहीं हुआ। वो तो बड़े ने नबी पाक मुहम्मद मुस्तफा सल्लल्लाहु अलैहि वसल्लम दा ज़िल और बरूद ते साडे प्यारे आका दी तो जिंदगी च भी वाकया होया। जी अस्सलाम वालेकुम मियां साहब, सॉरी मैं बिजी था, असल में ड्राइव कर रहा हूँ। साथ साथ मुझे थोड़ी सी इसके अंदर थोड़ी सी चाहिए थी। उर्दू च गल के पंजाबी च कर लेने, मियां से पंजाबी च कर लेने। जी जी करो। ਇਹ ਤੁਸੀਂ ਬਿਆਨ ਕੀਤੀ, ਮੈਂ ਥੋੜੀ ਬਹੁਤ ਸੁਣੀ ਸੀ, ਸਵਾਰੀ ਨਾਲ ਬੈਠੇ ਸੀ, ਲੱਥੀ ਹੈਗੀ ਕਿ ਸਿਰਫ ਇਹਨਾਂ ਪੁੱਛਣਾ ਸੀ ਕਿ ਤੁਸੀਂ, ਮੈਂ ਆਖਰੀ ਅਲਫਾਜ਼ ਸੁਣੇ ਨੇ ਕਿ ਇਹ ਔਰਤ ਮਦਦ ਮੰਗਣ ਆਈ ਸੀ ਨਬੀ ਪਾਕ ਕੋਲੋਂ ਨਾ। मैं नहीं यार, वो हवाले में लिखा है भाईजान, मेरी भी जरूरत है। नहीं सवाल चलो मौलवी ने लिखे, नक्शबंदी साहब ने कि औरत मदद मंगन आए सी ते नबी पाक ने फिर उन्हों को मुबशर रज़ा साहब ते एक मिनट मुबशर रज़ा साहब, मैं अगर बाहर चलना मोबाइल अंदर ही पिया ना, ध्यान रखियो। ओके। आया मैं सिर्फ इतना पूछना सी कि मैं चूंकि उस वाक़े ते ना मैं पढ़े नहीं, मोहम्मदी बेगम मदद मंगन आई सी मसीह अलैहिस्सलाम कोलों, कोई इस तरह दा मतलब तुसी मिला रहे हो? नहीं वो ये दसदे ने, मैं नहीं मिला रहा। अलामा अमर नज़ीर साहब हमेशा जदों भी बयान करते हैं ना, वो ये कहते हैं कि इन्हां दे मोहम्मदी बेगम साहब दे वालिद दा ते इन्हां दा कोई जदाद दा मसला सी। अच्छा अच्छा अच्छा। ते वो कोई पेपर सी जिंदे ते हज़रत मसीह मौद दे साइन होने सी। जी जी। वो पेपर लेके आया क्योंकि आपस में रिश्तेदार भी सी ना। जी जी बिल्कुल। वो साइन करान आया ते मिर्जा साहब ने साइन करान गए, दस्तखत रुक गए ते नाल ही क्या कि मैं इस्तिखारा करके साइन करांगा। ते जो दूसरे दिन गए ते उन्होंने क्या कागज लेके आए ते उन्होंने क्या साइन कर दो। ते मिर्जा साहब ने कहा कि मैनू इल्हाम होया कि तू मैनू अपनी बच्ची का रिश्ता दे। ठीक है। ते सारी गल है कि जो भी जदाद का मामला सी ਉਹਦੇ ਚ ਜਿਹੜੀ ਦਸਖਤ ਸੀ ਹਜ਼ਰਤ ਮਿਰਜ਼ਾ ਸਾਹਿਬ ਦੇ ਮਦਦ ਹੀ ਸੀ ਨਾ ਹਜ਼ਰਤ ਮਿਰਜ਼ਾ ਸਾਹਿਬ ਨੂੰ। ਠੀਕ ਹੈ। ਕਿਉਂਕਿ ਉਸ ਕਾਗਜ਼ ਤੇ ਦਸਖਤ ਨਾਲ ਉਹਨਾਂ ਦੇ ਮੁਹੰਮਦੀ ਬੇਗਮ ਦੇ ਵਾਲਿਦ ਦਾ ਮਸਲਾ ਹੱਲ ਹੋਣਾ ਸੀ ਬਕੌਲ ਅਮਰ ਨਜ਼ੀਰ ਸਾਹਿਬ ਦੇ। ਤੇ ਉਸ औरत ने ਜਿਹੜੀ ਆਈ ਸੀ रसूल पाक सल्लल्लाहु अलैहि वसल्लम को बकौल तहरीर दे मदद ले क्या उस औरत ने शादी की सी रसूल पाक सल्लल्लाहु अलैहि वसल्लम दे नाल या कोई इस तरह दा मतलब है? हजरत जवेरिया हजरत अम्मा जान उम्मुल मोमिनीन हजरत जवेरिया बिन हारिस। लेकिन मोहम्मदी बेगम ने नहीं सीखी थी ना। हाँ जी मोहम्मदी बेगम का मसला ना कि रसूल पाक दी ते अल्लाह ताला ने मकसद ख्वाहिश पूरी कर दी, लेकिन हज़रत मसीह मौद ने ते अपने आका दी सुन्नत ते अमल किया ना। अगू पूरी होवे ना होवे वो एक अलग गल है। अच्छा, क्योंकि मैं थोड़ा सुन रहा सी, मैं तो दो वाकयात मिलते ने आपस में ना। हाँ जी मिलते ने। ठीक हो गया।
ਜਿਹੜਾ ਬਿਆਨ ਕਰਦੇ ਅਲੀ ਅਕਬਰ ਸਾਹਿਬ, ਤੁਸੀਂ ਕੁਝ ਦਿਨ ਪਹਿਲਾਂ ਬਿਆਨ ਕਰ ਰਹੇ ਸੋ ਕਿ ਕੋਈ बेतहाशा वाकयात हैं, लेकिन वो चलो ਅਲੀ ਅਕਬਰ ਸਾਹਿਬ ਗੱਲ ਸੁਣਿਓ, ਉਹ ਜਿਹੜਾ ਬਾਗ ਵਾਲਾ ਜਿਹਦੇ ਚੋਂ ਇੱਕ ਯਹੂਦੀ नहीं एक मिनट ਇਹਦਾ ਬੜਾ ਕੁਝ ਹੋ ਇੰਨਾ ਹੀ ਹੋ ਗਿਆ, ਬੜਾ ਕਾਫੀ ਹੈ। ਹਰ ਜਗ੍ਹਾ ਹਰ ਇੱਕੋ ਵਾਰੀ ਨਹੀਂ ਸਾਰਾ ਕੰਮ ਕਰੀਦਾ। ਨਹੀਂ ਮੈਂ ਕਹਿ ਰਿਹਾ ਕਿ ਉਹ ਅਗਰ ਜ਼ਿਆਦਾ ਰਿਲੇਟ ਕਰਦਾ ਹੈ ਤਾਂ ਅਲੀ ਅਕਬਰ ਸਾਹਿਬ ਨੂੰ ਪੇਸ਼ ਕਰ ਦਿਓ ਇਸ ਮੌਕੇ ਤੇ। ਜਿਹੜਾ ਅੱਜ ਉਹਨਾਂ ਨੇ ਨਜ਼ੀਰ ਸਾਹਿਬ ਨਾਲ ਹਜ਼ਰਤ ਇਹਨਾਂ ਦੇ ਉਹ ਸਾਰਿਆਂ ਦੇ, ਚੂੰਕਿ ਵਾਲਦਾ ਮਾਇਦਾ ਨੇ ਹਜ਼ਰਤ ਮੁਹੰਮਦੀ ਬੇਗਮ ਸਾਹਿਬਾ, ਉਹ ਵਾਬੀਆਂ ਦੇ ਔਰ ਅਹਿਲ ਹਦੀਸਾਂ ਔਰ ਦਿਓਬੰਦੀਆਂ ਔਰ ਬਰੇਲਵੀਆਂ ਦੇ ਅੰਮੀ ਹੈਗੇ ਨੇ, ਇਹ ਉਹਨਾਂ ਨੂੰ ਅੰਮੀ ਕਹਿੰਦੇ ਨੇ। ਤੇ ਉਹ ਆਪਣੇ ਅਲਾਮਾ ਸਾਹਿਬ ਨੇ ਆਪਣੇ ਵਾਲਦਾ ਦਾ ਮੁਕੱਦਮਾ ਪੇਸ਼ ਫਿਰ ਅੱਜ ਕੀਤਾ ਬਿਲਾਲ ਨਜ਼ੀਰ ਸਾਹਿਬ ਦੇ ਸਾਹਮਣੇ, ਔਰ ਬੜੇ ਸ਼ਿੱਦਤ ਮਾਦਨਾ ਕੀਤਾ। ਤੇ ਉਹਦੇ ਬਿਲ ਮੁਕਾਬਲ ਇਹੀ ਚੀਜ਼ ਉਹਨਾਂ ਨੂੰ ਸੂਟ ਕਰਦੀ। ਬਾਕੀ ਇਸ ਤੋਂ ਇਲਾਵਾ ਅਗਰ ਤੁਸੀਂ ਕਰਨੀ ਤਾਂ ਮੇਰੀ ਗੈਰ ਮੌਜੂਦਗੀ ਕਰਨਾ। ਮੈਂ ਤੇ ਇਲਮੀ ਜਵਾਬ ਦਿੱਤਾ ਹੈਗਾ। ਬਾਕੀ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਦੋਸਤਾਂ ਦੀ, ਤੁਸੀਂ ਉਹ ਕਰ ਸਕਦੇ ਹੋ, ਆਜ਼ਾਦ ਹੁੰਦੇ। ਕਿਉਂਕਿ ਮੇਰਾ ਤੇ ਹੁੰਦਾ ਕਿ ਜਿਸ ਤਰ੍ਹਾਂ ਦਾ ਵਕੂਆ ਹੋਵੇ ਉਸ ਤਰ੍ਹਾਂ ਦੀ ਚੀਜ਼, ਜਿਸ ਤਰ੍ਹਾਂ ਦਾ ਕੋਈ ਚੀਜ਼ ਕੋਈ ਇਲਮੀ ਲਿਆਵੇ ਉਹਦੇ ਸਾਹਮਣੇ, ਉਸ ਤਰ੍ਹਾਂ ਦੇ ਇਲਮੀ ਜਵਾਬ ਦੇਣਾ। ਅਸੀਂ ਕੋਈ ਮੁਖਾਲਫਤ ਜਾਂ ਮੁਕਾਸਮਤ ਵਿੱਚ ਤੇ ਨਹੀਂ ਗੱਲ ਕਰਨੀ ਨਾ। ਅਸੀਂ ਤੇ ਹਜ਼ਰਤ ਮਸੀਹ ਮੌਦ अलैहिस्सलाम ਦੀ ਸੀਰਤ ਦਿਖਾਣੀ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਜੋ ਅਮਲ ਵੀ ਕੀਤਾ ਹੈਗਾ, ਉਹ ਆਪਣੇ ਆਕਾ ਜਿਨ੍ਹਾਂ ਦੇ ਉਹ ਗੁਲਾਮ ਨੇ ਉਹਨਾਂ ਦੇ ਸੋਹਬਤ ਵਿੱਚ ਕੀਤਾ, ਉਹਨਾਂ ਦੀ ਤਾਲੀਮਾਤ ਦੀ ਰੋਸ਼ਨੀ 'ਚ ਕੀਤਾ, ਉਹਨਾਂ ਦੀ ਮੁਹੱਬਤ ਵਿੱਚ ਕੀਤਾ, ਉਹਨਾਂ ਦੀ ਤਾਬੇਦਾਰੀ 'ਚ ਕੀਤਾ। ਜਿਹੜਾ ਕਿ ਸਾਡੇ ਹਰ ਇੱਕ ਆਮ ਮੁਸਲਮਾਨ ਦਾ ਫਰਜ਼ ਹੈ ਕਿ ਜਿਸ ਹੱਦ ਤੱਕ ਵੀ ਹੋ ਸਕੇ ਅਸੀਂ ਨਬੀ ਪਾਕ ਮੁਹੰਮਦ ਮੁਸਤਫਾ ਵਜਹ ਕਾਇਨਾਤ ਦੀ ਹਰ ਗੱਲ ਦੀ ਇਤਾਅਤ ਔਰ ਤਾਬੇਦਾਰੀ ਕਰੀਏ ਔਰ ਉਹਨਾਂ ਦੇ ਅਮਲ ਤੇ ਅਮਲ ਕਰੀਏ। ਤੇ ਕੁਝਾ ਇੱਕ ਐਸਾ ਸ਼ਖਸ ਜਿਹਦੇ ਆਸੇ ਪੇਸ਼ਗੋਈ ਹੈ ਵਾਖਰੀਨਾ ਮਿਨਹੁਮ ਲਮਾ ਯਲਕੂਬਹਿਮ, ਤੇ ਉਹ ਨਾ ਕਰੇ ਤੇ ਫਿਰ ਉਹ ਨਬੀ ਕਿਸ ਗੱਲ ਦਾ, ਫਿਰ ਉਹ ਇਮਾਮ ਮਹਿਦੀ ਕਿਸ ਗੱਲ ਦਾ। ਮੈਂ ਸਿਰਫ ਇੱਕ ਇਲਮੀ ਰੰਗ 'ਚ ਇਹ ਚੀਜ਼ ਪੇਸ਼ ਕੀਤੀ ਹੈ ਤੇ ਅਲਹਮਦੁਲਿਲਾ ਸਿਦਕੇ ਦਿਲ ਔਰ ਜਿਹੜੇ ਸਾਦਕ ਲੋਕ ਹੋਣਗੇ ਉਹਨਾਂ ਨੂੰ ਸਮਝ ਆ ਜਾਏਗੀ ਕਿ ਇਹ ਅਸਲ ਮੁਹੰਮਦੀ ਬੇਗਮ ਦਾ ਵਾਕਿਆ ਜਾਂ ਮਾਮਲਾ ਕੀ ਹੈ। जी मुबशर रजा साहब, सही कोई ठीक सही चीज आई है, गलत गल तो नहीं ना असीं कीती, कोई भी इलमी गुफ्तगू की ना। बिल्कुल बिल्कुल, क्योंकि वाकिया विद सबूत विद एविडेंस तुसी पेश कीता है। थोड़े जे हालातों वाकियात समझन चाहते सन अली अकबर साहब ना कि ਉਹ ਇਹਦੇ ਨਾਲ ਕਿਵੇਂ ਰਿਲੇਟ ਹੋ ਰਿਹਾ ਹੈ ਨਾ, ਤੇ ਤੁਸੀਂ ਉਹ ਵੀ ਮੈਂ ਦੇਖੋ ਉਹਦੇ ਚ ਇਹ ਹੈ ਕਿ ਉਹ ਅਲੀ ਅਕਬਰ ਭਾਈ ਖੁਦ ਮਾਸ਼ਾਅੱਲਾ ਸਾਡੇ ਬੜੇ ਇਲਮੀ ਭਾਈ ਨੇ, ਹਾਫਿਜ਼ ਕੁਰਾਨ ਨੇ ਔਰ ਜਮਾਤ ਦੇ ਸਾਰੀਆਂ ਕੁਤਬ ਤੋਂ ਵਾਕਿਫ ਨੇ, ਅਹਲੇ ਤਸ਼ੀਹ, ਅਹਲੇ ਬਰੇਲਵੀ, ਦੇਵਬੰਦ। ਤੇ ਉਹ ਸਕਰੀਨਸ਼ਾਟ ਲੈ ਲੈਣੇ ਨੂੰ ਪੜਨ। ਮੈਂ ਕਿਤਾਬ ਦਾ ਵੀ ਲਗਾਇਆ ਸੀ, ਪਤਾ ਨਹੀਂ ਉਹਨਾਂ ਸਕਰੀਨਸ਼ਾਟ ਲਿਆ ਕਿ ਨਹੀਂ ਲਿਆ। ਵੈਸੇ ਇਹਦੇ ਤੇ ਵੀ ਕਿਤਾਬ ਦਾ ਨਾਮ ਲਿਖਿਆ ਹੈ, ਸਫਾ ਨੰਬਰ ਵੀ ਲਿਖਿਆ ਹੈ। ਇੱਕ ਸਾਈਡ ਤੇ ਕਿਤਾਬ ਦਾ ਨਾਮ ਲਿਖਿਆ, ਇੱਕ ਸਾਈਡ ਤੇ ਸਫਾ ਨੰਬਰ ਲਿਖਿਆ ਹੈ। ਤੇ ਮੈਂ ਟਾਈਟਲ ਫੇਰ ਲਗਾ ਦੇਣਾ ਇੱਕ ਵਾਰੀ, ਕਿਉਂਕਿ ਕਾਫੀ ਦੇਰ ਦਾ ਲੱਗਾ ਹੋਇਆ। ਟਾਈਟਲ ਫੇਰ ਲਗਾ ਦਿੰਦੇ ਆ। ਉਹ ਟਾਈਟਲ ਤੋਂ ਲੋਕੀ ਜਿਨ੍ਹਾਂ ਮੁਸਤਫੀਦ ਹੋਣਾ, ਸਕਰੀਨਸ਼ਾਟ ਲੈਣਾ, ਉਹ ਲੈ ਲੈਣ। ਲਓ ਜੀ, ਇਹ ਟਾਈਟਲ ਜੀ ਕਿਤਾਬ ਦਾ। तमाम दोस्त जिन्हें भी है ने ਉਹ ਸਕਰੀਨਸ਼ਾਟ ਲੈਣ, ਇਹਨੂੰ ਖਰੀਦ ਲੈਣ ਕਿਤਾਬ ਨੂੰ, ਜਾਂ ਗੂਗਲ ਤੋਂ ਡਾਊਨਲੋਡ ਕਰ। ਇਹ ਸਮਝ ਆ ਰਹੀ ਹੈ ਕਿ ਇਹਦੇ ਵਿੱਚ ਜ਼ਿਆਦਾ ਜ਼ਿਕਰ ਜ਼ਕਾਰ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਵਾਜੀ ਜ਼ਿੰਦਗੀ ਦਾ ਹੀ ਹੈ। ਬਿਲਕੁਲ। ਹੁਣ ਦੇਖੋ ਨਾ, ਸਾਡੇ ਵਾਸਤੇ ਰੋਲ ਮਾਡਲ ਸਾਡੇ ਆਕਾ ਦੋ ਜਹਾਨ ਵਜੇ ਕਾਇਨਾਤ ਨੇ। ਕਮ ਅਜ਼ ਕਮ ਜਿਹੜੇ ਅਸੀਂ ਮੁਸਲਮਾਨ ਲੋਕ ਹਾਂ, ਅਸੀਂ ਮੁਸਲਮਾਨ ਲੋਕ ਉਮਤ ਮੁਹੰਮਦੀਆ, ਸਾਡੀ ਹਰ ਚੀਜ਼ ਜਿਹੜੀ ਹੈ ਰਸੂਲ पाक सल्लल्लाहु अलैहि वसल्लम ਦੀ ਤਾਲੀਮਾਤ ਦੇ ਤਾਬੇ ਹੋਣੀ ਚਾਹੀਦੀ। ਇਹਦੇ ਤੇ कोई दो राय नहीं। और उनकी जितनी भी जिंदगी के मकसद एक अमल है, घरेलू जिंदगी, दुनियावी जिंदगी, अवामुन्नास, अल्लाह के साथ लाओ लगन, अल्लाह के बंदों के साथ, उम्मत के साथ हमें सब पढ़ने चाहिए। और उन पर जिस हद तक हमारे जैसे नाचीज़ हैं उनके मकसद है कि अमल करना चाहिए, उनके नसाए पे, उनके जो अहकामात हैं, वमन युतिल्लाह व रसूला की आयत के तहत।
तो जज़ाकल्ला जी, शुक्रिया यारा भाई आपने वक्त दिया। मैंने कहा आज ये मोहम्मदी बेगम वाले मामले का कोई हल्का फुल्का नहीं, इल्मी जवाब दिया जाए। तो इल्मी जवाब मैंने हज़रत सल्लम की इनकी बरेलवियों की जो किताब है रसूल अकरम सल्लल्लाहु अलैहि वसल्लम की अज़वाजी ज़िंदगी, उससे इनके घर से दिया है। कोई ये जमात अहमदिया की रूहानी ख़ज़ाइन नहीं है, ना कोई खलीफातुल मसीह सानी की कलमातुल फसल है, ना कोई खिलाफत है, ना कोई अनवार खिलाफत है, ना अपना अनवारुल उलूम है, ना सीरतुल महदी है, ना अल फज़ल है, ना तशीज़ुल अज़ान है। तो ये नजब भाई भी आए हैं, वो स्क्रीनशॉट ले लें किताब का। अगर नजब भाई ये किताब का स्क्रीनशॉट ले लें और इसके सफ़ा नंबर 32 पे वो हवाला लिखा हुआ है, हजरत जवेरिया बिन हारिस का सारा मामला उन्होंने लिखा है, बड़े अच्छे अल्फाज में और बड़े खूबसूरत अंदाज में उन्होंने वो तहरीर की। पूछो अबू तालिब ने दूध पियाया सी जेड़ा रसूल पाक रसूल चलो ਇਹ ਹੁਣ ਅਗਲਾ ਕੰਮ ਤੁਹਾਡਾ ਹੈ, ਮੇਰਾ ਤੇ ਇਲਮੀ ਮਾਮਲਾ ਸੀ ਤੇ नहीं साहब, आपने हमेशा ही आपने बड़े अच्छे तरीके से, बड़ी खूबसूरत तरीके से हवाले के साथ आपने बात की है, पहले भी करते हैं और आज भी बड़ी अच्छी बात की, और आपने बड़ा अच्छा इनको गाइड किया है कि ये इन्हीं की किताब है, सारा कुछ लिखा हुआ है, तो ये हवाला पढ़े जाके इनको सारे किस्से की समझ आ जाएगी, दोनों साइडों के किस्से की ना। ਇਹ ਨਜਫ ਅਬਾਸ ਜਿਹੜਾ ਬੜਾ ਬਦਮਾਸ਼ ਹੈਗਾ, ਕਹਿੰਦਾ ਮੈਂ ਇੱਥੇ ਬੈਠਾ, ਉਹਨਾਂ ਕੋ ਪੁੱਛਣਾ ਸੀ ਯਾਰ ਅਬੂ ਤਾਲਿਬ ਦੁੱਧ ਪਿਆਂਦਾ ਰਿਹਾ, ਉਹ ਲਿਖਿਆ ਕਿ ਅਸੂਲ ਕਾਫੀ ਚੋਂ ਪੜ੍ਹ ਰਿਹਾ ਸੀ, ਸੁਬਾ ਕਿਤਾਬੁਲ ਹੁਜਾ ਹੈਗੀ ਹੈ, ਸਫਾ ਨੰਬਰ 253, ਉੱਥੇ ਲਿਖਿਆ ਕਿ ਬੀਬੀ ਆਮਨਾ ਦਾ ਦੁੱਧ ਨਹੀਂ ਸੀ ਲੱਥਾ ਜਦੋਂ ਪੈਦਾ ਹੋਇਆ ਨਾ, ਤੇ ਅਬੂ ਤਾਲਿਬ ਨੇ ਆਪਣੇ ਦੁੱਧ ਪਿਆਣਾ ਸ਼ੁਰੂ ਕਰਤਾ ਛਾਤੀ ਤੋਂ। ਇਹ ਗੱਲ ਠੀਕ ਹੈ ਨਜਫ? ਇਹ ਕੀ ਸਿਲਸਿਲਾ ਤੋਂ ਚਲਾਇਆ ਉੱਥੇ ਪਿੱਛੇ ਯਾਰ? ਬਦਮਾਸ਼ੀ ਖਾਲੀ ਕਰਨੀ ਹੈ ਕਿਉਂਕਿ ਜਵਾਬ ਹੀ ਦੇਣਾ ਜਿਆ ਕਿ ਅਬੂ ਤਾਲਿਬ ਦਾ ਦੁੱਧ ਕਿੱਥੋਂ ਨਿਕਲ ਆਇਆ ਸੀ। ਉਹ ਬੰਦਾ ਤੇ ਮੁਸ਼ਰਕ ਸੀ, ਮੁਸਲਮਾਨ ਹੀ ਨਹੀਂ ਸੀ ਹੋਇਆ। ਇਹਦਾ ਜਵਾਬ ਦੇ ਜ਼ਰਾ ਨਜਫ ਅਬਾਸ ਯਾਰ, ਥੱਲੇ ਲਿਖਦੇ ਭਾਵੇਂ। ਉਹ ਤੇ ਨਿੱਕੇ ਨਿੱਕੇ ਟੇਪ ਹੁੰਦੇ ਨੇ, ਉੱਥੋਂ ਦੁੱਧ ਕਿਵੇਂ ਨਿਕਲ ਆਇਆ ਤੇ ਮੂੰਹ 'ਚ ਕਿਵੇਂ ਚਲੇ ਗਏ ਨਿੱਕੇ ਨਿੱਕੇ ਟੇਪ ਉੱਥੇ? ਇਹਦਾ ਕੋਈ ਦੱਸੋ ਯਾਰ ਪੁੱਛ ਕੇ ਮੈਨੂੰ ਨਾ। ਉਹ ਮੈਂ ਤੇ ਕਿਤਾਬ ਉੱਥੇ ਉਹਦੇ 'ਚ ਪੜ੍ਹਿਆ ਹੈਗਾ। ਸੈਫੀ ਸਾਹਿਬ ਮੇਰੀ ਬਰਾਤ ਤੇ ਸਾਰੇ ਪਿੱਛੇ ਮੈਂ ਤਾਂ ਤੁਹਾਨੂੰ ਕੀ ਜਵਾਬ ਗੱਲ ਕਰਾਂ, ਜਿਵੇਂ ਤੁਸੀਂ ਐਕਸਪਲੇਨ ਕਰ ਦਿੱਤਾ ਹੈ ਉਹਦੇ ਲਈ ਕਾਫੀ ਹੈ, ਤੇ ਉਹ ਤੇ ਬੰਦਾ ਉਹਦਾ ਇਮਾਨ ਦਾ ਹਿੱਸਾ ਹੈ। ਤੁਸੀਂ ਹੱਸਣ ਲੱਗ ਪਏ ਹੋ। ਉਹ ਉਹ ਯਾਰ ਕਿਤਾਬ 'ਚ ਲਿਖਿਆ ਅੱਲਾ ਦੀ ਕਸਮ ਅਸੂਲ ਕਾਫੀ ਉਹ ਕਿਤਾਬ ਹੈ ਜਿਹੜੀ ਕਹਿੰਦੇ ਨੇ ਕੁਰਾਨ ਮੁਕੰਮਲ ਨਹੀਂ, ਅਸੂਲ ਕਾਫੀ ਮੁਕੰਮਲ ਹੈ। ਉਸ ਤੋਂ ਬਾਅਦ ਡਰ ਰੁਤਬਾ ਹੈਗਾ, ਉਹਦੇ 'ਚ ਲਿਖਿਆ ਹੈ। ਉਹ ਮੈਂ ਕਦੀ ਇਮੇਜਨ ਕਰਦਾ ਵਾਂ ਕਿ ਉਹ ਤੇ ਨਿੱਕੇ ਨਿੱਕੇ, ਮੈਂ ਆਪਣੇ ਹੱਥ ਲਾ ਕੇ ਵੇਖ ਰਿਹਾ ਨਾ ਸੀਨੇ ਤੇ, ਨਿੱਕੇ ਨਿੱਕੇ ਟਿੱਪੇ ਮੂੰਹ 'ਚ ਕਿਵੇਂ ਬੱਚੇ ਦੇ ਚਲੀਆਂ ਗਈਆਂ, ਤੇ ਉਹ ਦੁੱਧ ਕਿਵੇਂ ਨਿਕਲ ਆਇਆ ਨਾ, ਉਹ ਸਮਝ ਨਹੀਂ ਆ ਰਹੀ। ਸਮਝਾ ਦੇ ਨਾ ਆ ਕੇ ਜ਼ਰਾ। ਐਸੇ ਐਸੇ ਨਾ ਭੈਣ ਜੱਕਾਂ ਨੇ ਬਹੁਤਾਨ ਬੰਦੇ ਨੇ ਮੁਹੰਮਦ ਵਾਲੇ ਮੁਹੰਮਦ ਉੱਤੇ ਗਾਲ ਥੱਲੇ ਨਾ ਸੁੱਟ ਦੇ ਜਿਵੇਂ ਮੂੰਹ 'ਚ ਗਾਲ ਨਿਕਲ ਗਈ ਹੈ, ਠੀਕ ਹੈ। ਐਸੇ ਐਸੇ ਬਹੁਤਾਨ ਇਹਨਾਂ ਨੇ ਬੰਨੇ ਨਬੀ ਪਾਕ ਉਹਨਾਂ ਦੇ ਆਲ ਦੇ ਉੱਤੇ, ਐਸੇ ਬੇਸ਼ਰਮ ਇਨਸਾਨ ਨੇ ਇੱਥੇ ਆ ਕੇ ਫਿਰ ਇਹ ਗੱਲਾਂ ਕਰਦੇ ਨੇ ਬਹਿ ਕੇ ਇੱਥੇ ਸਾਨੂੰ। ਮੈਂ ਕਿ ਇਹਦੇ ਇਮਾਨ ਦਾ ਹਿੱਸਾ ਹੈ, ਨਜਫ ਦੇ ਇਮਾਨ ਦਾ ਹਿੱਸਾ ਹੈ। ਹਾਂਜੀ ਠੀਕ ਹੈ। ਆਂਦੇ ਨੇ ਜੀ ਉਹ ਬੰਦਾ ਤੇ ਮੁਸਲਮਾਨ ਨਹੀਂ ਸੀ, ਉਹ ਕਾਫਰ ਮਰਿਆ ਹੈਗਾ ਜਿਹੜਾ ਅਬੂ ਤਾਲਿਬ ਸੀ, ਉਹਦੇ ਉੱਥੇ ਦੁੱਧ ਪਿਆਂਦੇ ਫਿਰਦੇ ਨੇ। ਸੌਰੀ ਯਾਰ, ਤੁਹਾਡੀ ਬਰਾੜ ਦਾ ਮੇਰਾ ਖਿਆਲ ਮਾਹੌਲ ਇਹ ਨਹੀਂ ਹੈਗਾ, ਮੈਂ ਦੂਜੇ ਪਾਸੇ ਚਲਾ ਗਿਆ। ਨਹੀਂ ਕੋ ਮੁਬਸ਼ਰ ਰਜ਼ਾ ਸਾਹਿਬ ਕਿੱਥੇ ਗਏ ਹੋ? ਉਹ ਥੱਲੇ ਸਵਾਲ ਪੜੀ ਜਾ ਰਿਹਾ ਗੁੱਜਰ ਐਸੀ ਜੀ ਮੈਂ ਬੈਠਾ ਜੀ। और ਤੁਸੀਂ ਦੇਖੋ ਕਿ ਜਦੋਂ ਨੇ ਫਜ਼ੀਲਤ ਕੋਈ ਹੋਰ ਤੇ ਇਹਨਾਂ ਤੋਂ ਬਿਆਨ ਹੋਈ ਨਹੀਂ, ਇਹਨਾਂ ਨੇ ਕਿਹਾ ਚਲੋ ਇਹੀ ਬਿਆਨ ਕਰ ਦੋ ਕਿ ਉਹ ਦੁੱਧ ਪਿਲਾਉਂਦੇ ਰਹੇ ਨੇ। ਇਹ ਮੈਂ ਪਰਸੋਂ ਦਾ ਹਵਾਲਾ ਲੈ ਕੇ ਫਿਰਨੇ, ਕੋਈ ਮੌਮਨ ਨਹੀਂ ਆ ਰਿਹਾ ਕਿ ਆ ਕੇ ਦੱਸੇ ਕੋ ਦੁੱਧ ਕਿਵੇਂ ਆਇਆ ਸੀ। ਚਲੋ ਦੂਸਰਾ ਦੁੱਧ ਬੀਬੀ ਆਇਸ਼ਾ ਦੁੱਧ ਪਿਆਉਂਦੇ ਸੀ ਚਮਚੀਆਂ ਦੇ ਨਾਲ, ਉਹ ਤੇ ਚਲੋ ਇੱਕ ਬਰੇਲੀਆਂ ਕੋਲੋਂ ਪੁੱਛਾਂਗੇ ਨਾ, ਦੁੱਧ ਦਾ ਹੀ ਮਸਲਾ ਹੈਗਾ। ਉੱਥੇ ਬੀਬੀ ਆਇਸ਼ਾ ਬਾਰੇ ਲਿਖਿਆ ਕਿ ਅੰਮਾ ਆਇਸ਼ਾ ਉਮਰ ਹਾਤੁਲ ਮੁਮੀਨੀਨ ਦੇ ਬਾਰੇ ਲਿਖਿਆ ਕਿ ਉਹ ਰਜ਼ਾਈ ਬੇਟਾ ਬਣਾ ਲੈਂਦੇ ਸੀ ਸਾਰੇ, ਜਿਹੜਾ ਕੋਈ ਵੱਡੀ ਉਮਰ ਦਾ ਬਾਬਾ ਵੀ ਕੋਈ ਆਂਦਾ ਸੀ, ਮੂੰਹ ਦੰਦ ਵੀ ਨਹੀਂ ਸੀ ਹੁੰਦੇ, ਤੇ ਉਹ ਜਨਾਬ ਕੀ ਇੱਕ ਜਗ੍ਹਾ ਤੇ ਲਿਖਿਆ ਡਾਇਰੈਕਟ ਦੁੱਧ ਪਿਆਉਂਦੇ ਸੀ, ਤੇ ਇੱਕ ਜਗ੍ਹਾ ਤੇ ਲਿਖਿਆ ਚਮਚੀ ਨਾਲ ਚੋਕ ਤੇ ਪਿਆਉਂਦੇ ਸੀ। ਇਹ ਦੱਸੋ ਜਵਾਬ ਆ ਕੇ ਮੋਮਨੋ, ਉਹ ਫੁੱਦੂ ਮੁਸਲਮਾਨੋ, ਦੱਸੋ ਕੀ ਲਿਖ ਗਏ ਹੋ? ਇਹ ਬਹੁਤਾਨ ਤੁਸੀਂ ਬੰਦੇ ਨੇ ਮੁਹੰਮਦ ਵਾਲੇ ਮੁਹੰਮਦ ਉੱਤੇ ਨਹੀਂ, ਤੁਹਾਡੀ ਕਿਤਾਬਾਂ 'ਚ ਲਿਖੇ, ਲਿਆਓ ਛੁਰੀਆਂ ਸਿਰ ਲਾਓ ਮੇਰਾ। ਤੁਸੀਂ ਲਿਖਿਆ ਆਪਣੇ ਸਹੀ ਹੈ ਦੇ ਵਿੱਚ ਲਿਖਿਆ ਤੁਸੀਂ ਕਿਉਂ ਜਨਾਬ? ਆਪਣੇ ਕਿਧਰੇ ਤੁਸੀਂ ਤਮਾਸ਼ਾ ਬਣਾਇਆ ਉਮਰ ਮੁਮੀਨੀਨ ਦਾ, ਕਿਧਰੇ ਆਂਦੇ ਮੂੰਹ ਲਵਾ ਦਿੰਦੀ ਸੀ ਤੇ ਆਪਣੇ ਉਹਨਾਂ ਤੇ
ਕੀ ਉਹਨੂੰ ਕਹਿੰਦੇ ਲਫ਼ਜ਼ ਮੈਨੂੰ ਨਹੀਂ ਆ ਰਿਹਾ ਸਿਰਫ ਹਮਾਨਾ ਕਹਿੰਦੇ ਨੇ ਕਿ ਉਹ ਕੀ ਕਹਿੰਦੇ ਨੇ ਛਾਤੀ ਨੂੰ ਉੱਥੇ ਮੂੰਹ ਲਾ ਕਦੀ ਕਹਿੰਦੇ ਚਮਚੇ ਨਾਲ ਚੋਕ ਦਿੰਦੇ ਸੀ। ਇਹ ਤੁਸੀਂ ਗੱਲਾਂ ਲਿਖੀਆਂ ਸਾਨੂੰ ਗੱਲਾਂ ਕਰਦੇ ਹੋ ਆ ਕੇ ਅਹਿਮਦੀਆਂ ਨੂੰ ਸਾਨੂੰ ਸਾਡੇ ਤੇ ਆ ਕੇ ਕੁਫਰ ਦੇ ਫਤਵੇ ਲਾਉਂਦੇ ਹੋ। ਅਬੂ ਅਬਦੁੱਲਾ ਬਿਨ ਉਬਈ ਦੀ ਔਲਾਦੋ ਜ਼ੁਬਾਨ ਬੜਾ ਇਲਮੀ ਬੰਦਾ ਹੈ ਇਹਨੂੰ ਬੁਲਾ ਲਓ ਤੇ ਇਹਦੇ ਨਾਲ ਕਰ ਲਓ ਗੱਲ। ਇਹ ਆ ਕੇ ਗੱਲਾਂ ਕਰਦੇ ਰੂਹਾਨੀ ਖਜ਼ਾਨ ਤੇ ਗੱਲ ਕਰੋ ਰੂਹਾਨੀ ਖਜ਼ਾਨ ਤੇ ਆਪਣੀਆਂ ਪਿਛਲੇ ਰੂਹਾਨੀ ਸ਼ੈਤਾਨ ਕੱਢੋ ਜਿਹੜੇ ਲਿਖੇ ਹੋਏ ਜੇ। वैसे सैफी साहब आपस की गल है जो मियाँ से मैं हवाला दिता मैं थोड़ा सुनिया सी चलो बाद च कर दूँ मैं समझा देना जरा मैं स्क्रीन शॉट तो लेता है। ਉਹ ਮੀਆਂ ਸਾਹਿਬ ਜਿਸ ਹਿਸਾਬ ਨਾਲ ਦੱਸ ਰਹੇ ਸਨ ਤੁਸੀਂ ਥੋੜਾ ਜਿਹਾ ਮੈਂ ਫਿਰ ਕਿਹਾ ਚਲੋ ਲੇਕਿਨ ਚਲੋ ਠੀਕ ਹੈ। ਹਾਂਜੀ ਗੁਜਰਾ ਉਹ ਗੁਜਰਾ ਏਡ ਦੇ ਮਰੀਜ਼ਾਂ ਉੱਥੇ ਆ ਕੇ ਦੱਸ ਕਿੱਥੋਂ ਕਿਹੜਾ ਫੀਡਰ ਸੀ ਚਮਚ ਪੈ ਉਹ ਸਮਾਨ ਚਮਚ ਨਾਲ ਦੁੱਧ ਪਿਆਉਂਦੇ ਸੀ ਅੰਮੀ ਜਾਨ ਉਹਦਾ ਕੋਈ ਨਹੀਂ ਦੱਸਦੇ ਆ ਕੇ ਫਿਰ ਆਂਦੇ ਨੇ ਗੁਸਾਖੀਆਂ ਤੁਸੀਂ ਕਰ ਗਏ ਲਿਖ ਤੁਸੀਂ ਗਏ ਅਸੀਂ ਖਾਲੀ ਸਵਾਲ ਪੁੱਛੀਏ ਤੇ ਅਸੀਂ ਸ਼ਾਤਮ ਹੋ ਜਾਂਦੇ ਹਾਂ। ਇਹਦੇ ਕਦੀ ਸ਼ੇਰ ਸੁਣੇ ਨੇ ਅਲੀ ਅਕਬਰ ਸਾਹਿਬ ਬੜਾ ਵੱਡਾ ਸ਼ਾਇਰ ਹੈ ਮੁਸ਼ਰਕ ਜੇ ਕੌਣ ਹੈ ਗੁੱਜਰ ਜਿਹੜਾ ਆਹੋ ਇਹ ਲਿਖਦਾ ਇਹ ਮਰਸੀਏ ਤੇ ਨੋਹੇ ਲਿਖਦਾ ਸੀਕਰ ਦੀ ਸ਼ਾਨ ਵਿੱਚ ਤੇ आमर नजीर दी शान ते शेर इंजदे होंदे ने डब्बे में डब्बा डब्बे में केक सीकर का अब्बू लाखों में एक डब्बे में डब्बा डब्बे में केक आमिर के अब्बू कभी नहीं थे नेक इंज दे शेर लेके वो कहणगे सुभान अल्लाह सुभान अल्लाह। तौबा 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 मुबशर आजाद साहब तुसी मेरे यार सवाल दा जवाब नहीं लै के दिता मैनू तुसी दस दो टिप्पा की सी ਕਿਹੜੇ ਸਵਾਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਅਲੀ ਅਕਬਰ ਸਾਹਿਬ? ਜਿਹੜਾ ਅਬੂ ਤਾਲਿਬ ਜਿਹੜਾ ਆਪਣਾ ਦੁੱਧ ਪਿਆਂਦਾ ਰਿਹਾ ਬਹਿ ਕੇ ਰਸੂਲੇ ਪਾਕ ਨੂੰ ਉਹ ਕੀ ਉੱਥੋਂ ਕਿਵੇਂ ਦੁੱਧ ਬਾਹਰ ਆ ਗਿਆ? ਉਹ ਯਾਰ ਇਹ ਹੁਣ ਮੈਨੂੰ ਤਾਂ ਨਹੀਂ ਇਹਦਾ ਜਵਾਬ ਪਤਾ ਮੈਂ ਨਾ ਜ਼ਰਾ ਥੋੜਾ ਜਿਹਾ ਨਾਲ ਕੰਮ 'ਚ ਵੀ ਮਸਰੂਫ ਹਾਂ ਤੁਹਾਨੂੰ ਸੈਫੀ ਸਾਹਿਬ ਇਹਦਾ ਕੋਈ ਜਵਾਬ ਦੇਣਗੇ। ਉਹ ਹੱਸ ਪਿਆ ਸੀ ਤੁਸੀਂ ਇਹ ਲਤੀਫਾ ਥੋੜੀ ਕਿਤਾਬ 'ਚ ਲਿਖਿਆ ਯਾਰ ਰਸੂਲੇ ਕਾਫੀ ਰਸੂਲੇ ਕਾਫੀ ਉਹ ਉਹਨਾਂ ਨੇ ਵੀ ਪੜ੍ਹੀ ਸੀ ਨਾ ਉਹ ਪੀਰ ਇਸਕਾਨੀ ਸਾਹਿਬ ਨੇ ਵੀ ਰਸੂਲੇ ਕਾਪੀ ਉਹ ਤੇ ਅਚੂਲੇ ਕਾਪੀ ਕਹਿੰਦੇ ਸੀ ਨਾ ਅਚੂਲੇ ਕਾਪੀ ਚੂਲੇ ਕਾਪੀ ਇਹਨੂੰ ਜਮਾਈ ਭਰਾ ਨੇ ਦੱਸੋ ਉਹ ਜਿਹੜਾ ਕਹਿੰਦਾ ਨਬੀ ਦੇ ਘਰ ਦੇ ਵਿੱਚ ਵੀ ਲੁੱਚ ਤਲਿਆ ਜਾ ਰਿਹਾ ਉਹ ਜਮਾਈ ਵਾਕਈ ਭਰਾ ਹੈ ਜਮਾਈ ਉਹ ਤੇ ਖੁਦ ਚੌਂਕਾਂ 'ਚ ਖਲੋ ਕੇ ਮੰਨਦੇ ਨੇ ਉਹ ਕਹਿੰਦੇ ਨੇ ਝੂਠੇ ਨਬੀ के झूठे खलीफा ने 72 घंटे तक इन मौलवियों को पानी पिला पिला के मारा फिर साडा मौलवी इस्माइल कुरैशी गया ਤੇ ਉਹਨੇ ਉਹ ਕੀ ਕਹਿੰਦੇ ਉਹ ਜਿਹੜਾ ਇਸਮਾਈਲ ਕੁਰੈਸ਼ੀ ਦਾ ਕੀ ਅਕੀਦਾ ਹੈ ਕਿ ਨਬੀ ਦੇ ਘਰ 'ਚ ਲੁੱਚ ਤਲਿਆ ਜਾਂਦਾ ਸੀ ਜੀ ਉਹ ਦਿਫਾ ਕਰਨ ਆਇਆ ਸੀ ਖਤਮੇ ਨਬੂਵਤ ਨੂੰ ਸਾਹਬ ਲਾ ਲਓ ਕਹਿੰਦੇ ਨੇ ਨਬੀ ਦੇ ਘਰ ਦੇ ਵਿੱਚ ਲੁੱਚ ਤਲਿਆ ਜਾਂਦਾ ਸੀ ਨਬੀ ਸਾਡਾ ਲੁੱਚਾ ਸੀ ਮਤਲਬ ਨਾਉਜ਼ ਬਿੱਲਾ ਨਾਉਜ਼ ਬਿੱਲਾ ਨਾਉਜ਼ ਬਿੱਲਾ ਇਹ ਕੀ ਜਿਹੜਾ ਬੰਦਾ ਲੁੱਚ ਤਲਦਾ ਉਹਦਾ ਮਤਲਬ ਕੋਈ ਲੁੱਚਾ ਹੈ ਅਸਤਗਫਰ ਇਹੀ ਗੱਲ ਦਾ ਮਕਸਦ ਇਹੀ ਬਣਦਾ ਉਹਦੀ ਅਸਤਗਫਰੁल्लाह ਗੱਲ ਦਾ ਮਤਲਬ ਤੇ ਨਾਉਜ਼ ਬਿੱਲਾ ਹੀ ਬਣਦਾ ਤੇ ਉਹ ਬੈਠੇ ਇਕੱਠੇ ਦਿਫਾਏ ਉਮਤ ਮੁਸਲਿਮਾ ਹੋ ਰਿਹਾ ਉੱਥੇ ਜੀ ਜਿਹੜਾ ਬੰਦਾ ਕਹੇ ਕਿ ਰਸੂਲ ਪਾਕ ਸਲਮ ਲੁੱਚੇ ਸੀ ਉਹ ਬੰਦਾ ਆ ਕੇ ਉੱਥੇ ਖਤਮ ਨੂੰ ਦਿਫਾ ਕਰਨ ਆਇਆ ਸਾਹਬ ਲਾ ਲਓ ਇਹ ਕਹਿੰਦੇ ਜੇ ਸਾਨੂੰ ਗੈਰ ਮੁਸਲਮ ਜਿਹੜੇ ਕਹਿੰਦੇ ਨੇ ਮਾਈ ਜਿਹੜੀ ਸੀ ਮਾਈ ਕਹਿ ਰਹੇ ਮੈਂ ਉਮਰ ਮੁਮਿਨੀਨ ਬੀਬੀ ਆਇਸ਼ਾ ਵੀ ਦਾਇਰ ਇਸਲਾਮ ਤੋਂ ਖਾਰਜ ਅਮੀਰ ਮੁਆਵਿਆ ਵੀ ਦਾਇਰ ਇਸਲਾਮ ਤੋਂ ਖਾਰਜ मरवान भी खारज तला भी खारज जुबैर भी खारज अली अकबर भी खारज एलो हजरत अबू बकर भी खारज हजरत उमर भी खारज हजरत उस्मान भी खारज हजरत तला भी खारज हजरत जुबैर भी खारज हजरत हिफ्जा भी खारज हजरत आयशा भी खारज अपना हजरत अमीर मुआविया भी खारज सारे खारज एक कल्ले ही लगे फिरते ने ते असी भी खारज अली अकबर भी खारज मुबशर रजा भी खारज ते खादम साहब भी खारज इलामा नजफ इलामा फाजिल अलवी साहब फरमाते ने बड़े स्टाइल दे नाल 2 नंबर खलीफा सी ना इना दा इंज करके दस दे बड़े करारा करके ना 34 कहंदा 34 38 दी हदीस है सही बुखारी नंबर नोट कर लो सारे 34 38 सही बुखारी हदीस है कहंदे वो जब मुसलमान होया ते अंदर डर दे मारे कणक वाले बड़ोले च वड़ गया लुक गया जाके वो ऐसा बहादुर खलीफा सी
ਜਿੰਦੇ ਬਾਰੇ ਕਹਿੰਦੇ ਨੇ ਉਹਨੇ ਅੱਧੀ ਦੁਨੀਆ ਤੇ ਹਕੂਮਤ ਕਾਇਮ ਕਰ ਛੱਡੀ, ਜਿਹੜਾ ਮੁਸਲਮਾਨ ਹੋ ਕੇ ਕਣਕ ਡੱਬੇ 'ਚ ਵੜ ਕੇ ਬਹਿ ਗਿਆ। ਇਹ ਬੁਖਾਰੀ 'ਚ ਲਿਖਿਆ, ਕੱਢੋ ਨਾ ਲਿਖਿਆ ਹੁਣੇ ਲਿਆਓ ਸਾਹਮਣੇ, ਨਾ ਲਿਖਿਆ ਸਿਰ ਲਾ ਦਿਓ ਮੇਰਾ। खून माफ, पूरी गल करो ना। ਲੋਕ ਗਏ ਜਾ ਕੇ ਅੰਦਰ, ਉਹ ਕਾਫਰਾਂ ਨੇ ਆ ਕੇ ਪੁੱਛਿਆ, ਰਿਸ਼ਤੇਦਾਰ ਸੀ ਨਾ, ਬਈ ਮਲੰਗੀ ਕੀ ਹੋਇਆ? ਉਹ ਕਹਿੰਦੇ ਜੀ ਮੈਂ ਮੁਸਲਮਾਨ ਤੇ ਹੋ ਗਿਆ, ਕਦੇ ਮੈਨੂੰ ਮਾਰ ਨਾ ਛੱਡਣ ਜਾਣਾ ਨਾ, ਅੰਦਰ ਲੁੱਕ ਕੇ ਬਹਿ ਗਿਆ। ਉਹ ਬੰਦਾ ਪੁੱਛੇ ਐਡਾ ਫੋਸੜ ਬੰਦਾ ਬਾਅਦ ਚ ਖਲੀਫਾ ਕਿਵੇਂ ਬਣਿਆ? ਤੁਹਾਡੀ ਕਿਤਾਬ 'ਚ ਲਿਖਿਆ ਸੀਰਤ ਹਲਬੀਆ ਦੇ ਵਿੱਚ ਕਿ ਉਹਨੂੰ ਇਹ ਇਨਾਮ ਮਿਲਿਆ ਸੀ ਮਾਰੀਆ ਕਿਬਤੀਆ ਅੱਲਾ। ਇਹ ਤੁਹਾਡੀਆਂ ਕਹਾਣੀਆਂ ਨੇ, ਮੈਂ ਪੱਲਿਓਂ ਨਹੀਂ ਕਰ ਰਿਹਾ, ਇਹ ਤੁਸੀਂ ਲਿਖਿਆ ਕਿ ਦਿਓ ਜਵਾਬ ਆ ਕੇ। ਤੁਸੀਂ ਐਸੇ ਬਹੁਤਾਨ ਬੰਦੇ ਨੇ ਸਹਾਬਾ ਕਰਾਮ ਤੇ ਉਮਹਾਤੁਲ ਮੁਮਿਨੀਨ ਦੇ ਉੱਤੇ, ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਉੱਤੇ ਬੇਸ਼ਰਮਾ ਕੋ ਤੁਸੀਂ ਇੱਥੇ ਆ ਕੇ ਬਹਿ ਜਾਂਦੇ ਹੋ, ਸਾਨੂੰ ਆ ਕੇ ਕਹਿੰਦੇ ਹੋ ਕਿ ਮਰਜ਼ਈ ਕਾਫਰ ਨੇ। ਨਹੀਂ ਫਿਰ ਇਹਨਾਂ ਦੋਵਾਂ ਦੀਆਂ ਕਿਤਾਬਾਂ ਕੱਢ ਕੇ ਰੱਖੋ ਨਾ ਸਾਹਮਣੇ, ਆ ਲੋ ਤੁਹਾਡੀ ਚਾਹ ਲਿਖਿਆ, ਤੁਹਾਡੀ ਚਾਹ ਲਿਖਿਆ, ਤੇ ਕਹਿੰਦੇ ਨੇ ਸਾਡਾ ਇਜਮਾ ਹੋ ਗਿਆ, ਤੁਸੀਂ ਕਾਫਰ। ਐਸੇ ਬਿਦਤੀ ਮੁਸ਼ਰਕ ਜ਼ਾਲਮ ਇਸਲਾਮ ਨਾਲ ਜ਼ੁਲਮ ਕਰ ਰਹੇ ਨੇ, ਜ਼ਾਲਮ ਲੋग ਨੇ। यार सॉरी, बुजुर्ग बैठे गुस्सा तो नहीं करते पे खादम साहब ना गल्लां दा कहंदे ते मैं बस कर देना, वो नाराज हो। ये ना शहन शवान बैठे थले चस्के ले रहे हैं पूरे ना। जाना मैं शामी दी बरात में जाना है, शामन चुकदा हुंदा उत्ते बिठांदा 10 मिनट वास्ते ना। ओए अंदरों मुल्ले दे उतो उंजे ने टोपी पाई है, बड़ा बड़ा इस्लामी बनया। ਉਹ ਬੁੱਢੀ ਛੱਡ ਗਈ, ਬੁੱਢੀ ਆਪਣਾ ਇਹ ਭਾਬੀ ਹੋ ਗਿਆ, ਬੁੱਢੀ ਨੇ ਬੱਚੇ ਬਰੇਲਵੀਆਂ ਦੇ ਮਦਰਸੇ ਪਾਏ ਨੇ, ਤੇ ਬੁੱਢੀ ਛੱਡ ਗਈ ਹੈ, ਤੇ ਹੁਣ ਉਹ ਇਹ ਹੋ ਗਿਆ ਅੰਦਰੋਂ ਮੁਲਕ, ਤੇ ਸਿਰਫ ਨਾ ਆਪਣਾ ਆ ਕੇ ਤੇ ਉੱਥੇ ਮਜ਼ੇ ਲੈਂਦਾ ਹੁੰਦਾ। परसों ने नज़म पढ़ी जा रहे सी, नज़म पढ़ी जा रहे 2-3 बारी ने पढ़ी, चौथी दफा जो मैं कहना अगला मिसरा मैं पूरा करदा ते मैं फिकरा पूरा किया ना, मारिया किबती वाला ते ना चौक के थल्ले मारे ने। मैं के शेर दा एक मिसरा रह गया सी, मैंने पूरा करा जरा, फिर भौंके ने सारे ओ ओ करके। ਅੱਜ ਵੇਖਿਆ ਉਹਨੇ ਉਹ 1122 ਕਿੱਡੀ ਸਹੀ ਗੱਲ ਕਰਦਾ। ਉਹਨੇ ਕਿਹਾ ਸੀ ਕਿ ਇਹਨੇ ਕੁੱਤੇ ਬਣਾਏ ਨੇ, ਤੇ ਅੱਜ ਉਹਨੇ ਸਾਬਤ ਕਰਤਾ, ਅੱਜ ਉਹਨੇ ਪੁੰਕਵਾਏ ਵੀ ਨੇ। ਉਹ ਤੇ ਲੱਭ ਕੇ ਬਰੇਲਵੀ ਪੁੰਕਵਾਏ ਨੇ ਉਹਨੇ, ਬਰੇਲਵੀਆਂ ਨੂੰ ਸਹੀ ਉਹਨੇ ਜਨਾਬ ਨਾ ਉੱਤੋਂ ਉਹਨਾਂ ਨੂੰ ਕਹਿੰਦਾ ਸਾਡਾ ਇਜਮਾ ਹੈ, ਤੇ ਅੰਦਰੋਂ ਉਹਨਾਂ ਨੂੰ ਸਹੀ ਕੁੱਤਾ ਬਣਾਇਆ ਉਹਨੇ। ਉਹ ਵੀ ਸਹੀ ਤਮਾਸ਼ਾ ਜਦੋਂ ਐਲਾਨਦਾ ਨਾ ਅਲੀ ਹਜੂਰੀ ਬਰਾੜ ਤੇ ਜ਼ਹਿਰ ਜਮੀਲ ਆ ਕੇ ਕਹਿੰਦਾ ਲਓ ਅਮਨ ਨਜ਼ੀਰ ਦੀ ਫੋਟੋ 'ਚ ਖੋਤੇ ਤੇ ਬਾਇਆ ਜੀ, ਉਹ ਇਹ ਜ਼ਲੀਲ ਕਰਦੇ ਨੇ ਆ ਕੇ। ਆਹੋ ਇੱਕ ਦੂਜੇ ਨੂੰ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਮਰਜ਼ਈਆਂ ਨਾਲ ਬਾਈਕਾਟ ਕੀਤਾ ਹੈ ਨਾ। ਜਿਉਂ ਬਰਾੜ ਲੱਗਦੀ ਹੈ ਜ਼ਹਿਰ ਜਮੀਲ ਆ ਕੇ ਕਹਿੰਦਾ ਲਓ ਜੀ ਫੋਟੋ ਅਮਨ ਨਜ਼ੀਰ ਦੀ, ਲਓ ਫੋਟੋ, ਉਹਨੂੰ ਜ਼ਲੀਲ ਕਰਵਾਉਂਦਾ ਵਿੱਚੋਂ। ਫਿਰ ਕੱਲ ਸਾਡੀ ਲਾਈਵ ਸੁਣਾਉਂਦਾ ਰਿਹਾ ਅਮਨ ਨਜ਼ੀਰ ਨੂੰ ਕਿ ਵੇਖ ਤੈਨੂੰ ਗਾਲਾਂ ਪੈ ਰਹੀਆਂ, ਅਲੀ ਅਕਬਰ ਤੈਨੂੰ ਗਾਲਾਂ ਕੱਢ ਰਿਹਾ, ਵਿਚਾਸ ਲੈਂਦੇ ਨੇ ਵਿੱਚੋਂ। ਇਹ ਨੇ ਇਹਦੇ ਸ਼ਾਗਿਰਦ ਅਮਨ ਨਜ਼ੀਰ ਦੇ, ਔਰ ਐਸਾ ਬੇਸ਼ਰਮ ਇਨਸਾਨ ਨੇ, ਉਹ ਫਿਰ ਇਹਨਾਂ ਨੂੰ ਮਗਰ ਲਾਈ ਫਿਰਦਾ। ਉਹਨੂੰ ਅਕਲ ਤੇ ਪੜਦਾ ਪੈ ਗਿਆ ਨਾ। ਖਤਮ ਅੱਲਾਹੁ ਅਲਾ ਕੁਲੂਬਿਹਿਮ व अला समीहिम व अला अबसारिहिम, ਇਹੀ ਤੇ ਹੈ ਕਿ ਉਹਨਾਂ ਦੀ ਅਕਲਾਂ ਤੇ ਇੰਨੇ ਪਰਦੇ ਪੈ ਜਾਣਗੇ ਜਹਿਨਾਂ ਦੇ ਵਿੱਚ, ਉਹਨਾਂ ਪਤਾ ਹੀ ਲੱਗਣਾ ਸੀ ਕਿਹੜੇ ਪਾਸੇ ਜਾ ਰਹੇ ਹੈਗੇ ਆ। ਤੇ ਉਹ ਜਿਹੜਾ ਵੀ ਉਹਦੀ ਮੁਖਾਲਫਤ ਕਰਦਾ ਹੈ ਨਾ, ਜਾਂ ਇੱਧਰ ਉੱਧਰ ਥੋੜੀ ਜਿਹੀ, ਇਹ ਉਹਦੀ ਹਾਲਤ ਕਰ ਦਿੰਦਾ ਫੈਜ਼ 1-1 ਵਾਲੀ। ਹਾਂਜੀ, ਇਹ ਬੰਦੇ ਤੇ ਹੈ ਨਾ, ਇਹਨਾਂ ਨੂੰ ਬੋਲਣ ਦੇ ਤੇ ਆਉਂਦਾ ਕੋਈ ਨਹੀਂ ਹੈ। ਮਤਲਬ ਕੈਸਰ ਹੋ ਗਏ ਜਿੰਨੇ ਵੀ ਨੇ, ਇਹ ਟੱਟੂ ਟੈਰੇ ਜੇ ਹੈ ਨਾ, ਇਹਨਾਂ ਨੂੰ ਪਤਾ ਹੈਗਾ ਕਿ ਇਹਦੇ ਨਾਲ ਹੈਗੇ ਆ, ਕੋਈ ਸਾਨੂੰ ਸੁਣ ਲੈਂਦਾ ਜਾਂ ਅਸੀਂ ਕੋਈ ਗੱਲ-ਗੁਲ ਕਰ ਲੈਂਦੇ ਆ। ਜੇ ਇਹਦੇ ਨਾਲ ਵੀ ਨਾ ਰਹੇ ਤਾਂ ਅਸੀਂ ਬਹਿਣਾ ਕਿੱਥੇ ਜਾ ਕੇ? ਠੀਕ ਹੈ, ਉਹ ਭਾਵੇਂ ਇਹਨਾਂ ਨੂੰ ਕੁੱਤਾ ਬਣਾਵੇ, ਭਾਵੇਂ ਇਹਨਾਂ ਨੂੰ ਸੂਅਰ ਬਣਾਵੇ, ਜੋ ਮਰਜ਼ੀ ਬਣਾਵੇ, ਇਹਨਾਂ ਨੇ ਬੰਨਣਾ ਹੀ ਬੰਨਣਾ ਹੈਗਾ। ਸ਼ਹਿਨशाह ਵਾਣ ਤੇ ਜਾਣਬੁੱਝ, ਸ਼ਹਿਨशाह ਵਾਣ ਬੇਸਿਕਲੀ ਮੁਖਾਲਫ ਹੈਗਾ ਉਹਦੇ ਅਮਨ ਨਜ਼ੀਰ ਦੇ, ਜ਼ਲੀਲ ਕਰਨ ਵਾਸਤੇ ਬਰਾ ਉਹਨੂੰ ਅਕਬਰ ਖਾਨ ਨੂੰ ਬਹਿ ਕੇ ਗਾਲਾਂ ਨਹੀਂ ਕਢਾਈਆਂ ਨੇ ਸਾਹਮਣੇ। ਕਹਿੰਦਾ ਨਹੀਂ ਸੀ ਜਦੋਂ ਅਕਬਰ ਖਾਨ ਕਹਿੰਦਾ ਸੀ ਨਾ ਇਹਨੇ ਇਟਲੀ ਵਾਲੀ ਕੁੜੀ ਤੇ ਚਾਟੇ ਲਾਏ ਨੇ, ਤੇ ਕਹਿੰਦਾ ਜੀ ਪੁੱਛੋ ਸਾਹਮਣੇ ਬੈਠੇ ਜੇ, ਬਜਾਏ ਮਿਊਟ ਲਾਣ ਦੇ ਅਕਬਰ ਖਾਨ ਨੂੰ ਬਗੈਰ ਥੱਲੇ ਸੁੱਟਣ, ਕਹਿੰਦਾ ਜੀ ਸਾਹਮਣੇ ਬੈਠੇ ਤੇ ਪੁੱਛੋ ਨੇ। ਇਲਾਮਾ ਸਾਹਿਬ ਇਹ ਚੱਸ ਲੈ ਰਹੇ ਸੀ ਕਿ ਅਮਨ ਨਜ਼ੀਰ ਦੀ ਸਹੀ ਭੈਣ ਨਿਕਲ ਰਹੀ ਹੈ ਅਕਬਰ ਖਾਨ ਦਾ, ਉਹ ਮੈਨੂੰ ਵੀ ਤਾਂ ਹੀ ਬੁਲਾਉਂਦਾ ਉੱਤੇ। ਇਹ ਮਜ਼ੇ ਲੈਂਦਾ ਸ਼ਹਿਨशाह ਵਾਣ ਨਾ ਪੂਰੇ। ਇਹ ਕਹਿੰਦਾ ਅਮਨ ਨਜ਼ੀਰ ਦੀ ਮੰਜੀ ਥੇ ਇਹ ਠੋਕਦੇ ਨੇ ਆ ਕੇ ਅਹਿਮਦੀ ਜਿਹੜੇ ਨਾ।